ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬੇਟੇ ਬੇहद ਖਾਸ ਕਲਾਸ, ਜਿਹੜਾ ਕਿ ਤੁਹਾਡਾ ਐਗਜ਼ਾਮ ਹੈ ਕੱਲ। ਮੈਨੂੰ ਪਤਾ ਹੈ ਕਲਾਸ ਬਹੁਤ ਲੇਟ ਹੋ ਗਈ ਹੈ, ਬਟ ਕੁਝ ਕਾਰਨ ਸੀਗੇ ਬੇਟਾ। ਇੱਕ ਤਾਂ ਮੇਰੀ ਕੰਪਿਊਟਰ ਕਲਾਸ ਲਗਾਉਣ ਤੋਂ ਬਾਅਦ ਗਲੇ 'ਚ ਪ੍ਰੋਬਲਮ ਆ ਗਈ ਸੀ ਥੋੜੀ ਜੀ। ਦੂਸਰਾ, ਪਟਿਆਲੇ ਦੇ ਵਿੱਚ ਨਾ ਕਾਫੀ ਦੇਰ ਤੋਂ ਮਤਲਬ 2-3 ਦਿਨ ਤੋਂ ਬਹੁਤ ਮੀਂਹ ਹਨੇਰੀ ਆ ਰਹੇ ਸੀਗੇ ਤੇ ਲਾਈਟ ਦੀ ਬਹੁਤ ਪ੍ਰੋਬਲਮ ਸੀਗੀ। ਬਟ ਫਿਰ ਵੀ ਮੈਂ ਮਿਹਨਤ ਕਰਕੇ ਇੱਕ 150 ਕੁਐਸਚਨ ਤੁਹਾਡੇ ਵਾਸਤੇ ਬੈਸਟ ਟੌਪ ਦੇ 150 MCQ ਲੈ ਕੇ ਆਇਆ। ਆਈ ਹੋਪ ਕਿ ਇਹ ਤੁਹਾਨੂੰ ਕੁਛ ਨਾ ਕੁਛ ਫਾਇਦਾ ਜ਼ਰੂਰ ਕਰਨਗੇ ਤੁਹਾਡੇ ਕੱਲ ਵਾਲੇ ਐਗਜ਼ਾਮ ਦੇ ਵਿੱਚ। ਬਸ ਇੱਕ ਕੁਇਕ ਰਿਵੀਜ਼ਨ ਮਾਰ ਲਿਓ ਜਲਦੀ ਜਲਦੀ, ਠੀਕ ਹੈ ਜੀ। ਤੇ ਤੁਸੀਂ ਆਪਣਾ ਰੈਂਕ ਜ਼ਰੂਰ ਲਿਖਣਾ ਹੈ। ਤਾਂ ਚਲੋ ਆਪਾਂ ਸਟਾਰਟ ਕਰਦੇ ਹਾਂ। ਬਾਕੀ ਜੇ ਕਲਾਸ ਵਧੀਆ ਲੱਗੂਗੀ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ, ਤੇ ਜਿਹੜੇ ਬੱਚੇ ਨਵੇਂ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਤਾਂ ਸਟਾਰਟ ਕਰਦੇ ਹਾਂ ਬੇਟੇ। ਜਿਹੜੇ ਚਾਈਲਡ ਡਿਵੈਲਪਮੈਂਟ ਦਾ ਆਪਣਾ ਪੋਰਸ਼ਨ ਹੈਗਾ, ਇਹ ਆਂਗਣਵਾੜੀ ਸੁਪਰਵਾਈਜ਼ਰ ਦੇ ਪੇਪਰ 'ਚ ਆਉਣਾ ਕੱਲ ਵਾਲੇ ਪੇਪਰ ਦੇ ਵਿੱਚ। ਤੇ ਕਲਾਸ ਦੇ ਵਿੱਚ ਬੇਟਾ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ 2-3 ਗੱਲਾਂ ਦੱਸਦਾ। ਇੱਕ ਤਾਂ ਕਲਾਸ ਨੂੰ ਪੂਰਾ ਦੇਖਣਾ ਹੈ, ਠੀਕ ਹੈ। ਤੁਹਾਡੇ ਵਾਸਤੇ ਹੀ ਹੈ ਕਲਾਸ। ਇਹ 150 ਕੁਐਸਚਨ ਤੁਸੀਂ ਕਰਨੇ ਆ, ਤੁਹਾਨੂੰ ਹੀ ਬੈਨੀਫਿਟ ਹੋਣਾ ਹੈ। ਜੇ ਨਹੀਂ ਦੇਖੋਗੇ ਤੁਹਾਡਾ ਹੀ ਨੁਕਸਾਨ ਹੋਊਗਾ, ਠੀਕ ਹੈ। ਕਲਾਸ ਖਤਮ ਹੋਣ ਤੋਂ ਬਾਅਦ ਤੁਸੀਂ ਆਪਣਾ ਰੈਂਕ ਲਿਖ ਸਕਦੇ ਆ ਵੀ ਤੁਹਾਡੇ ਕਿੰਨੇ ਕੁਐਸਚਨ ਠੀਕ ਨੇ 150 ਦੇ ਵਿੱਚੋਂ। ਕਲਾਸ ਨੂੰ ਲਾਈਕ ਸ਼ੇਅਰ ਤੁਸੀਂ ਆਪਣੇ ਆਪ ਹੀ ਕਰ ਦੇਣਾ ਹੈ। ਤੁਹਾਨੂੰ ਪਤਾ ਲੱਗ ਜਾਊਗਾ ਮੇਰੀ ਕੀਤੀ ਹੋਈ ਮਿਹਨਤ ਦਾ, ਤੇ ਤੁਹਾਡੀ ਮਿਹਨਤ ਦਾ ਪਤਾ ਲੱਗੂਗਾ ਤੁਹਾਡੇ ਪੇਪਰ ਦੇ ਰਿਜ਼ਲਟ ਦੇ ਵਿੱਚ। ਤੇ ਚਲੋ ਜੀ ਆਪਾਂ ਕਰਦੇ ਹਾਂ। ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਉਸ ਬੱਚੇ ਤੱਕ ਪਹੁੰਚੇ ਜੋ ਪੇਡ ਕੋਰਸ ਨਹੀਂ ਲੈ ਸਕਦਾ ਸੀਗਾ, ਕਿਉਂਕਿ ਕਰ ਭਲਾ ਹੋ ਭਲਾ। ਤਾਂ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਰਿਹਾ। ਕਹਿੰਦਾ ਕੀ ਹੈ? ਕਹਿੰਦਾ ਜੀ ਸੈਕੰਡ ਡੋਜ਼ ਆਫ ਦਾ TT ਇੰਜੈਕਸ਼ਨ ਗਿਵਨ ਇਨ ਦਾ ਪ੍ਰੈਗਨੈਂਸੀ। ਮੈਂ ਇੱਥੇ ਪ੍ਰੈਗਨੈਂਸੀ ਦੀ ਗੱਲ ਕਰ ਰਿਹਾ ਰਾਜੇ, ਸਿੰਪਲ ਟੈਟਨਸ ਟੀਕੇ ਦੀ ਗੱਲ ਨਹੀਂ ਕਰ ਰਿਹਾ। ਹੁਣ ਸਿੰਪਲ ਟੈਟਨਸ ਟੀਕਾ ਤਾਂ ਤੁਹਾਨੂੰ ਦੱਸਾਂ ਵੀ ਉਹ 2 ਸਾਲ ਦੇ ਬੱਚੇ ਨੂੰ ਦਿੱਤਾ ਜਾਂਦਾ ਹੈ, ਫਿਰ 4 ਸਾਲ ਦੇ, ਫਿਰ 6, ਫਿਰ 8, ਇਸ ਤਰ੍ਹਾਂ ਦਿੱਤਾ ਜਾਂਦਾ ਹੈ। ਬਟ ਇੱਥੇ ਗੱਲ ਪ੍ਰੈਗਨੈਂਸੀ ਦੀ ਹੋ ਰਹੀ ਹੈ। ਤੇ ਜਿਹੜਾ 2 ਸਾਲ ਮਤਲਬ ਸੈਕਿੰਡ ਡੋਜ਼ ਹੁੰਦੀ ਹੈ, ਉਹ ਪ੍ਰੈਗਨੈਂਸੀ ਦੇ ਵਿੱਚ ਕਦੋਂ ਦਿੱਤੀ ਜਾਂਦੀ ਹੈ? TT ਟੀਕੇ ਦੀ ਉਹ ਦਿੱਤੀ ਜਾਂਦੀ ਹੈ ਬੇਟੇ ਲਗਭਗ 1 ਮੰਥ ਬਾਅਦ, ਜਦੋਂ ਪਹਿਲੀ ਡੋਜ਼ ਲੱਗ ਜਾਂਦੀ ਹੈ। ਹੁਣ ਕੁਐਸਚਨ ਇੱਥੇ ਰਾਈਜ਼ ਹੁੰਦੇ ਦੋ। ਇੱਕ ਤਾਂ TT ਦਾ ਫੁੱਲ ਫਾਰਮ ਕੀ ਹੈ, ਕਿਉਂਕਿ ਪੁੱਛਿਆ ਜਾ ਸਕਦਾ। TT ਹੁੰਦਾ ਟੈਟਨਸ ਟੌਕਸਾਈਡ, ਠੀਕ ਹੈ ਜੀ। ਟੈਟਨਸ, ਠੀਕ ਹੈ ਜੀ, ਟੌਕਸਾਈਡ। ਇਹਦਾ ਫੁੱਲ ਫਾਰਮ ਵੀ ਯਾਦ ਰੱਖਣੀ ਹੈ ਤੁਸੀਂ। ਹੁਣ ਜਿਹੜੀ ਫਸਟ ਡੋਜ਼ ਹੈਗੀ ਆ ਬੇਟੇ, ਉਹ ਕਦੋਂ ਦਿੱਤੀ ਜਾਂਦੀ ਹੈ ਇਹ ਪੁੱਛਿਆ ਜਾ ਸਕਦਾ, ਹਨਾ। ਜੇ ਸੈਕੰਡ ਡੋਜ਼ ਪੁੱਛ ਸਕਦਾ ਤਾਂ ਫਸਟ ਵੀ ਪੁੱਛ ਸਕਦਾ। ਹੁਣ ਜਿਹੜੀ ਫਸਟ ਹੈਗੀ ਹੈ ਬੇਟੇ 13 ਤੋਂ ਲੈ ਕੇ 39 ਵੀਕ ਦੀ ਜਦੋਂ ਪ੍ਰੈਗਨੈਂਸੀ ਹੁੰਦੀ ਹੈ, ਠੀਕ ਹੈ। 13 ਤੋਂ ਲੈ ਕੇ 39 ਵੀਕ ਦੀ ਪ੍ਰੈਗਨੈਂਸੀ ਦੇ ਦੌਰਾਨ ਦਿੱਤੀ ਜਾਂਦੀ ਹੈ, ਜਾਂ ਫਿਰ ਕਹਿੰਦੇ ਆ ਮਿਡ ਆਫ 29 ਵੀਕ ਦੇ ਵਿੱਚ ਵੀ ਦਿੱਤੀ ਜਾਂਦੀ ਹੈ, ਠੀਕ ਹੈ ਜੀ। ਤਾਂ ਇਹ ਡਿਪੈਂਡ ਕਰਦਾ ਹੁਣ ਕੰਡੀਸ਼ਨ ਦੇ ਉੱਪਰ। ਤਾਂ ਤੁਸੀਂ 13 ਤੋਂ 39 ਵੀਕ ਜਾਂ ਮਿਡ ਆਫ 29 ਵੀਕ ਯਾਦ ਰੱਖ ਸਕਦੇ ਹੋ। ਚਲੋ ਜੀ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਆਪਾਂ। ਕਹਿੰਦਾ ਜੀ ਦਾ ਮੋਸਟ ਹੀਟ ਸੈਂਸਿਟਿਵ ਵੈਕਸੀਨ, ਠੀਕ ਹੈ ਜੀ, ਸਭ ਤੋਂ ਵੱਧ ਗਰਮੀ ਪ੍ਰਤੀ ਸੰਵੇਦਨਸ਼ੀਲ। ਕਹਿਣ ਦਾ ਮਤਲਬ ਜਿਹਨੂੰ ਕੋਲਡ ਸਟੋਰ ਮਤਲਬ ਕਰਨਾ ਪੈਂਦਾ, ਉਹ ਟੀਕਾ ਕਿਹੜਾ ਹੈਗਾ ਮੋਸਟ ਹੀਟ ਸੈਂਸਿਟਿਵ? ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਰਾਜੇ। ਇਹਦਾ ਆਨਸਰ ਹੈਗਾ OPV। OPV ਕੀ ਹੈ ਰਾਜੇ? ਓਰਲ, ਠੀਕ ਹੈ ਜੀ, ਤੁਹਾਡਾ ਓਰਲ ਪੋਲੀਓ, ਠੀਕ ਹੈ ਜੀ, ਪੋਲੀਓ ਵੈਕਸੀਨ ਹੈ, ਠੀਕ ਹੈ। ਨਾਮ ਵੀ ਫੁੱਲ ਫਾਰਮ ਵੀ ਯਾਦ ਰੱਖਣੀ ਹੈ ਨਾਲ ਦੀ ਨਾਲ, ਠੀਕ ਹੈ ਜੀ। ਨੈਕਸਟ ਚੱਲਦੇ ਹਾਂ ਆਪਾਂ। ਦੇਖੋ ਜ਼ਿਆਦਾ ਡਿਟੇਲ 'ਚ ਨਹੀਂ ਮੈਂ ਜਾਊਂਗਾ, ਟਾਈਮ ਘੱਟ ਹੈ, ਠੀਕ ਹੈ, ਟਾਈਮ ਘੱਟ ਹੈ। ਅੱਗੇ ਆ ਗਿਆ ਜੀ ਆਪਣਾ BCG ਦਾ ਟੀਕਾ, ਠੀਕ ਹੈ। ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ। ਵੈਸੇ ਅੱਗੇ ਕੁਐਸਚਨ ਵੀ ਆਊਗਾ ਕਿ BCG ਦਾ ਜਿਹੜਾ ਟੀਕਾ ਹੈਗਾ ਹੈ, ਇਹ ਜਨਮ ਦੇ ਬਾਅਦ ਕਿੰਨੇ ਘੰਟੇ ਦੇ ਜਾਂ ਕਿੰਨੇ ਦਿਨਾਂ ਬਾਅਦ ਲਗਾਇਆ ਜਾਂਦਾ ਇੱਕ ਬੱਚੇ ਨੂੰ, ਨਵ ਜੰਮੇ ਬੱਚੇ ਨੂੰ। ਹੁਣ BCG ਜਿਹੜਾ ਟੀਕਾ ਹੈਗਾ ਬੇਟੇ, ਇਹ ਕਹਿੰਦੇ ਜੀ ਇਹ ਕਿਹੜਾ ਵੈਕਸੀਨ ਹੈ? ਤੁਹਾਨੂੰ ਮੈਂ ਕਰਵਾਇਆ ਹੋਇਆ ਰਾਜੇ, ਲਾਈਵ ਵੈਕਸੀਨ ਕਰਵਾਏ ਹੋਏ ਆ, ਠੀਕ ਹੈ ਜੀ, ਠੀਕ ਹੈ ਜੀ। ਤੇ ਤੁਹਾਨੂੰ ਮੈਂ ਟੌਕਸਾਈਡ ਕਰਵਾਏ ਹੋਏ ਆ। ਇਹ ਸਾਰਾ ਚਾਰਟ ਤੁਸੀਂ ਦੇਖ ਲੈਣਾ ਇੱਕ ਵਾਰ ਐਗਜ਼ਾਮ ਤੇ ਜਾਣ ਤੋਂ ਪਹਿਲਾਂ, ਮੈਂ ਕਰਵਾਇਆ ਹੋਇਆ। ਹੁਣ ਕਹਿੰਦਾ ਜੀ ਇਹ BCG ਜਿਹੜਾ ਵੈਕਸੀਨ ਹੈਗਾ ਇਹ ਕਿਹੜਾ ਹੈ ਰਾਜੇ? ਇਹ ਲਾਈਵ ਵੈਕਸੀਨ ਹੈ ਰਾਜੇ, ਲਾਈਵ ਵੈਕਸੀਨ। ਇਹ ਡਿਫਰੈਂਸ ਵੀ ਮੈਂ ਕਰਵਾਇਆ ਹੋਇਆ ਲਾਈਵ, ਨੋਨ ਐਟਨੋਟਿਡ ਦੇ ਵਿੱਚ ਤੇ ਟੌਕਸਾਈਡ ਦੇ ਵਿੱਚ। ਇਹ ਲਾਈਵ ਵੈਕਸੀਨ ਦੇ ਅੰਡਰ ਆਉਂਦਾ। ਹੁਣ ਜਿਹੜਾ BCG ਹੈਗਾ ਰਾਜੇ, ਇਹਨੂੰ ਬੇਸਿਕਲੀ ਕਹਿੰਦੇ ਕੀ ਹੈ? ਵੈਸੇ ਅੱਗੇ ਫੁੱਲ ਫਾਰਮ ਕਰਾਈ ਹੋਈ ਹੈ ਮੈਂ, ਬੈਸਲੀ, ਠੀਕ ਹੈ ਜੀ, ਕੈਲਮਾਈਟ, ਠੀਕ ਹੈ ਜੀ, ਗੁਰਿਨ, ਠੀਕ ਹੈ। ਇਹਦੀ ਫੁੱਲ ਫਾਰਮ ਯਾਦ ਰੱਖ ਲਓ, ਬਸ ਤੁਹਾਨੂੰ ਪੁੱਛੀ ਜਾ ਸਕਦੀ ਹੈ। ਮੈਂ ਲਿਖ ਦੇਣਾ ਇੱਥੇ, ਠੀਕ ਹੈ ਜੀ। ਇਹ ਤੁਹਾਨੂੰ ਵੈਸੇ ਲਿਖਵਾਈ ਵੀ ਹੋਈ ਹੈ ਮੈਂ। ਇਹਦੀ ਫੁੱਲ ਫਾਰਮ ਯਾਦ ਰੱਖ ਲਿਓ, ਬੈਸਲੀ ਕੈਲਮੇਟ ਗੁਰਿਨ, ਠੀਕ ਹੈ ਜੀ, ਇਹ ਯਾਦ ਰੱਖ ਲਿਓ। ਨੈਕਸਟ ਆਪਾਂ ਚੱਲਦੇ ਹਾਂ, ਮੂਵ ਕਰਦੇ ਹਾਂ। ਪਲਸ ਪੋਲੀਓ ਪ੍ਰੋਗਰਾਮ। ਪਲਸ ਪੋਲੀਓ ਪ੍ਰੋਗਰਾਮ ਜਿਹੜਾ ਹੈਗਾ ਇੰਡੀਆ ਦੇ ਵਿੱਚ, ਇਹਦੀ ਸ਼ੁਰੂਆਤ ਕਦੋਂ ਕੀਤੀ ਗਈ ਹੈ ਰਾਜੇ? ਇਹ ਐਗਜ਼ਾਮ 'ਚ ਪੁੱਛਿਆ ਜਾ ਸਕਦਾ। ਇਹਦੀ ਸ਼ੁਰੂਆਤ ਹੋਈ ਹੈ ਰਾਜੇ 1995 ਦੇ ਵਿੱਚ। ਬਸ ਡੇਟ ਯਾਦ ਰੱਖਣੀ ਹੈ, ਹੋਰ ਕੁਝ ਇਹਦੇ ਵਿੱਚ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ। ਅੱਗੇ ਗੱਲ ਕਰਦੇ ਹਾਂ ਜੀ। ਕਹਿੰਦਾ ਦਾ ਨੰਬਰ ਆਫ ਅਨੈਂਟਲ ਕੇਅਰ ਵਿਜ਼ਿਟਡ ਸ਼ੁੱਡ ਬੀ। ਅਨੈਂਟਲ ਕੇਅਰ ਮੈਨੂੰ ਬਹੁਤ ਇਹਦੇ ਰਿਗਾਰਡਿੰਗ ਕੁੜੀਆਂ ਨੇ, ਮੇਰੀ ਭੈਣਾਂ ਨੇ ਮੈਸੇਜ ਕੀਤੇ। ਅਨੈਂਟਲ ਕੇਅਰ ਹੁੰਦੀ ਰਾਜੇ ਪ੍ਰੈਗਨੈਂਸੀ ਦੇ ਦੌਰਾਨ ਆਪਾਂ ਡਾਕਟਰ ਕੋਲ ਕਿੰਨੀ ਵਾਰੀ ਵਿਜ਼ਿਟ ਕਰਦੇ ਹਾਂ। ਹੁਣ ਕਈ ਜਿਹੜੇ ਦੇਸ਼ ਹੈਗੇ ਆ ਉੱਥੇ ਤਾਂ ਇਹ ਹੁੰਦਾ ਕਿ ਪ੍ਰੈਗਨੈਂਸੀ
ठीक है, लैन तो पहला ही एक बारी केयर मतलब कि जाना पैंदा डॉक्टर कोले, मतलब कि अपना प्री प्लान ਹੁੰਦਾ ਹੈ। बट इंडिया ਵਿੱਚ ਇਹ ਚੀਜ਼ ਨਹੀਂ ਹੁੰਦੀਗੀ। ਤਾਂ ਆਪਾਂ ਇਹ ਮੰਨ ਕੇ ਚੱਲਣਾ ਵੀ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਾਂ ਪ੍ਰੈਗਨੈਂਟ ਆ, ਤਾਂ ਉਸ ਤੋਂ ਬਾਅਦ ਆਪਾਂ ਕਿੰਨੀ ਵਾਰੀ ਵਿਜ਼ਿਟ ਕਰਦੇ ਆ ਡਾਕਟਰ ਕੋਲੇ, ਉਹਨੂੰ ਕਹਿ ਦਿੰਦੇ ਆ ਨੈਂਟਲ ਕੇਅਰ। ਠੀਕ ਹੈ ਜੀ। ਤਾਂ ਹੁਣ ਨੰਬਰ ਆਫ ਪੁੱਛਦਾ ਕਈ, ਮਤਲਬ ਹੁਣ ਨੰਬਰ ਆਫ ਨੈਂਟਲ ਕੇਅਰ ਇਹ ਫਿਕਸ ਨਹੀਂ ਹੈਗੇਗੇ, ਇਹ ਵੈਰੀ ਕਰਦੇ ਆ ਕੇਸ ਟੂ ਕੇਸ ਨਾ, ਵੂਮਨ ਟੂ ਵੂਮਨ। ਬਟ ਜਿਹੜੇ ਸਟੈਂਡਰਡ ਹੈ, ਸਟੈਂਡਰਡ ਮੇਨਟੇਨ ਕੀਤਾ ਗਿਆ ਵੀ ਘੱਟੋ ਘੱਟ ਕਿੰਨੀ ਵਾਰੀ ਜਾਣਾ ਜ਼ਰੂਰੀ ਹੈ। ਠੀਕ ਹੈ, ਇਹ ਗੱਲ ਪੁੱਛ ਰਿਹਾ ਇੱਥੇ। ਤਾਂ ਘੱਟੋ ਘੱਟ 4 ਵਾਰੀ ਜਾਣਾ ਜ਼ਰੂਰੀ ਹੈ। ਠੀਕ ਹੈ, ਹੁਣ ਕੋਈ 4 ਵਾਰੀ ਵੀ ਜਾਂਦਾ, ਕੋਈ 10 ਵਾਰੀ ਵੀ ਜਾਂਦਾ, ਕੋਈ 5 ਵਾਰੀ ਵੀ ਜਾਂਦਾ, ਬਟ ਜਿਹੜਾ ਸਟੈਂਡਰਡ ਕਹਿ ਰਿਹਾ, ਠੀਕ ਹੈ, ਉਹਦੀ ਗੱਲ ਹੋ ਰਹੀ ਹੈ। ਨੈਕਸਟ ਮੂਵ ਕਰਦੇ ਹਾਂ ਜੀ ਆਪਾਂ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਵਿਟਾਮਿਨ ਇਜ਼ ਆਲਸੋ ਨੋਨ ਐਜ਼ ਨਾਈਸਾਈਨ ਐਂਡ ਪਲੇ ਅ ਵਾਈਟਲ ਰੋਲ ਇਨ ਮੈਨੀ ਡਾਈਜੈਸਟਿਵ ਟ੍ਰੈਕਟ ਫੰਕਸ਼ਨ। ਕਹਿੰਦਾ ਮਤਲਬ ਕਿਹੜੇ ਵਿਟਾਮਿਨ ਨੂੰ ਨਿਆਸੀਨ ਦੇ ਵਜੋਂ ਜਾਣਿਆ ਜਾਂਦਾ ਤੇ ਜਿਹੜਾ ਕਿ ਪਾਚਨ ਨਾਲੀ ਦੇ ਕਈ ਕਾਰਜਾਂ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਤਾਂ ਵਿਟਾਮਿਨ ਤੇ ਬਹੁਤ ਕੁਐਸਚਨ ਆ ਸਕਦੇ ਆ, ਤੁਹਾਨੂੰ ਪੁੱਛਿਆ ਜਾ ਸਕਦਾ ਰਾਜੇ। ਇਹ ਹੈਗਾ ਜੀ ਵਿਟਾਮਿਨ B3, ਵਿਟਾਮਿਨ B3। ਨੈਕਸਟ ਮੂਵ ਕਰਦੇ ਆ ਆਪਾਂ ਜ਼ੀਰੋ। ਠੀਕ ਹੈ ਜੀ, ਜ਼ੀਰੋਫਥਲੀਮੀਆ। ਜ਼ੀਰੋਫਥਲੀਮੀਆ ਦਾ ਮਤਲਬ ਹੁੰਦਾ ਜਿਵੇਂ ਅੱਖ ਦੇ ਵਿੱਚ ਦੇਖੋ ਰੈਡਨਿਸ਼ ਆ ਜਾਂਦੀ ਹੈ ਸਾਰੀ ਅੱਖ ਦੇ ਵਿੱਚ, ਇਹਨੂੰ ਕਹਿੰਦੇ ਆ ਜ਼ੀਰੋਫਥਲੀਮੀਆ। ਇਹ ਹੁਣ ਦੇਖੋ ਜਿੰਨੇ ਵੀ ਤੁਹਾਨੂੰ ਇੱਕ ਟੈਕਟ ਦੱਸ ਦਿੰਦਾ ਅੱਖਾਂ ਦੇ ਰਿਲੇਟਿਡ, ਵਿਜ਼ਨ ਦੇ ਰਿਲੇਟਿਡ, ਬਲਾਈਂਡਨੈਸ ਦੇ ਰਿਲੇਟਿਡ, ਕਿ ਤੁਹਾਨੂੰ ਪੁੱਛੂਗਾ ਵੀ ਕਿਹਦੀ ਘਾਟ ਕਾਰਨ ਹੁੰਦਾ, ਅੱਖਾਂ ਬੰਦ ਕਰਕੇ ਵਿਟਾਮਿਨ ਏ ਲਾ ਦਿਓ, ਤੁਹਾਡਾ ਆਨਸਰ ਸਹੀ ਆਊਗਾ। ਕਿਉਂਕਿ ਅੱਖਾਂ ਦੇ ਨਾਲ ਜਿਹੜੀਆਂ 99.9% ਪ੍ਰੋਬਲਮ ਹੁੰਦੀਆਂ ਵਿਟਾਮਿਨ ਏ ਦੀ ਕਮੀ ਕਰਕੇ ਹੁੰਦੀਆਂ। ਠੀਕ ਹੈ, ਜੇ ਨਾ ਐਗਜ਼ਾਮ 'ਚ ਆਉਂਦਾ ਹੋਵੇ ਤਾਂ ਤੁਸੀਂ ਵਿਟਾਮਿਨ ਏ ਲਾ ਸਕਦੇ ਹੋ, ਕੋਈ ਚੱਕਰ ਨਹੀਂ ਹੈਗਾ। ਕੁਐਸਚਨ ਆਉਂਦਾ ਹੁੰਦਾ ਅੰਧਰਾਤੇ ਦਾ ਕਾਰਨ ਕੀ ਹੈ, ਵਿਟਾਮਿਨ ਏ ਦੀ ਕਮੀ। ਠੀਕ ਹੈ, ਨਾਈਟ ਬਲਾਈਂਡਨੈਸ ਦਾ ਕਾਰਨ ਕੀ ਹੈ, ਵਿਟਾਮਿਨ ਏ ਦੀ ਕਮੀ। ਤਾਂ ਕਹਿਣ ਦਾ ਮਤਲਬ ਅੱਖਾਂ ਦੇ ਨਾਲ ਰਿਲੇਟਿਡ ਜੋ ਵੀ ਆ ਗਿਆ ਵਿਟਾਮਿਨ ਏ ਲਾ ਦਿਓ। ਅੱਗੇ ਆ ਗਿਆ ਜੀ ਹਾਊ ਮੈਨੀ ਟਾਈਪ ਆਫ ਐਂਟੀਬਾਡੀਜ਼। ਠੀਕ ਹੈ ਜੀ, ਐਂਟੀਬਾਡੀਜ਼ ਪ੍ਰੈਜ਼ੈਂਟ ਕਿੰਨੇ ਹੁੰਦੇ ਆਪਣੀ ਬੋਡੀ ਦੇ ਵਿੱਚ ਰਾਜੇ, ਇਹਦੀ ਸੰਖਿਆ ਪੁੱਛੀ ਹੈ। ਤਾਂ ਸੰਖਿਆ ਹੈਗੀ ਰਾਜੇ ਦੀ 5। ਹੁਣ ਮੈਂ 5 ਦੇ ਨਾਮ ਚਲੋ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ। ਆ ਦੇਖੋ ਜੀ, ਇੱਕ ਹੁੰਦਾ ਜੀ IgG, IgM, IgA, IgD, IgE। ਠੀਕ ਹੈ ਜੀ, ਤਾਂ ਇਹ ਇਹਨਾਂ ਦੇ ਹਰੇਕ ਦੇ ਐਂਟੀਬਾਡੀਜ਼ ਦੇ ਆਪਣੇ ਆਪਣੇ ਫੰਕਸ਼ਨ ਹੁੰਦੇ ਆ। ਠੀਕ ਹੈ ਜੀ, ਇਹ ਆਪਾਂ ਨੂੰ ਬਿਮਾਰੀਆਂ ਨਾਲ ਲੜਨ ਵਾਸਤੇ ਜਾਂ ਕਹਿ ਲਓ ਜਾਂ ਜਿਵੇਂ ਮਤਲਬ ਕਿ ਪ੍ਰੋਵਾਈਡ ਕਰਦੇ ਆ, ਸ਼ਕਤੀ ਪ੍ਰੋਵਾਈਡ ਕਰਦੇ ਆ। ਠੀਕ ਹੈ, ਬਾਕੀ ਇਹਨੂੰ ਡਿਟੇਲ 'ਚ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਇਹਨਾਂ ਡਿਟੇਲ 'ਚ ਨਹੀਂ ਪੁੱਛਿਆ ਜਾਊਗਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਡਿਸਆਰਡਰ ਰਿਲੇਟਿਡ ਟੂ ਦਾ ਨਿਊਟ੍ਰੀਸ਼ਨ ਇਜ਼ ਆਲਸੋ ਨੋਨ ਐਜ਼। ਬਹੁਤ ਇੰਪੋਰਟੈਂਟ ਹੈ ਵੀ ਜੇ ਤੁਹਾਡੇ ਪੋਸ਼ਣ ਸੰਬੰਧੀ ਵਿਕਾਰ, ਪੋਸ਼ਣ ਸੰਬੰਧੀ ਵਿਕਾਰ ਕਹਿ ਲਓ ਜਾਂ ਵਿਗਾੜ ਕਹਿ ਲਓ, ਤਾਂ ਮਤਲਬ ਕੀ ਹੁੰਦਾ, ਮਾਲ ਨਿਊਟ੍ਰੀਸ਼ਨ, ਜਿਹਨੂੰ ਆਪਾਂ ਕਹਿ ਦਿੰਦੇ ਆ ਕੁਪੋਸ਼ਣ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ, ਕੁਪੋਸ਼ਣ ਕਹਿ ਦਿੰਦੇ ਆ, ਕੁਪੋਸ਼ਣ। ਠੀਕ ਹੈ, ਕਹਿਣ ਦਾ ਮਤਲਬ ਪ੍ਰੋਪਰ ਆਪਾਂ ਨੂੰ ਖੁਰਾਕ ਨਹੀਂ ਮਿਲੀ। ਆ ਦੇਖੋ ਜਿਵੇਂ ਇੱਕ ਬੱਚਾ ਵਿਚਾਰਾ ਦੇਖੋ ਇਹਦੀ ਸਿਹਤ ਠੀਕ ਨਹੀਂ ਹੈਗੀ, ਗਰੀਬੀ ਦੇ ਕਾਰਨ ਹੋ ਸਕਦਾ ਹੈ ਜਾਂ ਲੈਕ ਆਫ ਨੌਲੇਜ ਹੋ ਸਕਦਾ ਹੈ ਕਿ ਪ੍ਰੋਪਰ ਇਹਨੂੰ ਡਾਈਟ ਨਹੀਂ ਮਿਲੇਗੀ, ਇਹਨੂੰ ਕਹਿ ਦਿੰਦੇ ਆ ਕੁਪੋਸ਼ਣ ਕਹਿ ਦਿੰਦੇ ਆ। ਠੀਕ ਹੈ, ਨੈਕਸਟ ਆਪਾਂ ਗੱਲ ਕਰਦੇ ਹਾਂ ਜੀ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਆਬਜੈਕਟਿਵ ਆਫ ਦਾ ECCE। ਹੁਣ ਦੇਖੋ ECCE ਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਊਗੀ, अर्ਲੀ ਚਾਈਲਡ ਕੇਅਰ ਐਜੂਕੇਸ਼ਨ। ਠੀਕ ਹੈ ਜੀ, ਇਹਦਾ ਉਦੇਸ਼ ਕਿਹੜਾ ਨਹੀਂ ਹੈਗਾ, ਧਿਆਨ ਨਾਲ ਦੇਖੋ। ਨਹੀਂ ਤੇ ਪੁੱਛਿਆ ਜਾ ਸਕਦਾ, ਹਾਂ ਵੀ ਪੁੱਛਿਆ ਜਾ ਸਕਦਾ। ਤਾਂ ਹੁਣ ਦੇਖੋ ਡਿਵੈਲਪਿੰਗ ਏ ਗੁੱਡ ਹੈਲਥ, ਇਹਦਾ ਉਦੇਸ਼ ਹੈਗਾ ਜੀ। ਡਿਵੈਲਪਿੰਗ ਏ ਗੁੱਡ ਹੈਬਿਟ, ਇਹ ਵੀ ਇਹਦਾ ਉਦੇਸ਼ ਹੈ। ਡਿਵੈਲਪਿੰਗ ਲੀਡਰਸ਼ਿਪ, ਲੀਡਰਸ਼ਿਪ ਜੇ ਬੱਚਿਆਂ ਦੇ ਵਿੱਚ ਲੀਡਰਸ਼ਿਪ ਹੋਊਗੀ ਤਾਂ ਹੀ ਉਹ ਕਾਮਯਾਬ ਹੋਣਗੇ। ਬਟ ਡਿਵੈਲਪਿੰਗ ਏ ਮਸਕੂਲਰ ਕੋਆਰਡੀਨੇਸ਼ਨ, ਮਤਲਬ ਕਿ ਤੁਹਾਡੇ ਸਰੀਰ ਦੇ ਜਿਹੜੇ ਅੰਗ ਹੈਗੇ ਆ ਜਾਂ ਮਸਲ ਹੈਗੇ ਉਹਨਾਂ ਦਾ ਤਾਲਮੇਲ ਬਿਠਾਉਣਾ, ਇਹ ਇਹਦਾ ਕੰਮ ਨਹੀਂ ਹੈਗਾ, ਇਹ ਦਾ ਕੰਮ ਨਹੀਂ ਹੈਗਾ। ਨਹੀਂ ਪੁੱਛਿਆ ਸੀਗਾ, B ਆਂਸਰ ਆ ਜਾਊਗਾ। ਅੱਗੇ ਗੱਲ ਕਰਦੇ ਆ ਜੀ। ਕਹਿੰਦਾ ਚਾਈਲਡ ਡਿਵੈਲਪਮੈਂਟ ਫॉर ਦਾ अर्ਲੀ ਚਾਈਲਡਹੁੱਡ ਸਟੱਡੀਜ਼ ਵਾਸ ਫਸਟ ਪਬਲਿਸ਼ਡ ਇਨ। ਇੱਥੇ ਗੱਲ ਸਟੱਡੀ ਸਟਾਰਟ ਹੋਣ ਦੀ ਨਹੀਂ ਹੋ ਰਹੀ, ਉਹਦੇ ਰਿਗਾਰਡਿੰਗ ਕੋਈ ਆਰਟੀਕਲ ਕਹਿ ਲਓ, ਕੋਈ ਬੁੱਕ ਕਹਿ ਲਓ, ਕੋਈ ਕੁਝ ਵੀ ਕਹਿ ਲਓ ਵੀ ਕੋਈ ਚੀਜ਼ ਛਪੀ ਸੀਗੀ, ਉਹ ਪਹਿਲੀ ਵਾਰੀ ਕਦੋਂ ਛਪੀ ਸੀ ਜਾਂ ਕਦੋਂ ਪ੍ਰਕਾਸ਼ਿਤ ਕੀਤਾ ਗਿਆ, ਚਾਹੇ ਕੋਈ ਰਸਾਲਾ ਹੈ ਚਾਹੇ ਕੋਈ ਮੈਗਜ਼ੀਨ ਹੈ। ਇੱਥੇ ਗੱਲ ਇਹ ਹੋ ਰਹੀ ਹੈ, ਬੱਚੇ ਇੱਥੇ ਕਨਫਿਊਜ਼ ਹੋ ਜਾਂਦੇ ਆ। ਤਾਂ 1895 ਵਿੱਚ ਇਹ ਗੱਲ ਹੋਈ ਸੀ ਪਹਿਲੀ ਵਾਰੀ ਕਿ अर्ਲੀ ਚਾਈਲਡਹੁੱਡ ਐਜੂਕੇਸ਼ਨ ਹੋਣੀ ਜ਼ਰੂਰੀ ਹੈ। ਤਾਂ 1895 ਚ ਇਹ ਗੱਲ ਹੋਈ ਸੀ ਭਾਈ, ਇਹਨੂੰ ਯਾਦ ਰੱਖ ਲਿਓ, ਸਿੰਪਲ। ਨੈਕਸਟ ਗੱਲ ਕਰਦੇ ਹਾਂ ਜੀ ਕਿੰਡਰਗਾਰਟਨ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ। ਕਿੰਡਰਗਾਰਟਨ ਕਿਹਨੇ ਫਾਊਂਡ ਕੀਤਾ ਸੀ? ਕਿੰਡਰਗਾਰਟਨ ਅੱਜ ਕੱਲ ਇੱਕ ਵਰਡ, ਮਤਲਬ ਕਿੰਡਰਗਾਰਟਨ ਦਾ ਮਤਲਬ ਹੁੰਦਾ ਕ੍ਰੈਚ ਜਾਂ ਪ੍ਰਾਇਮਰੀ ਐਜੂਕੇਸ਼ਨ ਜਾਂ अर्ਲੀ ਪ੍ਰਾਇਮਰੀ ਐਜੂਕੇਸ਼ਨ ਕਹਿ ਸਕਦੇ ਆ ਆਪਾਂ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਕਹਿ ਸਕਦੇ ਆ। ਤਾਂ ਕਿੰਡਰਗਾਰਟਨ ਅੱਜ ਕੱਲ ਇੱਕ ਵਰਡ ਬਣ ਗਿਆ। ਠੀਕ ਹੈ, ਇੱਕ ਮਤਲਬ ਉਹ ਫਰੈਂਚਾਈਜ਼ ਬਣ ਗਈ ਹੈ। ਇਹਨੂੰ ਕਿਹਨੇ ਸਥਾਪਿਤ ਕੀਤਾ ਸੀ ਬੇਟੇ? ਇਹਨੂੰ ਸਥਾਪਿਤ ਕੀਤਾ ਸੀਗਾ, ਵੈਸੇ ਇਹਦੇ ਨਾਲ ਦੋ ਨਾਮ ਮਿਲਦੇ ਆ, ਮੈਰੀਆ ਮੌਂਟਰੇਸ ਤੇ ਫੋਰਬਲ। ਤਾਂ ਪਰ ਜਿਹਨੂੰ ਫਾਈਂਡ ਆਊਟ ਕੀਤਾ ਸੀਗਾ, ਜਿਹਨੇ ਇਹਨੂੰ ਸਥਾਪਿਤ ਕੀਤਾ ਸੀਗਾ, ਉਹ ਫਰੋਬਲ ਸੀਗਾ। ਫਰੋਬਲ ਇਹਦਾ ਪੂਰਾ ਨਾਮ ਸੀਗਾ ਫੈਡਰਿਕ। ਕੀ ਸੀਗਾ ਇਹਦਾ ਨਾਮ ਪੂਰਾ? ਫੈਡਰਿਕ ਫਰੋਬਲ। ਠੀਕ ਹੈ ਜੀ, ਇਹ ਯਾਦ ਰੱਖਣਾ ਤੁਸੀਂ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਇਹ ਬੰਦਾ ਸੀਗਾ
ठीक है जी, किंडरगार्टन का संस्थापक। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਲੇਟਰ ਚਾਈਲਡਹੁੱਡ ਇਜ਼ ਆਲਸੋ ਨੋਨ ਐਜ਼, ਬਚਪਨ ਤੋਂ ਬਾਅਦ ਕਹਿੰਦਾ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। ਇੱਥੇ ਬੜੀ ਕਨਫਿਊਜ਼ਨ ਹੈ, ਬੜੀਆਂ ਮੇਰੀਆਂ ਭੈਣਾਂ ਨੇ ਮੈਨੂੰ ਮੈਸੇਜ ਕੀਤੇ ਆ, ਬਟ ਚੁੱਪ ਕਰਕੇ ਅੱਖਾਂ ਬੰਦ ਕਰਕੇ ਤੁਹਾਨੂੰ ਮੈਂ ਦੱਸ ਦਿੰਦਾ, 4-5 ਨਾਮ ਨੇ, 4-5 ਨਾਮ ਯਾਦ ਰੱਖ ਲਿਓ। ਇਹਨੂੰ ਕਹਿ ਦਿੰਦੇ ਆ ਗੈਂਗ ਏਜ। ਕੀ ਕਹਿ ਦਿੰਦੇ ਆ? ਗੈਂਗ ਏਜ ਕਹਿ ਦਿੰਦੇ ਆ। ਬਟ ਇਹਦੇ ਨਾਲ ਰਿਲੇਟਡ ਤੁਹਾਨੂੰ ਮੈਂ ਦੱਸ ਦਿੰਦਾ, ਇਹਨੂੰ ਗੈਂਗ ਏਜ ਵੀ ਕਹਿ ਦਿੰਦੇ ਆ। ਠੀਕ ਹੈ ਜੀ, ਇਸ ਤੋਂ ਇਲਾਵਾ ਇਹਨੂੰ ਕੀ ਕਹਿ ਦਿੰਦੇ ਆ? ਸਕੂਲ ਏਜ। ठीक है जी, ट्रबलसम एज, गैंग एज, प्ले एज, सारा कुछ कह देंगे है। ये 7 ਤੋਂ 12 साल हुण देखो पीरियड भी वैरी करता है, बट तुसीं याद रख लियो 7 ਤੋਂ 12 साल एथेंटिकेट जा लगदा मैनू, इहनूं याद रख लियो। ठीक है जी, इस तो इलावा देखो आ तां तुसीं देखिया ही होया राजे। ठीक है जी, इन्फेंसी, चाइल्डहुड, एडोलेसेंस, अडल्टहुड, ये चलो मैं अगे जाके क्वेश्चन करवाऊंगा। ठीक है जी, हुण गैंग एज हो गया, ट्रबल सम एज, गैंग एज, प्ले एज, स्कूल एज, जो मर्जी लिख लो। ये थोड़ा आंसर वैसे गैंग एज वाला ही क्वेश्चन पाउणगे ਉਹ, ਮੈਨੂੰ ਜਿੱਥੇ ਤੱਕ ਲੱਗਦਾ ਹੈ, ਕਿਉਂਕਿ ਇੱਕ ਨਵਾਂ ਵਰਡ ਹੈ, ਤੁਸੀਂ ਸੁਣਿਆ ਨਹੀਂ ਹੋਊਗਾ, ਤਾਂ ਐਗਜ਼ਾਮੀਨਰ ਹਮੇਸ਼ਾ ਤੁਹਾਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਅੱਗੇ ਆ ਗਿਆ ਜੀ, ਕਹਿੰਦਾ ਫਰੋਬਲ ਕਾਲਡ ਹੀ ਸਕੂਲ ਕਿੰਡਰਗਾਰਟਨ ਵਾਈਲ ਐਜ਼ ਏ ਮੌਂਟੇਰਸ। ਤੁਹਾਨੂੰ ਮੈਂ ਦੱਸਿਆ ਵੀ ਫਰੋਬਲ ਨੇ ਤਾਂ ਫਾਈਂਡ ਆਊਟ ਕੀਤਾ ਸੀ ਜਾਂ ਸਥਾਪਿਤ ਕੀਤਾ ਸੀ, ਬਟ ਮੌਂਟੇਰਸ ਨੇ ਉਹਨੂੰ ਕੀ ਰੀਨੇਮ ਵੀ ਕੀਤਾ ਹੋਇਆ ਸਕੂਲ ਨੂੰ। ਠੀਕ ਹੈ ਜੀ, ਉਹਨੇ ਆਪਣੇ ਸਕੂਲ ਨੂੰ ਕੀ ਬੁਲਾਇਆ? ਉਹਨੇ ਸਕੂਲ ਨੂੰ ਬੁਲਾਇਆ ਚਿਲਡਰਨ ਸਕੂਲ, ਬੱਚਿਆਂ ਦਾ ਸਕੂਲ, ਬੱਚਿਆਂ ਦਾ ਗਾਰਡਨ। ਬੱਚਿਆਂ ਦਾ ਗਾਰਡਨ ਕਿਉਂ ਕਿਹਾ? ਕਿ ਬੱਚੇ ਹੁੰਦੇ ਫੁੱਲਾਂ ਵਰਗੇ ਕੋਮਲ। ਆਪਾਂ ਗਾਰਡਨ ਦੇ ਵਿੱਚ ਦੇਖਦੇ ਆ ਨਾ, ਫੁੱਲ ਦੇਖਦੇ ਆ ਕਿੰਨੇ ਸੋਹਣੇ ਲੱਗਦੇ ਆ, ਤਾਂ ਇੱਕ ਵਿਹੜੇ ਵਿੱਚ ਦੇਖੋ 100 ਬੱਚਾ ਫਿਰਦਾ, ਆਪਾਂ ਨੂੰ ਕਿੰਨਾ ਸੋਹਣਾ ਲੱਗੂਗਾ। ਘਰ ਦੇ ਵਿੱਚ ਇੱਕ ਬੱਚਾ ਹੀ ਬਹੁਤ ਸੋਹਣਾ ਲੱਗਦਾ ਹੈ, ਪਰ ਇੱਕ ਵਿਹੜੇ ਵਿੱਚ 100 ਬੱਚਾ ਫਿਰਦਾ, ਉਹ ਵੀ ਸੋਹਣਾ ਲੱਗੂਗਾ। ਦ ਚਿਲਡਰਨ ਸੁਸਾਇਟੀ, ਚਿਲਡਰਨ ਦਾ ਕੀ ਹੈ? ਭਾਈਚਾਰਾ, ਸੁਸਾਇਟੀ। ਤਾਂ ਸਾਰੇ ਹੀ ਨਾਮ ਦਿੱਤੇ ਗਏ ਆ, ਇਹ ਕਿਹਨੇ? ਮੌਂਟੇਰਸ ਨੇ ਦਿੱਤੇ ਸੀਗੇ ਨਾਮ। ਠੀਕ ਹੈ, ਇੱਕ ਸੈਕਿੰਡ, ਮੈਂ ਮਾੜੀ ਜੀ ਅੱਜ ਲਾਈਟ ਦੀ ਬਹੁਤ ਪ੍ਰੋਬਲਮ ਹੈ, ਮੈਂ ਚੈੱਕ ਕਰਨਾ ਰਿਕਾਰਡਿੰਗ ਚੱਲਦੀ ਹੈ। परमात्मा की कृपा, क्योंकि पहले मैं की थोड़ी रिकॉर्डिंग, मैं कला ही बोली गया, रिकॉर्डिंग हो ही नहीं। चलो कोई गल नहीं। नैशनल पॉलिसी फॉर द चिल्ड्रन वाज लॉन्च्ड इन द ईयर, बच्चों वास्ते राष्ट्रीय नीति कदों किहड़े साल च शुरू की गई? बहुत सौखा क्वेश्चन है, बस याद ही रखना। 1974 ਦੇ ਵਿੱਚ शुरू की गई, बस ये स्टैटिक फैक्ट है, तुसीं याद रखना है। नैक्सट आपां गल करदे हां जी ICDS, वेरी इंपोर्टेंट क्वेश्चन, कदों लॉन्च किया गया? ਇਹਦੀ फुल फॉर्म ਤੁਸੀਂ ਮੈਨੂੰ कमेंट करनी है, बाकी अगे भी मैं करवा दूंगा। ਤੁਸੀਂ ਪਹਿਲਾਂ कमेंट करनी है, वीडियो ਨੂੰ पॉज करके कमेंट करनी है, बाद जो क्वेश्चन आऊगा ਤੁਸੀਂ क्रॉस चेक करना भी ਤੁਸੀਂ ਜੋ कमेंट ਕੀਤਾ ठीक है कि गलत है। जे ठीक नहीं हैगा तो ठीक कर लियो, जे ठीक हैगा तो अपने आप ਨੂੰ शाबाश दे लियो, 1 नंबर ਤੁਹਾਡਾ पक्का। अच्छा जी, ICDS ਜਿਹੜੀ ਹੈਗੀ ਹੈ, ਇਹ ਸੈਂਟਰ ਸਪਾਂਸਰਡ ਹੈ ਸਕੀਮ ਹੈ, बट स्टेट ਦੇ ਹਰੇਕ स्टेट ਦੇ ਵਿੱਚ लागू ਕੀਤੀ ਗਈ ਹੈ आंगनवाड़ी वास्ते। ठीक है जी, ICDS ਦੀ ਜਿਹੜੀ लॉन्च डेट हैगी है, ਇਹ ਕਦੋਂ ਹੈਗੀ ਹੈ? डायरैक्ट डेट भी पूछ सकता है नाल, ठीक है जी, मंथ भी पूछ सकता है, तब मैं दोनों ही लिखते हैं, कोई चक्कर नहीं हैगा। 1975 है राजे, दे नाल 2 अक्तूबर। ठीक है जी, 2 अक्तूबर ਨੂੰ ਕੀ ਹੁੰਦੀ ਹੈ? गांधी जयंती। ठीक है जी, अगे गल करते हैं जी, when was the first time NP was launched? ठीक है जी, introduced in India। ठीक है जी, NPE की है जी, ਤੁਹਾਨੂੰ पता ही होगा, जे नहीं पता तो नेशनल पॉलिसी ऑन एजुकेशन, नेशनल पॉलिसी ऑन एजुकेशन। ठीक है जी, ये याद रख लो, NPE पहली बारी कदों पेश हुई है जी? NPE भारत दे विच दी गल कर रहे हैं, तो 1968 दे विच हुई है पेश। आ देखो अगे मैं करवा ही दिता। चलो कहता जी NP वाज, ठीक है जी, मैं तो पंजाबी पढ़ा देना, क्योंकि पंजाबी पढ़ने वाले ज्यादा, इंग्लिश वाले अपने आप पढ़ लो। कहता जी भारत की सरकार द्वारा 1968 दे विच प्रधानमंत्री इंदिरा गांधी ने, ਤੇ ਦੂਜਾ ਪ੍ਰਧਾਨ ਮੰਤਰੀ ਉਦੋਂ ਬਾਅਦ ਰਾਜੀਵ ਗਾਂਧੀ ਸੀਗਾ 1986 ਦੇ ਵਿੱਚ। ਠੀਕ ਹੈ ਜੀ, ਪਹਿਲਾਂ 1968 ਦੇ ਵਿੱਚ ਇੰਦਰਾ ਗਾਂਧੀ ਨੇ ਲਾਗੂ ਕੀਤੀ ਸੀਗੀ, ਫਿਰ ਦੂਜੀ ਵਾਰੀ ਰਾਜੀਵ ਗਾਂਧੀ ਨੇ ਪੇਸ਼ ਕੀਤੀ 1968 ਦੇ ਵਿੱਚ, 86 ਦੇ ਵਿੱਚ, ਤੇ ਤੀਜੀ ਵਾਰੀ ਨਰਿੰਦਰ ਮੋਦੀ ਨੇ 220 ਦੇ ਵਿੱਚ ਕੀਤੀ ਹੈ 2020। ਠੀਕ ਹੈ, ਤਾਂ ਇਹ 3 ਵਾਰੀ ਮਤਲਬ ਇੰਟਰੋਡਿਊਸ ਹੋਈ ਹੈ, ਮਤਲਬ ਥੋੜੀ ਬਹੁਤੀ ਅਮੈਂਡਮੈਂਟ ਹੁੰਦੀ ਰਹਿੰਦੀ ਹੈ, ਪਾਲਿਸੀ ਲਾਗੂ ਹੁੰਦੀਆਂ ਰਹਿੰਦੀਆਂ। ਤਾਂ ਫਸਟ ਟਾਈਮ ਪੁੱਛ ਲਿਆ, ਫਸਟ ਟਾਈਮ 68 ਦੀ ਗੱਲ ਹੋ ਰਹੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਹੂ ਸੈਡ ਚਿਲਡਰਨ ਡੋਂਟ ਫੇਲ, ਦੇ ਇੰਡੀਕੇਟ ਦਾ ਫੇਲੀਅਰ ਆਫ ਸਕੂਲ। ਕਹਿੰਦਾ ਕਿਹੜੇ ਬੰਦੇ ਨੇ ਕਿਹਾ? ਕਹਿੰਦਾ ਬੱਚੇ ਨਹੀਂ ਫੇਲ ਹੁੰਦੇ, ਇਹ ਬੱਚੇ ਨਹੀਂ ਫੇਲ ਹੁੰਦੇ, ਇਹ ਸਕੂਲ ਦੀ ਅਸਫਲਤਾ ਨੂੰ ਦਰਸਾਉਂਦੇ ਆ। ਕਹਿਣ ਦਾ ਮਤਲਬ ਸਕੂਲ ਦੀ ਮਾੜੀ ਨੀਤੀਆਂ, ਸਕੂਲ ਦੀਆਂ ਕਮੀਆਂ ਕਰਕੇ ਬੱਚੇ ਫੇਲ ਹੁੰਦੇ ਆ। ਇਹ ਕੌਣ ਕਹਿੰਦਾ? ਇਹ ਕੌਣ ਕਹਿੰਦਾ? ਇਹ ਕੋਈ ਬੰਦਾ ਨਹੀਂ ਕਹਿੰਦਾ, ਇੱਕ ਪ੍ਰੋਗਰਾਮ ਹੈ ਉਹ ਕਹਿੰਦਾ। NCF 2005। NCF ਹੈ ਕੀ ਆ? ਨੈਸ਼ਨਲ ਕਰਿਕੂਲਮ। ठीक है जी, फ्रेमवर्क, पॉलिसी कह लो एक तरह की, जो मर्जी कह सकते हैं। ये पॉलिसी कहती है कि जे तुहाडे बच्चे फेल हो रहे भाई, तुहाडे च कमी है, बच्चों की कमी नहीं हैगी, बच्चे तो सीखण दे वास्ते उत्साहित होंदे ने, स्कूल के टीचरां च कमी है, स्कूल की मैनेजमेंट च कमी है। हाँ जी,
ਅਗਲਾ ਕੁਐਸਚਨ ਆ ਗਿਆ, ਕਹਿੰਦਾ ਜੀ ਮੋਂਟੋਰਿਸ ਨੇ ਆਪਣੇ ਸਕੂਲ ਵਿੱਚ ਕਿਸ ਤਰ੍ਹਾਂ ਦਾ ਡਿਸਪਲਿਨ ਮੇਨਟੇਨ ਕੀਤਾ। ਉਹਨੇ ਆਪਣੇ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੀ ਡਿਸਪਲਿਨ ਦੀ ਪਰਿਭਾਸ਼ਾ ਦਿੱਤੀ ਹੈ, ਤਾਂ ਉਹਨਾਂ ਨੇ ਦਿੱਤੀ ਹੈ ਜੀ ਸੈਲਫ ਡਿਸਪਲਿਨ ਦੀ। ਸੈਲਫ ਡਿਸਪਲਿਨ ਕਹਿੰਦੇ, ਕਹਿਣ ਦਾ ਭਾਵ ਡੰਡਾ ਲੈ ਕੇ ਕਿਸੇ ਨੂੰ ਡਿਸਪਲਿਨ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਉਹਨੇ ਪਿਆਰ ਦੇ ਨਾਲ ਹੀ ਸਿਖਾਇਆ ਬੱਚਿਆਂ ਨੂੰ ਕਿ ਜੇ ਬੱਚਾ ਅੰਦਰੋਂ ਤਿਆਰ ਹੈ ਡਿਸਪਲਿਨ ਵਾਸਤੇ ਤਾਂ ਹੀ ਡਿਸਪਲਿਨ ਮੇਨਟੇਨ ਕੀਤਾ ਜਾ ਸਕਦਾ ਹੈ। ਉਹਨੇ ਸੈਲਫ ਡਿਸਪਲਿਨ ਦਾ ਇੱਕ ਦੂਸਰਾ ਨਾਮ ਵੀ ਦਿੱਤਾ ਇਨਰ ਡਿਸਪਲਿਨ। ਕੀ ਦਿੱਤਾ ਹੈਗਾ? ਇਨਰ ਡਿਸਪਲਿਨ। ਠੀਕ ਹੈ ਜੀ, ਇਹ ਮੋਂਟੇਰਿਸ ਕੈਰੀ ਹੈ। ਠੀਕ ਹੈ, ਜਿਹੜੀ ਕਿੰਡਰਗਾਰਟਨ ਦਾ ਜਿਹਨੇ ਆਪਣੇ ਹਿਸਾਬ ਨਾਲ ਕੰਮ ਚਲਾਇਆ ਸੀਗਾ। ਠੀਕ ਹੈ, ਯਾਦ ਰੱਖ ਲਿਓ। ਅੱਗੇ ਗੱਲ ਕਰਦੇ ਹਾਂ ਜੀ ਪ੍ਰਥਮ। ਪ੍ਰਥਮ ਕੀ ਹੈ? ਪ੍ਰਥਮ ਕੀ ਹੈ ਰਾਜੇ? ਕਿਹੜੀ ਸਕੀਮ ਹੈ ਪ੍ਰਥਮ? ਪ੍ਰਥਮ ਸਕੀਮ ਹੈਗੀ ਹੈ ਜੀ NGO ਦੀ ਸਕੀਮ। ਠੀਕ ਹੈ ਜੀ, ਬੱਚਿਆਂ ਦੀ ਪੜ੍ਹਾਈ ਵਾਸਤੇ ਹੈ। NGO ਹੁੰਦੀਆਂ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੁੰਦੀਆਂ ਜਿਹੜੀਆਂ ਮਤਲਬ ਕਿ ਲੋਕਾਂ ਦੇ ਭਲੇ ਵਾਸਤੇ ਚਲਾਈਆਂ ਜਾਂਦੀਆਂ। ਗਵਰਨਮੈਂਟ ਨਹੀਂ ਚਲਾਉਂਦੀ, ਉਹਨਾਂ ਨੂੰ ਭਲੇ ਲੋਕ ਚਲਾਉਂਦੇ ਆ। ਠੀਕ ਹੈ, ਜਿਹੜੇ ਕਿ ਸੇਵਾ ਕਰਨਾ ਚਾਹੁੰਦੇ ਆ। ਮੈਂ ਲਿਖ ਦਿੰਦਾ ਇੱਥੇ ਨਾਨ ਗਵਰਨਮੈਂਟਲ। ਠੀਕ ਹੈ ਜੀ, ਮੈਂ ਪੂਰਾ ਸਪੈਲਿੰਗ ਲਿਖਦਾ ਆਰਗੇਨਾਈਜੇਸ਼ਨ। ਠੀਕ ਹੈ ਜੀ, ਯਾਦ ਰੱਖ ਲਿਓ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਆ ਦੇਖੋ ਲਿਖਿਆ ਹੋਇਆ ਪ੍ਰਥਮ ਇਜ਼ ਵਨ ਆਫ ਦਾ ਲਾਰਜੈਸਟ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ ਇਨ ਇੰਡੀਆ। ਇਟ ਵਾਜ਼ ਕੋ-ਫਾਊਂਡਡ ਬਾय ਦਾ। ਪ੍ਰਥਮ ਨੂੰ ਕਿਹਨੇ ਕੋ-ਫਾਊਂਡ ਕੀਤਾ ਜੀ? ਮਾਧਵ ਚਵਨ ਐਂਡ ਫਰੀਦਾ ਲੈਂਬੇ। ਠੀਕ ਹੈ ਜੀ, ਇਟ ਵਰਕਸ ਟੁਵਰਡ ਦਾ ਪ੍ਰੋਵੀਜ਼ਨ ਆਫ ਦਾ ਕੁਆਲਿਟੀ ਐਜੂਕੇਸ਼ਨ ਟੂ ਦਾ ਅੰਡਰ ਪ੍ਰਿਵਿਲੇਜਡ ਚਿਲਡਰਨ ਇਨ ਇੰਡੀਆ। ਕਹਿਣ ਦਾ ਭਾਵ ਜਿਹੜੀ ਮਤਲਬ ਕਿ ਬਚਪਨ ਦੀ ਸਿੱਖਿਆ ਹੈਗੀ ਆ ਜਿਹੜੀ ਗਰੀਬ ਬੱਚਿਆਂ ਵਾਸਤੇ, ਉਹਨੂੰ ਪ੍ਰਦਾਨ ਕਰਨ ਦਾ ਕੰਮ ਕੀਤਾ। ਕਿਹਨੇ ਕੀਤਾ? ਮਾਧਵ ਚਵਾਨ ਨੇ ਤੇ ਫਰੀਦਾ ਲਾਂਬੇ ਨੇ। ਠੀਕ ਹੈ, ਇਹ ਯਾਦ ਰੱਖ ਲਿਓ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਅਰਲੀ ਚਾਈਲਡਹੁੱਡ ਐਜੂਕੇਸ਼ਨ। ਠੀਕ ਹੈ, ਇਹਨੂੰ ਕੌਣ ਪ੍ਰਭਾਸ਼ਿਤ ਕਰਦਾ ਹੈ? ਪ੍ਰਾਇਮਰੀ ਐਜੂਕੇਸ਼ਨ, ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਬੋਥ A and B ਐਂਡ ਸੈਕੰਡਰੀ ਐਜੂਕੇਸ਼ਨ। ਇਹ ਬਹੁਤ ਸੌਖਾ ਕੁਐਸਚਨ ਹੈ, ਤੁਸੀਂ ਇਹਦਾ ਆਨਸਰ ਲਗਾ ਸਕਦੇ ਹੋ, ਹਨਾ। ਇਹ ਦੋਨਾਂ ਨੂੰ ਕਰਦਾ, ਪ੍ਰਾਇਮਰੀ ਐਜੂਕੇਸ਼ਨ ਕਹਿ ਲਓ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਕਹਿ ਲਓ, ਦੋਨੇ ਇਹਦੇ ਨਾਮ ਨੇ ਜਾਂ ਇਹਨੂੰ ਕੀ ਕਰਦੇ ਨੇ? ਡਿਫਾਈਨ ਕਰਦੇ ਨੇ। ਅੱਗੇ ਕਹਿੰਦਾ ਜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਇਜ਼ ਦਾ ਐਜੂਕੇਸ਼ਨ ਦੈਟ ਏ ਚਾਈਲਡ ਰਿਸੀਵ। ਪ੍ਰੀ ਪ੍ਰਾਇਮਰੀ, ਪ੍ਰੀ ਦਾ ਮਤਲਬ ਹੁੰਦਾ ਪਹਿਲਾਂ, ਪ੍ਰੀ ਦਾ ਮਤਲਬ ਹੀ ਪਹਿਲਾਂ ਹੁੰਦਾ। ਤਾਂ ਪ੍ਰਾਇਮਰੀ ਮਤਲਬ ਐਜੂਕੇਸ਼ਨ ਕਿਦੋਂ ਸਟਾਰਟ ਹੁੰਦੀ ਹੈ? ਪਹਿਲੀ ਤੋਂ ਲੈ ਕੇ ਪੰਜਵੀਂ ਤੱਕ। ਤਾਂ ਪਹਿਲੀ ਤੋਂ ਪਹਿਲਾਂ ਜਿਹੜੀ ਐਜੂਕੇਸ਼ਨ ਆਪਾਂ ਲੈਂਦੇ ਆ। ਠੀਕ ਹੈ ਜੀ, ਬਿਫੋਰ ਐਂਟਰਿੰਗ ਦਾ ਸਕੂਲ। ਠੀਕ ਹੈ ਜੀ, ਬਿਫੋਰ ਐਂਟਰਿੰਗ ਦਾ ਸਕੂਲ ਜਿਹੜੀ ਆਪਾਂ ਐਜੂਕੇਸ਼ਨ ਲੈਂਦੇ ਆ, ਚਾਹੇ ਕ੍ਰੈਚ ਚ ਲਈਏ ਚਾਹੇ ਕਿੰਡਰਗਾਰਟਨ ਕਹਿ ਲਓ। ਠੀਕ ਹੈ, ਉਹਨੂੰ ਕਹਿ ਦਿੰਦੇ ਆ ਪ੍ਰੀ ਪ੍ਰਾਇਮਰੀ ਐਜੂਕੇਸ਼ਨ। ਅੱਗੇ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਪਰਸਨ ਐਕਟ ਐਜ਼ ਏ ਰਿਸੋਰਸ ਪਰਸਨ ਫॉर ਦਾ ਟ੍ਰੇਨਿੰਗ ਆਫ ਆਸ਼ਾ। ਠੀਕ ਹੈ ਜੀ, ਇਹ ਲਿਖਿਆ ਵਿੱਚ ਕਿਹੜਾ ਕਰਮਚਾਰੀ ਆਸ਼ਾ ਦੀ ਸਿਖਲਾਈ ਲਈ ਇੱਕ ਸਰੋਤ ਵਜੋਂ ਕੰਮ ਕਰਦਾ? ਠੀਕ ਹੈ ਜੀ, ਹੁਣ ਆਸ਼ਾ ਦੀ ਫੁੱਲ ਫਾਰਮ ਕੀ ਹੈ ਇਹ ਮੈਂ ਅੱਗੇ ਜਾ ਕੇ ਕਰਵਾਉਣਾ ਤੁਹਾਨੂੰ, ਜੇ ਪਤਾ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ। ਤਾਂ ਕਿਹੜਾ ਬੰਦਾ ਉਹਦੇ ਵਿਚਕਾਰ ਵਿਚੋਲੇ ਦਾ ਕੰਮ ਕਰਦਾ ਹੈ? ਠੀਕ ਹੈ ਜੀ, ਵਿਚੋਲੇ ਦਾ ਕੰਮ ਕਰਦਾ ਹੈ। ਤਾਂ ਇਹ ਕੰਮ ਕਰਦੇ ਜੀ ਦੋ ਬੰਦੇ। ਠੀਕ ਹੈ ਜੀ, A and C, ANM ਤੇ ਆਂਗਣਵਾੜੀ ਵਰਕਰ। ANM ਕੀ ਹੁੰਦਾ ਜੀ? ਆਕਸਿਲਰੀ। ਠੀਕ ਹੈ ਜੀ, ਯਾਦ ਰੱਖ ਲਿਓ, ਨਰਸ ਮਿਡਵਾਈਫਰੀ। ਠੀਕ ਹੈ ਜੀ, ਇਹ ਦੀ ਫੁੱਲ ਫਾਰਮ ਹੈ ਭਾਈ ANM ਦੀ। ਅੱਗੇ ਆਪਾਂ ਗੱਲ ਕਰਦੇ ਹਾਂ ਜੀ the health person which act as a link between ANM and ਆਂਗਣਵਾੜੀ ਵਰਕਰ। ਹੁਣ ਗੱਲ ਆ ਗਈ ਜੀ। ਠੀਕ ਹੈ ਜੀ, ਹੁਣ ਇਹ ਕਈ ਕਹਿੰਦਾ ਜੀ ਆਪਾਂ ਗੱਲ ਕਰਦੇ ਹਾਂ ਹੁਣ ਪਿਛਲਾ ਕੁਐਸਚਨ ਤੇ ਇਹ ਕੁਐਸਚਨ ਦੇ ਵਿੱਚ ਫਰਕ ਹੈ। ਪਿਛਲੇ ਕੁਐਸਚਨ ਤੇ ਇਸ ਕੁਐਸਚਨ ਦੇ ਵਿੱਚ ਫਰਕ ਹੈ। ਹੁਣ ਗੱਲ ਆ ਗਈ ਆ ਵੀ ਜਿਹੜਾ ਲਿੰਕ ਬਿਟਵੀਨ ANM ਤੇ ਆਂਗਣਵਾੜੀ ਵਰਕਰ ਦੇ ਵਿਚਕਾਰ ਜਿਹੜਾ ਬੰਦਾ ਕੰਮ ਕਰਦਾ ਉਹ ਆਸ਼ਾ ਵਰਕਰ ਕਰਦੀ ਹੈ ਭਾਈ। ਕੌਣ ਕਰਦੀ ਆ? ਆਸ਼ਾ ਵਰਕਰ। ਆਸ਼ਾ ਦੀ ਫੁੱਲ ਫਾਰਮ ਬਹੁਤ ਆਈ ਸੀਗੀ ਆਪਣੇ, ਇਹ ਆਪਣਾ ਵਾਰ ਟੈਂਟ ਦਾ ਪੇਪਰ ਹੋਇਆ ਸੀਗਾ, ਉਹ ਸਾਇੰਸ ਨਾਲ ਰਿਲੇਟਡ ਸੀਗਾ, ਉਹਦੇ ਵਿੱਚ ਪੁੱਛਿਆ ਗਿਆ ਸੀਗਾ ਐਕਰੀਡੇਟਿਡ। ਠੀਕ ਹੈ ਜੀ, ਐਕਰੀਡੇਟਿਡ ਸੋਸ਼ਲ ਹੈਲਥ ਐਕਟਿਵਿਸਟ ਵਰਕਰ। ਠੀਕ ਹੈ, ਯਾਦ ਰੱਖ ਲਿਓ, ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਅੱਗੇ ਆ ਗਿਆ ਜੀ ਨੈਸ਼ਨਲ ਰੂਰਲ ਹੈਲਥ ਮਿਸ਼ਨ। ਇਹਦੇ ਤੇ ਬਹੁਤ ਕਨਫਿਊਜ਼ਨ ਹੈ, ਚਿੰਤਾ ਨਾ ਕਰੋ, ਐਂਡ ਦੇ ਵਿੱਚ ਮੈਂ ਤੁਹਾਨੂੰ ਦੱਸਤਾ ਵੀ ਪਹਿਲਾਂ ਨੈਸ਼ਨਲ ਹੈਲਥ ਰੂਰਲ ਹੈਲਥ ਮਿਸ਼ਨ ਆਇਆ, ਫਿਰ ਉਹਨੂੰ ਮਰਜ ਕਰਤਾ, ਫਿਰ ਅਰਬਨ ਬਣਾਤਾ, ਕਿਵੇਂ ਹੋਇਆ ਸਭ ਕੁਝ ਇਹ ਮੈਂ ਅੱਗੇ ਤੁਹਾਨੂੰ ਚਾਰਟ ਦਿਖਾ ਦੂੰਗਾ। ਫਿਲਹਾਲ ਦੀ ਘੜੀ ਤੁਸੀਂ ਯਾਦ ਕੀ ਰੱਖਣਾ, ਇਹਦਾ ਸੀ ਆਨਸਰ ਆ ਅਪ੍ਰੈਲ 2005 ਦੇ ਵਿੱਚ ਸਟਾਰਟ ਹੋਇਆ ਸੀ। 12 ਅਪ੍ਰੈਲ 2005 ਦੇ ਵਿੱਚ ਸਟਾਰਟ ਕੀਤਾ ਗਿਆ ਸੀ ਇਹ। ਠੀਕ ਹੈ, ਯਾਦ ਰੱਖ ਲਿਓ ਨੈਸ਼ਨਲ ਰੂਰਲ, ਇੱਥੇ ਰੂਰਲ ਵਰਡ ਯਾਦ ਰੱਖਣਾ। ਠੀਕ ਹੈ, ਕੱਲਾ ਨੈਸ਼ਨਲ ਹੈਲਥ ਮਿਸ਼ਨ ਬਾਅਦ ਦੇ ਵਿੱਚ ਮਰਜ ਕੀਤਾ ਗਿਆ ਸੀਗਾ, ਪਹਿਲਾਂ ਨੈਸ਼ਨਲ ਰੂਰਲ ਹੈਲਥ ਮਿਸ਼ਨ ਆਇਆ ਸੀਗਾ, ਇਹ ਯਾਦ ਰੱਖ ਲਿਓ। ਅੱਗੇ ਆ ਗਿਆ ਜੀ ਵਿਚ ਨਿਊਟ੍ਰੀਐਂਟ ਪਲੇ ਐਨ ਇੰਪੋਰਟੈਂਟ ਰੋਲ ਇਨ ਦਾ ਬਲੱਡ ਕਲੌਟਿੰਗ। ਠੀਕ ਹੈ, ਹੁਣ ਜੇ ਬਲੱਡ ਕਲੌਟਿੰਗ ਦੀ ਗੱਲ ਕਰੀਏ ਤਾਂ ਬਲੱਡ ਕਲੌਟਿੰਗ ਵਾਸਤੇ ਜਿਹੜਾ ਵਿਟਾਮਿਨ ਹੁੰਦਾ ਰਾਜੇ ਉਹ K ਹੁੰਦਾ ਹੈ। K ਵਿਟਾਮਿਨ ਕੰਮ ਕਰਦਾ ਜਦੋਂ ਆਪਣੀ ਸੱਟ ਵੱਜਦੀ ਹੈ, ਖੂਨ ਨਿਕਲਦਾ, ਖੂਨ ਜੰਮ ਜਾਂਦਾ ਹੈ ਕੁਝ ਦੇਰ ਬਾਅਦ। ਜੇ ਵਿਟਾਮਿਨ K ਦੀ ਕਮੀ ਹੋਊਗੀ ਖੂਨ ਨਿਕਲ ਹੀ ਜਾਊਗਾ, ਬਹੁਤ ਲੇਟ ਜੰਮੂਗਾ। ਠੀਕ ਹੈ ਜੀ, ਤਾਂ ਹੁਣ ਇੱਥੇ ਗੱਲ ਕਿਹਦੀ ਹੋ ਰਹੀ ਹੈ ਰਾਜੇ? ਇੱਕ ਪੌਸ਼ਟਿਕ ਤੱਤ ਦੀ ਗੱਲ ਹੋ ਰਹੀ ਹੈ। ਤਾਂ ਪੌਸ਼ਟਿਕ ਤੱਤ ਇੱਥੇ ਰਾਜੇ ਕੀ ਹੈ? ਕੈਲਸ਼ੀਅਮ। ਕੀ ਹੈਗਾ ਜੀ? ਕੈਲਸ਼ੀਅਮ। 26 ਦਾ A ਕੁਐਸਚਨ।
ਅੱਗੇ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਐਲੀਮੈਂਟ ਇਜ਼ ਰਿਕੁਆਇਰਡ ਫॉर ਦਾ ਹਾਰਡਨੈਸ ਆਫ ਦਾ ਬੋਨ ਐਂਡ ਟੀਥ। ਆਪਣੀ ਜਿਹੜਾ ਸਖਤਪਨ ਹੁੰਦਾ ਹੱਡੀਆਂ ਦੇ ਵਿੱਚ ਉਹ ਕਿਹਦੇ ਕਰਕੇ ਹੁੰਦਾ ਹੈ? ਜਿਹੜਾ ਆਪਣੇ ਦੰਦਾਂ ਦੇ ਵਿੱਚ ਵੀ ਸਖਤ ਹੁੰਦੇ, ਆਪਣੀ ਹੱਡੀਆਂ ਵੀ ਸਖਤ ਹੁੰਦੀਆਂ ਨੇ, ਤਾਂ ਕਿਹਦੇ ਕਰਕੇ ਹੁੰਦਾ ਰਾਜੇ? ਤਾਂ ਇਹ ਫਾਸਫੋਰਸ ਤੇ ਕੈਲਸ਼ੀਅਮ ਦੋਨਾਂ ਕਰਕੇ ਹੁੰਦਾ ਹੈ। ਹੁਣ ਆਪਸ਼ਨ ਦੇ ਵਿੱਚ ਫਾਸਫੋਰਸ ਪਿਆ, ਜੇ ਕੈਲਸ਼ੀਅਮ ਪਿਆ ਹੋਊਗਾ ਦੋਨੇ ਆਉਣਗੇ, ਬੋਥ ਮਤਲਬ ਦੋਨੇ ਆ ਜਾਣਗੇ। ਤਾਂ ਇੱਥੇ ਬੱਚਿਆਂ ਨੇ ਮੈਨੂੰ ਬਹੁਤ ਕੁਐਸਚਨ ਕੀਤੇ, ਸਰ ਜੀ ਕੈਲਸ਼ੀਅਮ ਕਿਉਂ ਨਹੀਂ ਆਉਂਦਾਗਾ? ਤਾਂ ਕੈਲਸ਼ੀਅਮ ਫਾਸਫੋਰਸ ਦੋਨੇ ਹੀ ਹੁੰਦੇ ਆ ਰਾਜੇ, ਯਾਦ ਰੱਖ ਲਿਓ। ਅੱਗੇ ਆ ਗਿਆ ਜੀ ਵਿਚ ਆਫ ਦਾ ਫੋਲੋਇੰਗ ਇਜ਼ ਰਿਚ ਇਨ ਆਇਰਨ। ਆਇਰਨ ਜਿਹਨੂੰ ਆਪਾਂ ਲੋਹਾ ਕਹਿ ਦਿੰਦੇ ਆ, ਲੋਹਾ, ਠੀਕ ਹੈ ਜੀ। ਆਇਰਨ ਦੇ ਵਿੱਚ ਸਭ ਤੋਂ ਉੱਪਰ ਕੌਣ ਹੁੰਦਾ ਰਾਜੇ? ਸੇਬ ਹੁੰਦਾ, ਸੇਬ। ਤੁਸੀਂ ਘਰਾਂ ਵਿੱਚ ਜੇ ਸੇਬ ਕੱਟ ਕੇ ਵੀ ਰੱਖੋਗੇ, ਦੇਖੋਗੇ ਆ ਐ ਹੋ ਜਾਊਗਾ, ਠੀਕ ਹੈ, ਥੋੜਾ ਜਿਹਾ ਇਸ ਤਰ੍ਹਾਂ ਹੋ ਜਾਊਗਾ, ਜਿਵੇਂ ਆਪਾਂ ਨੂੰ ਲੱਗਦਾ ਮੈਲਾ ਹੋ ਗਿਆ। ਉਹ ਮੈਲਾ ਨਹੀਂ ਹੁੰਦਾ ਭਾਈ, ਉਹ ਆਇਰਨ ਹੁੰਦਾ ਉਹਦੇ ਵਿੱਚ। ਆਇਰਨ ਜ਼ਿਆਦਾ ਹੋਣ ਕਰਕੇ ਉਹ ਇਦਾਂ ਹੋ ਜਾਂਦਾ ਹੈ, ਠੀਕ ਹੈ ਜੀ। ਇਹ ਐਪਲ ਦੇ ਵਿੱਚ ਸਭ ਤੋਂ ਵੱਧ ਹੁੰਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਮਨੁੱਖੀ ਸਰੀਰ ਦੇ ਵਿੱਚ ਕਿੰਨੇ ਕ੍ਰੋਮੋਜ਼ੋਮ ਹੁੰਦੇ ਆ? ਕ੍ਰੋਮੋਜ਼ੋਮ ਰਾਜੇ ਪੇਅਰ ਦੇ ਵਿੱਚ ਹੁੰਦੇ ਆ, ਠੀਕ ਹੈ। 23 ਪੇਅਰ ਹੁੰਦੇ ਆ, ਤੇ ਇਹਨੂੰ 2 ਨਾਲ ਗੁਣਾ ਕਰ ਲਓ, ਠੀਕ ਹੈ ਜੀ। ਇਹਨੂੰ ਕੀ ਕਰ ਲਓ? 2 ਨਾਲ ਗੁਣਾ ਕਰ ਲਓ, ਠੀਕ ਹੈ। ਸੌਰੀ, ਹਾਂ 24 ਹੁੰਦੇ ਆ, 23 ਹੁੰਦੇ ਆ, ਇਹਨੂੰ 2 ਨਾਲ ਗੁਣਾ ਕਰ ਲਓ, ਕਿੰਨੇ ਬਣ ਗਏ ਤੁਹਾਡੇ? 46 ਬਣ ਗਏ। ਕਿੰਨੇ ਬਣ ਗਏ? 46 ਬਣ ਗਏ। ਤਾਂ ਆਨਸਰ ਇਹ ਆ ਗਿਆ। ਹੁਣ ਮੈਂ 46 ਕਰਵਾਇਆ ਹੋਇਆ ਸੀਗਾ, ਵਾਟ ਐਂਡਡ ਤੇ ਆ ਗਿਆ ਉਹਨਾਂ ਨੇ 23। ਉਹ ਬੱਚੇ ਕਨਫਿਊਜ਼ ਹੋ ਗਏ। ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ ਸ਼ਕਲ ਇਹਨਾਂ ਦੀ। ਆ ਦੇਖੋ 2-2 ਦੇ ਪੇਅਰ ਚ ਹੁੰਦੇ ਆ, ਇਹ 2-2 ਦੇ ਪੇਅਰ ਚ ਹੁੰਦੇ ਆ ਰਾਜੇ, ਯਾਦ ਰੱਖ ਲਿਓ। ਇੱਕ ਮਿੰਟ ਮੈਂ ਇੱਥੇ ਆਨਸਰ ਲਾ ਦੇਵਾਂ। ਆ ਦੇਖੋ 2-2 ਦੇ ਪੇਅਰ ਚ ਹੁੰਦੇ। ਜਿਹੜਾ ਲਾਸਟ ਵਾਲਾ ਹੁੰਦਾ ਹੈ, ਤੁਸੀਂ ਕਹਿੰਦੇ ਆ ਨਾ ਕਿ ਉਹ ਕਈ ਬੰਦੇ ਮਾੜੇ ਕੰਮ ਕਰਦੇ, ਚੈੱਕ ਕਰਾ ਲੈਂਦੇ ਸਾਡੇ ਮੁੰਡਾ ਹੋਊਗਾ ਕਿ ਕੁੜੀ ਹੋਊਗਾ। ਉਹ ਕਿੱਥੋਂ ਪਤਾ ਲੱਗਦਾ? ਲਾਸਟ ਵਾਲਾ 23 ਕ੍ਰੋਮੋਜ਼ੋਮ ਹੁੰਦਾ। ਜੇ XX ਮਿਲ ਜਾਣਗੇ ਤਾਂ ਫੀਮੇਲ, ਜੇ XY ਮਿਲ ਜਾਣਗੇ ਤਾਂ ਮੇਲ। ਇਹ ਬੰਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ, ਠੀਕ ਹੈ। ਤੇ ਠੀਕ ਹੈ ਜੀ, XY ਮਿਲ ਜਾਣਗੇ ਤਾਂ ਮੁੰਡਾ ਹੋਊ, XX ਹੋਊਗਾ ਤਾਂ ਕੁੜੀ ਹੋਊਗੀ, ਠੀਕ ਹੈ। ਇਹ ਚੀਜ਼ਾਂ ਹੁੰਦੀਆਂ। ਨੈਕਸਟ ਆਪਾਂ ਗੱਲ ਕਰਦੇ ਹਾਂ। ਅੱਗੇ ਆ ਗਿਆ ਜੀ, BCG ਵੈਕਸੀਨ ਇਜ਼ ਗਿਵਨ ਟੂ ਅ ਨਿਊ ਬੋਰਨ ਬੇਬੀ। ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ। ਨਵੇਂ ਜੰਮੇ ਬੱਚੇ ਨੂੰ ਆਪਾਂ BCG ਦਾ ਟੀਕਾ ਕਦੋਂ ਦਿੰਨੇ ਆ? 48 ਘੰਟਿਆਂ ਦੇ ਦੌਰਾਨ ਅੰਦਰ ਦੇਣਾ ਪੈਂਦਾ ਹੈ, ਠੀਕ ਹੈ। ਨੈਕਸਟ ਚੱਲਦੇ ਹਾਂ ਜੀ। ਵਿੱਚ ਜੇ ਕਿਸੇ ਨੂੰ ਫਾਸਟ ਲੱਗ ਰਹੀ ਹੈ ਰਾਜੇ, ਵੀਡੀਓ ਸਲੋ ਹੋ ਜਾਂਦੀ ਹੈ YouTube ਤੇ, ਠੀਕ ਹੈ। ਬਟ ਮੈਂ ਫਾਸਟ ਤਾਂ ਕਰਵਾ ਰਿਹਾ, ਟਾਈਮ ਘੱਟ ਹੈ, ਮੈਂ ਆਲਰੇਡੀ ਲੇਟ ਹਾਂ। ਵਿਚ ਐਲੀਮੈਂਟ ਡੈਫੀਸ਼ੀਐਂਸੀ ਇਜ਼ ਕਾਮਨ ਇਨ ਦਾ ਪ੍ਰੈਗਨੈਂਟ ਵੂਮਨ। ਗਰਭਵਤੀ ਔਰਤਾਂ ਵਿੱਚ ਕਿਹੜੇ ਤੱਤਾਂ ਦੀ ਘਾਟ ਆਮ ਪਾਈ ਜਾਂਦੀ ਹੈ? ਆਮ ਮਤਲਬ ਕਿ ਜ਼ਿਆਦਾਤਰ ਪਾਈ ਜਾਂਦੀ ਹੈ। ਕੈਲਸ਼ੀਅਮ ਤੇ ਆਇਰਨ ਦੀ, ਠੀਕ ਹੈ, ਕੈਲਸ਼ੀਅਮ ਤੇ ਆਇਰਨ ਦੀ। ਅੱਗੇ ਆ ਗਿਆ ਜੀ, ਡਿਵੈਲਪਮੈਂਟ ਇਜ਼ ਅ ਨੈਵਰ ਐਂਡਿੰਗ ਪ੍ਰੋਸੈਸ। ਕਿਹਨੇ ਮਤਲਬ ਆਪਾਂ ਕਹਿੰਦੇ ਆ ਨਾ ਕਿ ਵਿਕਾਸ ਦਾ ਜਿਹੜਾ ਸਿਧਾਂਤ ਹੁੰਦਾ ਉਹ ਕਿਵੇਂ ਦਾ ਹੁੰਦਾ ਹੈ? ਹੁਣ ਦੇਖੋ ਬੱਚੇ ਤੋਂ ਲੈ ਕੇ ਆਪਾਂ ਮਤਲਬ ਪੂਰਾ ਜਵਾਨ ਵੀ ਹੋ ਜਾਈਏ ਤਾਂ ਜਿਹੜਾ ਵਿਕਾਸ ਹੈ ਉਹ ਚੱਲਦਾ ਰਹਿੰਦਾ, ਡਿਵੈਲਪਮੈਂਟ ਹੁੰਦੀ ਰਹਿੰਦੀ ਹੈ, ਚਾਹੇ ਉਹ ਦਿਮਾਗ ਦੀ ਹੋਵੇ, ਚਾਹੇ ਉਹ ਸਰੀਰ ਦੀ ਹੋਵੇ, ਕਿਸੇ ਵੀ ਚੀਜ਼ ਦੀ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ। ਜਿਵੇਂ ਉਹ ਕਹਿੰਦਾ ਬੰਦੇ ਧੱਕੇ ਖਾ ਕੇ ਅਕਲ ਆਉਂਦੀ ਆ ਨਾ, ਤਾਂ ਧੱਕੇ ਖਾ ਕੇ ਆਪਾਂ ਨੂੰ ਕੀ ਸਮਝ ਆਉਂਦੀ ਰਹਿੰਦੀ ਹੈ। ਤਾਂ ਇਹਦਾ ਆਨਸਰ ਹੈਗਾ ਜੀ ਪ੍ਰਿੰਸੀਪਲ ਆਫ ਕੰਟੀਨਿਊਟੀ। ਮਤਲਬ ਕਿ ਇਹ ਕੀ ਹੈ? ਇਕਸਾਰਤਾ ਦਾ ਸਿਧਾਂਤ। ਮਤਲਬ ਇਹ ਚੱਲਦੀ ਰਹਿੰਦੀ ਹੈ ਜਿੰਨ ਤੱਕ ਆਪਣੀ ਡੈਥ ਨਹੀਂ ਹੁੰਦੀ, ਡਿਵੈਲਪਮੈਂਟ ਹੁੰਦੀ ਰਹਿੰਦੀ ਹੈ, ਠੀਕ ਹੈ ਜੀ। ਉਹ ਕਿਸੇ ਨਾ ਕਿਸੇ ਢੰਗ ਦੇ ਵਿੱਚ ਚੇਂਜ ਜ਼ਰੂਰ ਹੁੰਦੀ ਹੈ, ਬਟ ਹੁੰਦੀ ਰਹਿੰਦੀ ਹੈ। ਡੀ ਆਨਸਰ ਆਊਗਾ। ਅੱਗੇ ਆ ਗਿਆ ਜੀ, ਅਕੋਰਡਿੰਗ ਟੂ ਦਾ RTE, ਠੀਕ ਹੈ ਜੀ, ਅਕੋਰਡਿੰਗ ਟੂ ਦਾ RTE, ਰਾਈਟ ਟੂ ਐਜੂਕੇਸ਼ਨ, ਠੀਕ ਹੈ। RTE ਦਾ ਮਤਲਬ ਹੈ ਚਿਲਡਰਨ ਆਫ ਵਿਚ ਏਜ ਗਰੁੱਪ ਇਜ਼ ਟੂ ਬੀ ਗਿਵਨ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ। ਵੈਰੀ ਇੰਪੋਰਟੈਂਟ ਕੁਐਸਚਨ ਹੈ ਰਾਜਾ। ਆਪਣਾ ਸੰਵਿਧਾਨ ਆਪਾਂ ਨੂੰ ਇਹ ਪ੍ਰਿਵਿਲੇਜ ਦਿੰਦਾ ਹੈ ਕਿ ਕਿੰਨੇ ਸਾਲ, 6 ਤੋਂ ਲੈ ਕੇ 14 ਸਾਲ ਦੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦਾ ਅਧਿਕਾਰ ਹੈਗਾ, ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਅਮੰਗ ਆਫ ਦਾ ਫੋਲੋਇੰਗ ਵਿਚ ਅਫੈਕਟ ਦਾ ਡਿਵੈਲਪਮੈਂਟ, ਠੀਕ ਹੈ ਜੀ। ਇਹਨਾਂ ਵਿੱਚੋਂ ਕਿਹੜਾ ਡਿਵੈਲਪਮੈਂਟ ਨੂੰ ਕੀ ਕਰਦਾ? ਪ੍ਰਭਾਵਿਤ ਕਰਦਾ। ਫੈਮਿਲੀ ਵੀ ਕਰਦੀ ਹੈ ਰਾਜੇ, ਸੁਸਾਇਟੀ ਵੀ ਕਰਦੀ ਹੈ, ਸਕੂਲ ਵੀ ਕਰਦੀ ਹੈ, ਸਾਰੇ ਹੀ ਕਰਦੇ ਨੇ ਪ੍ਰਭਾਵਿਤ, ਠੀਕ ਹੈ। ਸਾਰੇ ਜਿਹੜੇ ਕਾਰਕ ਹੈਗੇ ਆ, ਤੱਤ ਹੈਗੇ ਆ, ਇਹ ਪ੍ਰਭਾਵਿਤ ਕਰਦੇ ਆ। ਅੱਗੇ ਆ ਗਿਆ ਜੀ, ਵਿਚ ਕਮੇਟੀ ਰეკਮੈਂਡਡ ਏ ਕੰਪਲੀਟ ਓਵਰਹਾਲ ਆਫ ਦਾ ਪ੍ਰੀ ਐਜੂਕੇਸ਼ਨ। ਕਿਹੜੀ ਕਮੇਟੀ ਨੇ ਕਿਹਾ ਭਾਈ ਮੁਕੰਮਲ ਸੁਧਾਰ ਦੀ ਜ਼ਰੂਰਤ ਹੈ ਪ੍ਰੀ ਸਕੂਲ ਸਿੱਖਿਆ ਦੇ ਵਿੱਚ? ਕਿਹੜੀ ਕਮੇਟੀ ਕਹਿ ਰਹੀ ਹੈ? ਤਾਂ ਇਹ ਹੈਗੀ ਹੈ ਜੀ ਕਮੇਟੀ ਔਨ ਦਾ ਚਾਈਲਡ ਕੇਅਰ, 1963-64 ਚ ਬਣੀ ਸੀਗੀ, ਠੀਕ ਹੈ। ਨੈਕਸਟ ਆਪਾਂ ਗੱਲ ਕਰੀਏ, ਕਹਿੰਦਾ ਜੀ ਵੈਨ ਡਿਡ ਕਥੂਰੀ ਕਮਿਸ਼ਨ recommended the establishment of the state level pre primary education center। ਹੁਣ ਕਠੂਰੀ ਮਿਸ਼ਨ ਨੇ ਕਿਹਾ ਸੀਗਾ ਬਈ ਰਾਜ ਪੱਧਰ ਤੇ ਪ੍ਰੀ ਪ੍ਰਾਇਮਰੀ ਸਿੱਖਿਆ ਕੇਂਦਰ ਹੋਣੇ ਬਹੁਤ ਜ਼ਰੂਰੀ ਹੈ, ਇਹ ਸਥਾਪਨਾ ਕਰੋ ਤੁਸੀਂ, ਠੀਕ। ਸਰਕਾਰ ਨੂੰ ਸਲਾਹ ਦਿੱਤੀ ਸੀ ਇਹਨਾਂ ਨੇ। ਇਹ ਸੀ ਆਨਸਰ ਆ ਜੀ, 1964 ਦੇ ਵਿੱਚ ਇਹ ਮਿਸ਼ਨ ਆਇਆ ਸੀਗਾ, 1964 ਦੇ ਵਿੱਚ। 2 ਸਾਲ ਬਾਅਦ ਇਹਨਾਂ ਨੇ ਆਪਣੀ ਰਿਪੋਰਟ ਸੌਂਪਤੀ ਸੀਗੀ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਆ ਗਿਆ ਜੀ ਤੁਹਾਡਾ ICDS। ਹੁਣ ਜਿਨ੍ਹਾਂ ਨੇ ਫੁੱਲ ਫਾਰਮ ਕਮੈਂਟ ਕੀਤੀ ਆਪਣੀ ਚੈੱਕ ਕਰ ਲਿਓ। ਇੰਟੀਗ੍ਰੇਟਿਡ ਦਾ ਮਤਲਬ ਹੁੰਦਾ ਇਕੱਠਾ ਕਰਨਾ। ਚਾਈਲਡ ਡਿਵੈਲਪਮੈਂਟ ਸਰਵਿਸਿਜ਼, ICDS, ਠੀਕ ਹੈ ਜੀ। ਇਹ ਕਿਹਦੀ ਸਰਵਿਸ ਹੈ? ਇਹ ਕੌਣ ਪ੍ਰੋਵਾਈਡ ਕਰਦਾ ਤੁਹਾਨੂੰ? ਠੀਕ ਹੈ ਜੀ, ਸਟੇਟ ਕਰਦੀ ਹੈ, ਨੈਸ਼ਨਲ ਪ੍ਰੋਗਰਾਮ ਹੈ, ਲੋਕਲ ਪ੍ਰੋਗਰਾਮ ਹੈ, ਰੂਰਲ ਪ੍ਰੋਗਰਾਮ ਹੈ। ਤਾਂ ਨੈਸ਼ਨਲ ਪ੍ਰੋਗਰਾਮ ਹੈ ਬੇਟੇ, ਸੈਂਟਰ ਤੇ ਸਟੇਟ ਦਾ ਮਿਲਿਆ ਜੁਲਿਆ ਪ੍ਰੋਗਰਾਮ ਕਹਿ ਸਕਦੇ ਆਪਾਂ। ਸੈਂਟਰ ਗਵਰਨਮੈਂਟ ਸਟੇਟ ਨੂੰ ਕਹਿੰਦੀ ਹੈ ਭਾਈ ਇਹ ਲਾਗੂ ਕਰੋ ਹਰੇਕ ਸਟੇਟ ਦੇ ਵਿੱਚ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਚਿਲਡਰਨ ਆਰ ਕਵਰਡ ਅੰਡਰ ICDS। ਕਿੰਨੇ
ਏਜ ਗਰੁੱਪ ਦਾ ਜਿਹੜਾ ਚਿਲਡਰਨ ਹੈਗਾ ਉਹ ਕਵਰ ਹੋਊਗਾ ਇਸ ਸਕੀਮ ਦੇ ਅਧੀਨ। ਤਾਂ ਇਸ ਸਕੀਮ ਦੇ ਵਿੱਚ ਰਾਜੇ 0 ਤੋਂ ਲੈ ਕੇ 6 ਸਾਲ ਦਾ ਬੱਚਾ ਕਵਰ ਹੋਊਗਾ। ਠੀਕ ਹੈ, ਹੁਣ ਕਈ ਜਗ੍ਹਾ ਤੇ 8 ਸਾਲ ਲਿਖਿਆ, ਬਟ ਜਿਹੜਾ ਅਥੈਂਟਿਕੇਟ ਮੈਨੂੰ ਲੱਗਿਆ, ਮੈਂ ਕਿਸੇ ਰਿਸਰਚ ਪੇਪਰਾਂ ਤੋਂ ਮਾੜਾ ਮੋਟਾ ਸਰਚ ਕੀਤਾ ਤਾਂ ਉੱਥੇ 0 ਤੋਂ ਲੈ ਕੇ 6 ਸਾਲ ਆਊਗਾ। ਅੱਗੇ ਆਪਾਂ ਗੱਲ ਕਰੀਏ ਵਿਚ ਆਫ ਦਾ ਫੋਲੋਇੰਗ ਆਰ ਦਾ ਪਰਸਨਲ ਇਨਵੋਲਵਡ ਇਨ ICDS, ਕਿਹੜੇ ਕਰਮਚਾਰੀ ਸ਼ਾਮਲ ਹੁੰਦੇ ਆ ਭਾਈ ICDS ਦੇ ਵਿੱਚ? ਤਾਂ ਇਹ ਦੇਖੋ ਆਂਗਣਵਾੜੀ ਵਰਕਰ ਵੀ ਹੁੰਦੇ ਆ, ਸੁਪਰਵਾਈਜ਼ਰ ਵੀ ਹੁੰਦੇ ਆ, ਤੁਸੀਂ ਜਾਣਾ ਸੁਪਰਵਾਈਜ਼ਰ ਬਣ ਕੇ, ਤੁਸੀਂ ਵੀ ਹੋਵੋਗੇ, ਪ੍ਰੋਜੈਕਟ ਅਫਸਰ ਵੀ ਹੁੰਦੇ ਤੁਹਾਡੇ ਉੱਪਰ, ਤਾਂ ਸਾਰੇ ਹੀ ਹੁੰਦੇ ਆ ਭਾਈ, ਤੁਸੀਂ ਵੀ ਜਾਓਗੇ, ਤੁਸੀਂ ਵੀ ਬਣੋ ਸੁਪਰਵਾਈਜ਼ਰ, ਜਲਦੀ ਤੋਂ ਜਲਦੀ ਮੇਰੀਆਂ ਭੈਣਾਂ ਬਣ, ਠੀਕ ਹੈ, ਮਿਹਨਤ ਕਰਦੀਆਂ ਨੇ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਮੋਂਟੇਸਰੀ ਸਕੂਲ ਆਰ ਬੇਸਡ ਔਨ ਦਾ ਫਿਲਾਸਫੀ ਆਫ, ਕਹਿਣ ਦਾ ਭਾਵ ਕਿ ਉਹਨੇ ਕਿਹੜੇ ਸਿਧਾਂਤ ਤੇ ਆਪਣਾ ਸਕੂਲ, ਠੀਕ ਹੈ ਜੀ, ਆਧਾਰਿਤ ਹੈ ਜਿਹੜਾ ਮੋਂਟੇਸਰੀ ਸਕੂਲ ਹੈ। ਠੀਕ ਹੈ, ਮੋਂਟੇਸਰੀ ਨੇ ਆਪਣਾ ਸਕੂਲ ਖੋਲਿਆ, ਤੁਹਾਨੂੰ ਦੱਸਿਆ ਕਿੰਡਰਗਾਰਟਨ ਦਾ ਫਰੋਬਲ ਦਾ ਸੀਗਾ, ਉਹਨੇ ਬਾਅਦ ਚ ਰੀਨੇਮ ਕਰ ਲਿਆ ਮੋਂਟੇਸਰੀ ਨੇ ਉਸੇ ਸਿਧਾਂਤ ਦੇ ਉੱਪਰ। ਤਾਂ ਇਹ ਕਿਹਨੇ ਕਿਹਾ ਭਾਈ? ਠੀਕ ਹੈ ਜੀ, ਇਹ ਮਾਰੀਆ ਮੋਂਟੇਸਰੀ ਨੇ ਕਿਹਾ, ਇਹੀ ਉਹਦੀ ਮਤਲਬ ਸਥਾਪਨਾ ਦੀ ਕੀਤੀ ਹੈ ਇਸ ਸਕੂਲ ਦੀ, ਮੋਂਟੇਸਰੀ ਸਕੂਲ ਦੀ ਸੰਸਥਾਪਕ ਕੌਣ ਹੈ? ਮਾਰੀਆ ਮੋਂਟੇਸਰੀ ਹੈ। ਠੀਕ ਹੈ, ਇਹਨੇ ਆਪਦੀ ਮਾਂ ਦੇ ਨਾਮ ਤੇ ਖੋਲਿਆ ਸੀ ਸਕੂਲ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਵੈਨ ਵਾਜ਼ ਦਾ ਮੋਂਟੇਸਰੀ ਮੂਵਮੈਂਟ ਫਾਊਂਡਡ, ਕਦੋਂ ਆਇਆ ਜੀ ਇਹ? 1907 ਦੇ ਵਿੱਚ। ਕਦੋਂ ਆਇਆ? 1907 ਦੇ ਵਿੱਚ ਇਸ ਮੂਵਮੈਂਟ ਦੀ ਸਥਾਪਨਾ ਹੋਈ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਏਜ ਗਰੁੱਪ ਕਮ ਇਨ ਦਾ ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਵਾਰ-ਵਾਰ ਉਹੀ ਕੁਐਸਚਨ ਘੁੰਮ ਰਿਹਾ ਹੈ ਤੇ ਬੱਚੇ ਕਨਫਿਊਜ਼ ਹੁੰਦੇ ਰਾਜੇ। 0 ਤੋਂ ਲੈ ਕੇ 6 ਸਾਲ, 0 ਤੋਂ ਲੈ ਕੇ 6 ਸਾਲ ਤੁਸੀਂ ਆਨਸਰ ਲਾਉਣਾ ਹੈ। ਅੱਗੇ ਆ ਗਿਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਦਾ ਲੀਡਿੰਗ ਕਾਜ਼ ਆਫ ਦਾ ਕੈਂਸਰ ਡੈਥ ਇਨ ਵੂਮਨ ਗਲੋਬਲੀ, ਔਰਤਾਂ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਸਰ ਦਾ ਮੌਤ ਦਾ ਕਾਰਨ ਕਿਹੜਾ ਬਣ ਰਿਹਾ ਬੇਟੇ? ਬ੍ਰੈਸਟ ਕੈਂਸਰ। ਬ੍ਰੈਸਟ ਕੈਂਸਰ ਬਹੁਤ ਹੋ ਰਿਹਾ ਰਾਜੇ, ਇਹਦੇ ਬਾਰੇ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਆਪਾਂ ਪਿੰਡਾਂ 'ਚ ਰਹਿੰਦੇ ਆ, ਆਪਣੀਆਂ ਭੈਣਾਂ ਇਸ ਦੇ ਬਾਰੇ ਗੱਲ ਕਰਨ ਲੱਗੇ ਸ਼ਰਮਾਉਂਦੀਆਂ ਨੇ, ਬਟ ਇਹ ਜ਼ਰੂਰੀ ਹੈ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਪਰਸੈਂਟੇਜ ਹੈ ਡੈਥ ਦੀ ਇਸ ਕਰਕੇ ਹੁੰਦੀ ਹੈ। ਠੀਕ ਹੈ, ਇਹਦੇ ਰਿਗਾਰਡਿੰਗ ਹੁਣ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ NGO ਕੰਮ ਕਰ ਰਹੇ ਆ। ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਡਿਸੀਜ਼ਜ਼ ਦੈਟ ਸਪਰੈਡ ਫਰੋਮ ਦਾ ਵਨ ਪਰਸਨ ਟੂ ਅਨਦਰ ਪਰਸਨ। ਹੁਣ ਜਿਵੇਂ ਕਰੋਨਾ ਸੀਗਾ, ਆਪਾਂ ਕਹਿੰਦੇ ਸੀ ਨਾ ਵੀ ਕਿਸੇ ਨਾਲ ਹੱਥ ਨਾ ਮਿਲਾਓ, ਮੂੰਹ ਤੇ ਰੁਮਾਲ ਬੰਨੋ, ਮਾਸਕ ਬੰਨੋ, ਬਾਹਰ ਨਾ ਜਾਓ, ਸੋਸ਼ਲ ਨਾ ਹੋਵੋ, ਉਹਨੂੰ ਕਹਿ ਦਿੰਦੇ ਆ ਕਿਹੜੀ ਡਿਸੀਜ਼ ਕਹਿ ਦਿੰਦੇ ਆ? ਉਹਨੂੰ ਕਹਿ ਦਿੰਦੇ ਆ ਕਮਿਊਨੀਕੇਬਲ ਡਿਸੀਜ਼, ਮਤਲਬ ਕਿ ਛੂਹਣ ਨਾਲ ਜਿਹੜੀ ਫੈਲਦੀ ਹੈ। ਠੀਕ ਹੈ, ਕਮਿਊਨੀਕੇਬਲ ਡਿਸੀਜ਼ ਕਹਿ ਦਿੰਦੇ ਆ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਵਟ ਕਾਜ਼ ਦਾ ਕਾਮਨ ਕੋਲਡ। ਕਾਮਨ ਕੋਲਡ ਜਿਹਨੂੰ ਆਪਾਂ ਕਹਿੰਦੇ ਆ ਆਮ ਜ਼ੁਕਾਮ ਹੋ ਜਾਂਦਾ ਆਪਾਂ ਨੂੰ, ਉਹਦਾ ਕਾਰਨ ਕੀ ਹੁੰਦਾ? ਠੀਕ ਹੈ ਜੀ, ਉਹਦਾ ਕਾਰਨ ਪੁੱਛ ਰਿਹਾ, ਵਾਇਰਸ ਹੁੰਦਾ, ਬੈਕਟੀਰੀਆ ਹੁੰਦਾ, ਤਾਂ ਵਾਇਰਸ ਹੁੰਦਾ ਰਾਜੂ ਦਾ ਕਾਰਨ। ਅੱਗੇ ਆ ਗਿਆ ਜੀ ਐਡਿਸ ਇਜਿਪਟੀ, ਇਹ ਇੱਕ ਮਤਲਬ ਕਿ ਜਿਹਨੂੰ ਆਪਾਂ ਕਹਿ ਦਿੰਦੇ ਆ ਡੇਂਗੂ, ਜਿਹਨੂੰ ਆਪਾਂ ਕਹਿੰਦੇ ਨੇ ਡੇਂਗੂ ਮੱਛਰ ਆ ਗਿਆ ਭਾਈ, ਡੇਂਗੂ ਮੱਛਰ ਬਚ ਜਾਓ, ਡੇਂਗੂ ਬਹੁਤ ਖਤਰਨਾਕ ਹੁੰਦਾ। ਠੀਕ ਹੈ ਜੀ, ਬਹੁਤ ਖਤਰਨਾਕ ਹੁੰਦਾ, ਬਟ ਜਿਹੜਾ ਇਹ ਹੁੰਦਾ ਰਾਜੇ, ਇਹ ਡੇਂਗੂ ਵੀ ਫੈਲਾਉਂਦਾ ਤੇ ਯੈਲੋ ਫੀਵਰ, ਪੀਲਾ ਬੁਖਾਰ ਵੀ ਫੈਲਾਉਂਦਾ। ਕੌਣ ਹੈ ਜੀ? ਐਡਿਸ ਇਜਿਪਟੀ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਪੁੱਛਿਆ ਜਾ ਸਕਦਾ। ਹੁਣ ਤੇ ਬਰਸਾਤ ਦੇ ਦਿਨ ਆ ਰਹੇ ਨਾ, ਹੁਣ ਬਹੁਤ ਡੇਂਗੂ ਫੈਲਦਾ। ਅੱਗੇ ਆ ਗਿਆ ਜੀ ਵਿਚ ਆਫ ਦਾ ਫੋਲੋਇੰਗ ਇਜ਼ ਕਾਜ਼ਡ ਬਾਈ ਦਾ ਪ੍ਰੋਟੋਜੋਆ। ਪ੍ਰੋਟੋਜੋਆ ਦੇ ਕਾਰਨ ਕੀ ਹੁੰਦਾ ਰਾਜੇ? ਪ੍ਰੋਟੋਜੋਆ ਇੱਕ ਵੈਕਟਰ ਹੈ, ਪ੍ਰੋਟੋਜੋਆ ਦੇ ਕਾਰਨ ਕੀ ਹੁੰਦਾ? ਕਿਹੜੀ ਬਿਮਾਰੀ ਫੈਲਦੀ ਹੈ? ਤਾਂ ਇਹਦੇ ਨਾਲ ਮਲੇਰੀਆ ਫੈਲਦਾ, ਮਲੇਰੀਆ। ਠੀਕ ਹੈ, ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਡਿਸਆਰਡਰ ਰਿਲੇਟਡ ਟੂ ਦਾ ਨਿਊਟ੍ਰੀਸ਼ਨ। ਇਹ ਚਲੋ ਮੈਂ ਤੁਹਾਨੂੰ ਕਰਵਾ ਹੀ ਦਿੱਤਾ। ਠੀਕ ਹੈ ਜੀ, ਪੋਸ਼ਣ ਦੇ ਸੰਬੰਧੀ ਵਿਗਾੜ ਨੂੰ ਕੀ ਕਹਿੰਦੇ ਆਪਾਂ? ਮਾਲ ਨਿਊਟ੍ਰੀਸ਼ਨ ਕਹਿੰਦੇ ਆ, ਤੇ ਇਹ ਥੋੜਾ ਜਿਹਾ ਰਿਪੀਟ ਹੋ ਗਿਆ ਕੁਐਸਚਨ, ਕੋਈ ਚੱਕਰ ਨਹੀਂ। ਨੈਕਸਟ ਚੱਲਦੇ ਹਾਂ ਆਪਾਂ ਮੋਸਟ ਅੰਡਰਵੇਟ ਚਿਲਡਰਨ, ਵੈਰੀ ਇੰਪੋਰਟੈਂਟ ਕੁਐਸਚਨ, ਬਹੁਤ ਬੱਚਿਆਂ ਨੇ ਮੈਨੂੰ ਪੁੱਛਿਆ। ਠੀਕ ਹੈ ਜੀ, ਹੁਣ ਮੈਂ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਗਿਆ ਫਿਰ ਇਹਨੂੰ ਸਮਝਣ ਵਾਸਤੇ, ਤਾਂ ਥੋੜਾ ਜਿਹਾ ਠੀਕ ਕਰ ਲਿਓ ਜਿਨ੍ਹਾਂ ਨੇ ਨੋਟਸ ਲਏ ਆ, ਠੀਕ ਕਰ ਲਿਓ। ਵੈਸੇ ਉਹ ਕੁਐਸਚਨ ਉੱਥੇ ਵੀ ਠੀਕ ਹੈ, ਬਟ ਇੱਥੇ ਮੈਂ ਆਪਸ਼ਨਾਂ ਚੇਂਜ ਕਰਤੀਆਂ। ਤਾਂ ਇਹ ਜਿਹੜੇ ਪਾਏ ਜਾਂਦੇ ਅੰਡਰਵੇਟ ਚਿਲਡਰਨ, ਠੀਕ ਹੈ ਜੀ, ਕੁਪੋਸ਼ਣ ਦੀ ਬਿਮਾਰੀ ਹੈ ਅੰਡਰਵੇਟ ਵੀ। ਠੀਕ ਹੈ, ਇਹ ਕਿੱਥੇ ਪਾਏ ਜਾਂਦੇ ਰਾਜੇ? ਬੋਥ B ਐਂਡ C, ਕਹਿਣ ਦਾ ਮਤਲਬ ਅਫਰੀਕਾ ਵੀ ਪਾਏ ਜਾਂਦੇ ਆ ਤੇ ਏਸ਼ੀਆ ਵਿੱਚ ਵੀ ਪਾਏ ਜਾਂਦੇ ਆ, ਦੋਨੇ ਜਗ੍ਹਾ ਪਾਏ ਜਾਂਦੇ ਆ, ਅਫਰੀਕਾ ਤੇ ਏਸ਼ੀਆ ਦੇ ਵਿੱਚ। ਠੀਕ ਹੈ, ਯਾਦ ਰੱਖ ਲਿਓ। ਅੱਗੇ ਆ ਗਿਆ ਜੀ ਗਲੋਬਲ ਹੰਗਰ ਇੰਡੈਕਸ। ਠੀਕ ਹੈ, ਹਰ ਸਾਲ ਇੱਕ ਮਤਲਬ ਕਿ ਕੰਟਰੀ ਵਾਈਜ਼ ਇੱਕ ਗਲੋਬਲ ਹੰਗਰ ਇੰਡੈਕਸ ਲਾਂਚ ਕੀਤਾ ਜਾਂਦਾ, 116 ਕੰਟਰੀਆਂ 'ਚ ਭਾਗ ਲੈਂਦੀਆਂ। ਤਾਂ ਇੰਡੀਆ ਦਾ ਇੰਡੈਕਸ ਪੁੱਛ ਰਿਹਾ ਵੀ ਇੰਡੀਆ ਕਿੰਨਵੇਂ ਨੰਬਰ ਤੇ ਆਉਂਦਾ ਹੈ, ਇੰਡੀਆ ਵਿੱਚ ਕਿੰਨੀ ਕੁ ਭੁੱਖਮਰੀ ਹੈਗੀ ਹੈ? ਤਾਂ ਇੰਡੀਆ 101 ਨੰਬਰ ਤੇ ਆਉਂਦਾ ਹੈ। ਇੰਡੀਆ ਕਿੰਨੇ ਨੰਬਰ ਤੇ ਆਉਂਦਾ ਰਾਜੇ? 101 ਨੰਬਰ ਤੇ ਆਉਂਦਾ। ਦੇਖੋ ਆਇਆ ਪਿਆ ਗਲੋਬਲ ਹੰਗਰ ਇੰਡੈਕਸ, GHI ਬੋਲਦੇ ਇਹਨੂੰ। ਠੀਕ ਹੈ ਜੀ, ਹੁਣ ਪਾਕਿਸਤਾਨ 92 ਨੰਬਰ ਤੇ ਹੈ, ਸ਼੍ਰੀਲੰਕਾ ਕੀ ਹੈ 65 ਨੰਬਰ ਤੇ ਹੈ। ਠੀਕ ਹੈ, ਨੈਕਸਟ ਆਪਾਂ ਚੱਲਦੇ ਹਾਂ ਜੀ ਐਵਰੀ ਈਅਰ, ਕਹਿੰਦਾ ਵਰਲਡ ਹੰਗਰ ਡੇ। ਹੰਗਰ ਡੇ ਕਦੋਂ ਮਨਾਇਆ ਜਾਂਦਾ ਹੈ? ਹੰਗਰ ਡੇ ਕਦੋਂ ਮਨਾਇਆ ਜਾਂਦਾ ਹੈ? ਠੀਕ ਹੈ ਜੀ, ਇਹ ਮਨਾਇਆ ਜਾਂਦਾ ਜੀ ਮਈ 28 ਨੂੰ, ਮਈ 28 ਨੂੰ ਮਨਾਇਆ ਜਾਂਦਾ ਰਾਜੇ ਵਰਲਡ ਹੰਗਰ ਡੇ। ਅੱਗੇ ਕਹਿੰਦੇ ਜੀ ਵੈਨ ਡਿਡ ਦਾ RTE ਰਾਈਟ ਟੂ ਐਜੂਕੇਸ਼ਨ ਐਕਟ ਕਦੋਂ ਲਾਗੂ ਹੋਇਆ? ਕਦੋਂ ਲਾਗੂ ਹੋਇਆ ਤੁਸੀਂ ਦੱਸ ਸਕਦੇ ਹੋ ਰਾਜੇ? 1 ਅਪ੍ਰੈਲ 2010 ਨੂੰ ਲਾਗੂ ਹੋਇਆ। ਠੀਕ ਹੈ, ਬਸ ਯਾਦ ਰੱਖਣਾ। ਅੱਗੇ ਕਹਿੰਦਾ ਜੀ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਇਜ਼ ਪ੍ਰੋਵਾਈਡਡ ਟੂ ਦ ਚਿਲਡਰਨ ਆਫ ਦਾ 6 to 14 ਈਅਰ ਅਕੋਰਡਿੰਗ ਟੂ ਦਿਸ ਆਰਟੀਕਲ। ਤੁਹਾਨੂੰ ਮੈਂ ਦੱਸਿਆ ਵੀ 6 ਤੋਂ 14 ਸਾਲ ਦੇ ਬੱਚਿਆਂ ਦਾ ਅਧਿਕਾਰ ਹੈ, ਆਰਟੀਕਲ ਮਤਲਬ ਆਪਣਾ ਸੰਵਿਧਾਨ ਕਹਿੰਦਾ
ਪਰ ਕਿਹੜੇ ਆਰਟੀਕਲ 'ਚ ਕਹਿੰਦਾ ਇਹ ਵੀ ਪੁੱਛਿਆ ਜਾ ਸਕਦਾ ਹੈ। ਤਾਂ ਆਰਟੀਕਲ 45 ਕਹਿੰਦਾ ਆਪਾਂ ਨੂੰ ਸੰਵਿਧਾਨ ਦਾ। ਅੱਗੇ ਆ ਗਿਆ ਜੀ ਪੋਸਕੋ ਐਕਟ। ਪੋਸਕੋ ਐਕਟ, ਪੋਸਕੋ ਕੀ ਹੈ ਪਹਿਲਾਂ ਤਾਂ ਪੋਸਕੋ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਪੋਸਕੋ ਕੀ ਹੈ ਰਾਜੇ, ਠੀਕ ਹੈ ਜੀ, ਪ੍ਰੋਟੈਕਸ਼ਨ, ਠੀਕ ਹੈ ਜੀ, ਪ੍ਰੋਟੈਕਸ਼ਨ ਆਫ ਦਾ ਚਿਲड्रन, ਠੀਕ ਹੈ ਜੀ, ਚਿਲड्रन ਫਰੋਮ ਦਾ ਸੈਕਸੁਅਲ ਆਫੈਂਸ, ਠੀਕ ਹੈ, ਸੈਕਸੁਅਲ ਆਫੈਂਸ, ਆਫੈਂਸ ਦਾ ਮਤਲਬ ਹੁੰਦਾ ਅਪਰਾਧ, ਬੱਚਿਆਂ ਨੂੰ ਬਚਾਉਣਾ ਸੈਕਸੁਅਲ ਅਪਰਾਧ ਤੋਂ, ਠੀਕ ਹੈ ਜੀ। ਤਾਂ ਕਹਿੰਦਾ ਜੀ ਪੋਸਕੋ ਐਕਟ ਜਿਹੜਾ ਪ੍ਰੋਵਾਈਡ ਕਰਦਾ ਪ੍ਰੋਟੈਕਸ਼ਨ ਟੂ ਦਾ ਚਿਲड्रन ਅੰਡਰ ਦੀ ਏਜ, ਕਿੰਨੇ ਏਜ ਦੇ ਬੱਚਿਆਂ ਨੂੰ ਪ੍ਰੋਵਾਈਡ ਕਰਦਾ ਇਹ, ਮਤਲਬ ਕਿ ਸਿਕਿਉਰਿਟੀ ਕਿੰਨੇ ਸਾਲ ਦੀ ਉਮਰ ਦੇ ਬੱਚਿਆਂ ਨੂੰ ਕਰਦਾ ਰਾਜੇ, 18, ਠੀਕ ਹੈ ਜੀ, 18 ਸਾਲ ਦੀ ਉਮਰ ਨੂੰ, ਠੀਕ ਹੈ ਜੀ, ਅੰਡਰ ਦੀ ਏਜ ਆਫ 18, ਮਤਲਬ ਬਚਪਨ ਤੋਂ ਲੈ ਕੇ 18 ਸਾਲ ਤੱਕ, ਕਿਉਂਕਿ 18 ਸਾਲ ਤੋਂ ਬਾਅਦ ਕੀ ਹੋ ਜਾਂਦਾ, ਉਹ ਨਾਬਾਲਗ ਹੋ ਜਾਂਦਾ, ਫਿਰ ਉਹਨੂੰ ਸਮਝ ਆ ਜਾਂਦੀ ਹੈ, ਪਹਿਲਾਂ ਬੱਚੇ ਨੂੰ ਸਮਝ ਨਹੀਂ ਹੁੰਦੀ, ਠੀਕ ਹੈ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਵੈਨ ਵਾਜ਼ ਦਾ ਪ੍ਰੋਹਿਬਿਸ਼ਨ ਆਫ ਦਾ ਚਾਈਲਡ ਮੈਰਿਜ ਐਕਟ। ਹੁਣ ਇਹਨੂੰ ਧਿਆਨ ਨਾਲ ਸਮਝਣਾ ਰਾਜੇ, ਜਿਹੜਾ ਚਾਈਲਡ ਮੈਰਿਜ ਐਕਟ ਮਤਲਬ ਬਾਲ ਵਿਆਹ ਜਿਹੜੇ ਹੁੰਦੇ ਉਹਨੂੰ ਰੋਕਣ ਵਾਸਤੇ ਸਭ ਤੋਂ ਪਹਿਲਾਂ ਕਾਨੂੰਨ ਆਇਆ ਕਦੋਂ ਸੀਗਾ? ਕਾਨੂੰਨ ਤਾਂ ਜਦੋਂ ਆਇਆ 1929, ਨੋਟਸ ਵਾਲੇ ਨੋਟ ਕਰ ਲੈਣ, ਨੋਟਸ ਦੇ ਵਿੱਚ ਮੈਂ ਆਪਸ਼ਨ ਹੋਰ ਪਾਈ ਹੈ, ਇੱਥੇ ਹੋਰ ਪਾਈ ਹੈ। 1929 ਦੇ ਵਿੱਚ ਇਹ ਪਹਿਲੀ ਵਾਰੀ ਆਇਆ ਸੀ 1929 ਦੇ ਵਿੱਚ, ਪਰ ਇਹਨੂੰ ਅਮੈਂਡ ਕੀਤਾ ਗਿਆ। ਅਮੈਂਡ ਦਾ ਮਤਲਬ ਹੁੰਦਾ ਹੈ ਸੋਧ ਕੀਤੀ ਗਈ 2006 ਦੇ ਵਿੱਚ। ਸੋਧ ਕੀ ਹੋਈ ਹੈ? ਸੋਧ ਇਹ ਹੋਈ ਹੈ ਕਿ ਉਮਰ ਜਿਹੜੀ ਵਿਆਹ ਦੀ ਕੁੜੀ ਦੀ ਉਹ 21 ਸਾਲ ਕਰਤੀ ਹੈ, ਪਹਿਲਾਂ 18 ਸਾਲ ਸੀਗੀ, ਹੁਣ 21 ਸਾਲ ਕਰਤੀ ਹੈ, ਬਸ ਇਹ ਸੋਧ ਹੋਈ ਹੈ, ਠੀਕ ਹੈ, ਯਾਦ ਰੱਖ ਲਿਓ। ਬਾਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਮੈਂਟ ਕਰਕੇ ਮੁੰਡੇ ਦੀ ਉਮਰ ਕਿੰਨੀ ਚਾਹੀਦੀ ਹੈ ਵਿਆਹ ਵਾਸਤੇ, ਕੁੜੀ ਦੀ ਤਾਂ ਮੈਂ ਦੱਸਤੀ ਆ, ਮੁੰਡੇ ਦੀ ਵੀ ਦੱਸ ਦਿਓ, ਠੀਕ ਹੈ। ਆ 2006 ਦੇ ਵਿੱਚ ਕੀ ਹੋਇਆ, ਅਮੈਂਡ ਹੋਇਆ। ਕਹਿੰਦਾ ਜੀ ਵਾਟ ਇਜ਼ ਇਨਕਲੂਸਿਵ ਕਲਾਸਰੂਮ, ਠੀਕ ਹੈ ਜੀ। ਇਨਕਲੂਸਿਵ ਕਲਾਸਰੂਮ ਕੀ ਹੁੰਦੇ ਆ, ਇਹ ਪੁੱਛਿਆ ਗਿਆ ਤੁਹਾਡੇ ਤੋਂ। ਕਹਿੰਦਾ ਉਹ ਰੂਮ ਜਿੱਥੇ ਕਿ ਨਾਰਮਲ ਤੇ ਅਬਨੋਰਮਲ, ਜਿਨ੍ਹਾਂ ਬੱਚਿਆਂ ਨੂੰ ਕੋਈ ਡਿਸੇਬਿਲਿਟੀਜ਼ ਹੁੰਦੀਆਂ ਨੇ, ਉਹ ਇਕੱਠੇ ਬਹਿ ਕੇ ਪੜ੍ਹ ਸਕਦੇ ਹੋਣ, ਠੀਕ ਹੈ ਜੀ। ਤੁਹਾਨੂੰ ਮੈਂ ਦੱਸਿਆ ਵੀ ਇਹ ਕੌਣ ਡਿਸਾਈਡ ਕਰਦਾ, ਇੱਕ ਡਾਕਟਰ ਹੁੰਦਾ, ਇੱਕ ਸਾਈਕੋਲੋਜਿਸਟ ਹੁੰਦਾ, ਠੀਕ ਹੈ, ਤੁਹਾਨੂੰ ਮੈਂ ਕਰਵਾਇਆ ਹੋਇਆ ਥਿਊਰੀ ਦੇ ਵਿੱਚ। ਤਾਂ ਜਿੱਥੇ ਮਤਲਬ ਕਿ ਜਿਹੜੇ ਬੱਚਿਆਂ ਨੂੰ ਡਿਸੇਬਿਲਿਟੀਜ਼ ਹੈਗੀਆਂ ਜਾਂ ਫਿਰ ਨਾਰਮਲ ਬੱਚੇ ਇਕੱਠੇ ਬਹਿ ਕੇ ਪੜ੍ਹ ਸਕਦੇ ਆ, ਉਹਨੂੰ ਕਹਿ ਦਿੰਦੇ ਆ ਇਨਕਲੂਸਿਵ ਕਲਾਸ ਰੂਮ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਵਰਡ, ਇਹਦੀ ਫੁੱਲ ਫਾਰਮ DPEP, ਇਦਾਂ ਬਹੁਤ ਪੁੱਛੇ ਜਾਣਗੇ ਤੁਹਾਨੂੰ, ਫੁੱਲ ਫਾਰਮ ਪੁੱਛੀ ਜਾਊਗੀ। ਇਹ ਹੈਗਾ ਜੀ ਡਿਸਟ੍ਰੈਕਟ ਨਹੀਂ ਹੈਗਾ ਭਾਈ, ਡਿਸਟ੍ਰੈਕਟ ਨਹੀਂ ਹੈਗਾ, ਡਿਸਟ੍ਰਿਕਟ ਹੈ, ਡਿਸਟ੍ਰਿਕਟ, ਠੀਕ ਹੈ, ਡਿਸਟ੍ਰਿਕਟ ਹੈ, ਡਿਸਟ੍ਰਿਕਟ, ਠੀਕ ਹੈ ਜੀ, ਡਿਸਟ੍ਰਿਕਟ ਪ੍ਰਾਇਮਰੀ ਐਜੂਕੇਸ਼ਨ ਪ੍ਰੋਗਰਾਮ, ਡਿਸਟ੍ਰਿਕਟ ਪ੍ਰਾਇਮਰੀ ਐਜੂਕੇਸ਼ਨ ਪ੍ਰੋਗਰਾਮ। ਅੱਗੇ ਆ ਗਿਆ ਜੀ ਨੈਸ਼ਨਲ ਪਾਲਿਸੀ ਫॉर द ਪਰਸਨ ਵਿਦ द ਡਿਸੇਬਿਲਿਟੀਜ਼ ਵਾਜ਼ ਅਡਾਪਟਡ ਇਨ ਇੰਡੀਆ, ਠੀਕ ਹੈ ਜੀ। ਅਪੰਗਤਾ ਵਾਲੇ ਜਿਹੜੇ ਵਿਅਕਤੀ ਹੁੰਦੇ ਉਹਨਾਂ ਵਾਸਤੇ ਵੀ ਇੱਕ ਪਾਲਿਸੀ ਆਈ ਹੈ, ਕਦੋਂ ਆਈ ਹੈ? ਇਹ 2006 ਦੇ ਵਿੱਚ ਆਈ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਐਲੀਮੈਂਟਰੀ ਐਜੂਕੇਸ਼ਨ ਕਵਰ ਐਜੂਕੇਸ਼ਨ ਫਰੋਮ ਦਾ ਕਲਾਸ, ਕਿੰਨੀ ਕਲਾਸ ਤੋਂ ਲੈ ਕੇ ਕਿੰਨੀ ਕਲਾਸ ਤੱਕ ਦੀ ਪ੍ਰਾਇਮਰੀ ਐਜੂਕੇਸ਼ਨ ਕਵਰ ਕਰਦੀ ਹੈ, ਸੌਰੀ ਐਲੀਮੈਂਟਰੀ ਐਜੂਕੇਸ਼ਨ ਕਵਰ ਕਰਦੀ ਹੈ? ਤਾਂ ਇਹਦਾ ਆਨਸਰ ਹੈਗਾ ਜੀ 6 ਤੋਂ ਲੈ ਕੇ 8ਵੀਂ ਤੱਕ, 6ਵੀਂ ਤੋਂ ਲੈ ਕੇ 8ਵੀਂ। ਪ੍ਰਾਇਮਰੀ ਕਿਹੜੀ ਹੁੰਦੀ ਹੈ? ਪ੍ਰਾਇਮਰੀ ਹੁੰਦੀ ਹੈ 1 ਤੋਂ ਲੈ ਕੇ 5ਵੀਂ, ਤੇ 6ਵੀਂ ਤੋਂ ਲੈ ਕੇ 8ਵੀਂ ਹੁੰਦੀ ਹੈ ਐਲੀਮੈਂਟਰੀ। ਅੱਗੇ ਫਿਰ ਆ ਗਿਆ ਜੀ ਵਰਡ CABE, ਤਾਂ ਇਹ ਵਰਡ ਦੀ ਫੁੱਲ ਫਾਰਮ ਦੱਸਣੀ ਹੈ ਰਾਜੇ, ਇਹ ਹੈਗਾ ਜੀ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ, ਠੀਕ ਹੈ ਜੀ, ਜਿਹੜਾ ਮਤਲਬ ਕਿ ਆਪਣੀਆਂ ਸਲਾਹਾਂ ਦਿੰਦਾ ਸਰਕਾਰ ਨੂੰ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਬਹੁਤ ਵਧੀਆ ਕੁਐਸਚਨ ਹੈ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਆਰ ਦਾ ਡਿਊਟੀ ਆਫ ਆਂਗਣਵਾੜੀ ਹੈਲਪਰ, ਆਂਗਣਵਾੜੀ ਦੇ ਹੈਲਪਰ ਦੀਆਂ ਕੀ ਡਿਊਟੀਜ਼ ਹੋਣੀਆਂ ਚਾਹੀਦੀਆਂ? ਸੁਪਰਵਾਈਜ਼ਰ ਦੀ ਗੱਲ ਨਹੀਂ ਹੋ ਰਹੀ ਇੱਥੇ, ਸੁਪਰਵਾਈਜ਼ਰ ਦੀ ਗੱਲ ਨਹੀਂ ਹੋ ਰਹੀ, ਹੈਲਪਰ ਦੀ ਗੱਲ ਹੋ ਰਹੀ ਹੈ। ਟੂ ਬ੍ਰਿੰਗ ਦਾ ਸਮਾਲ ਚਿਲड्रन ਫਰੋਮ ਦਾ ਵਿਲੇਜ ਟੂ ਦਾ ਆਂਗਣਵਾੜੀ, ਬੱਚਿਆਂ ਨੂੰ ਲੈ ਕੇ ਆਉਣਾ ਘਰਾਂ ਤੋਂ ਲੈ ਕੇ ਆਂਗਣਵਾੜੀ ਤੱਕ, ਇਹ ਠੀਕ ਹੈ ਜੀ, ਬਿਲਕੁਲ ਬਿਲਕੁਲ ਠੀਕ ਹੈ। ਟੂ ਕੁੱਕ ਐਂਡ ਸਰਵ ਦਾ ਫੂਡ ਚਿਲड्रन ਐਂਡ ਮਦਰ, ਚਿਲड्रन ਤੇ ਮਦਰ, ਠੀਕ ਹੈ ਜੀ, ਮਦਰ ਵੀ ਆ ਸਕਦੇ ਉਹਦੇ ਵਿੱਚ, ਦੋਨਾਂ ਨੂੰ ਫੂਡ, ਠੀਕ ਹੈ, ਸਰਵ ਕਰਨਾ। ਬਟ ਆਹ ਨਹੀਂ ਇਹਦੀ ਡਿਊਟੀ ਹੈਗੀ ਟੂ ਅਸਿਸਟ ਦਾ, ਠੀਕ ਹੈ ਜੀ, PHC ਸਟਾਫ ਇਨ ਦਾ ਹੈਲਥ ਕੰਪੋਨੈਂਟ, ਠੀਕ ਹੈ ਜੀ, ਪਬਲਿਕ ਹੈਲਥ ਜਿਹੜੇ ਆਪਣੇ ਹੁੰਦੇ ਆ ਉਹ ਸੈਂਟਰ, ਕਮਿਊਨਿਟੀ ਸੈਂਟਰ ਹੁੰਦੇ ਆ, ਉਹਨਾਂ ਦੇ ਜਿਹੜੇ ਡਾਕਟਰ ਹੁੰਦੇ ਆ ਉਹਨੂੰ ਅਸਿਸਟ ਕਰਨ ਦਾ ਇਹਦਾ ਕੰਮ ਨਹੀਂ ਹੈਗਾ। ਤਾਂ ਇਹਦਾ ਆਨਸਰ ਬਣਦਾ ਜੀ A, 1 ਐਂਡ 2 ਕੀ ਹੈ, ਟਰੂ ਹੈ। ਆ ਪੰਜਾਬੀ 'ਚ ਵੀ ਲਿਖਿਆ ਗਿਆ, ਪੜ੍ਹ ਲਿਓ। ਅੱਗੇ ਆ ਗਿਆ ਜੀ ਤੁਹਾਡਾ ਜਨਨੀ ਸੁਰੱਖਿਆ ਯੋਜਨਾ। ਜਨਨੀ ਸੁਰੱਖਿਆ ਯੋਜਨਾ ਮਤਲਬ ਕਿ ਜਨਨੀ ਕੌਣ ਹੁੰਦੀ ਹੈ? ਮਦਰ, ਜਿਹੜੀ ਬੱਚੇ ਨੂੰ ਜਨਮ ਦਿੰਦੀ ਹੈ, ਉਹਦੀ ਸੁਰੱਖਿਆ ਵਾਸਤੇ ਯੋਜਨਾ ਕਦੋਂ ਲਾਗੂ ਕੀਤੀ ਗਈ ਸੀਗੀ? ਤਾਂ ਇਹ ਕੀਤੀ ਗਈ ਹੈ ਜੀ 2005 ਨੂੰ, 12 ਅਪ੍ਰੈਲ 2005, ਠੀਕ ਹੈ, ਉਦੋਂ ਲਾਗੂ ਹੋਈ ਹੈ। ਅੱਗੇ ਆਪਾਂ ਗੱਲ ਕਰਦੇ, ਚਲੋ ਇਹ ਥੋੜਾ ਡਿਟੇਲ 'ਚ ਪੜ੍ਹ ਲਓ। ਕਹਿੰਦਾ ਜੀ ਇਹ ਸਕੀਮ ਪ੍ਰਧਾਨ ਮੰਤਰੀ ਨੇ ਕੀਤੀ ਹੈ ਜੀ 12 ਅਪ੍ਰੈਲ 2005 ਨੂੰ ਸ਼ੁਰੂ ਕੀਤੀ ਸੀਗੀ। ਇਹ ਘੱਟ ਪ੍ਰਦਰਸ਼ਨ ਵਾਲੇ, ਘੱਟ ਪ੍ਰਦਰਸ਼ਨ ਦਾ ਮਤਲਬ ਕੀ, ਜਿੱਥੇ ਪ੍ਰੋਬਲਮ ਹੈ, ਠੀਕ ਹੈ, ਲੋ ਜਿਹੜੇ ਆਪਣੇ ਕੀ ਹੈ ਜੀ, ਆਪਣੇ ਲੋ ਪਰਫਾਰਮਿੰਗ ਸਟੇਟ ਹੁੰਦੀਆਂ ਨਾ, ਜਿਹਦੇ ਵਿੱਚ ਮਤਲਬ ਕਿ ਪੂਰੀਆਂ ਆਪਣੇ ਕੋਲ ਰਿਸੋਰਸ ਨਹੀਂ ਹੁੰਦੇਗੇ, ਉਹਨਾਂ ਵਿੱਚ ਇਹ ਸ਼ੁਰੂ ਕੀਤੀ ਗਈ ਸੀਗੀ, ਠੀਕ ਹੈ। ਬਟ ਇਹ ਹੁਣ ਦੇਖੋ ਸਕੀਮ ਜਿਹੜੀ ਹੈਗੀ ਹੈ ਇੱਕ ਇੰਟੀਗ੍ਰੇਟਿਡ ਸਕੀਮ ਹੈ, ਠੀਕ ਹੈ, ਇਹਦੇ ਵਿੱਚ ਕੈਸ਼ ਵਗੈਰਾ ਦਿੱਤਾ ਜਾਂਦਾ, ਠੀਕ ਹੈ, ਡਿਲੀਵਰੀ ਟਾਈਮ ਤੇ ਮਤਲਬ ਪੈਸੇ ਵਗੈਰਾ ਮਿਲਦੇ ਆ, ਤੇ ਡਿਲੀਵਰੀ ਤੋਂ ਪਹਿਲਾਂ ਵੀ ਮਿਲਦੇ ਆ, ਮਤਲਬ ਡਿਲੀਵਰੀ ਤੇ ਬਾਅਦ ਵੀ ਮਿਲਦੇ ਆ, ਠੀਕ ਹੈ, ਕੁਝ 14-1500 ਅਮਾਊਂਟ ਹੁੰਦੀ ਹੈ ਉਹ, ਚਲੋ ਇੰਨਾ ਅਬੰਡੈਂਟ ਨਹੀਂ ਹੈਗਾ ਆਪਣੇ ਵਾਸਤੇ।
ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਵਰਕ ਲਿੰਕ ਬਿਟਵੀਨ ਦਾ ਗਵਰਨਮੈਂਟ ਐਂਡ ਪ੍ਰੈਗਨੈਂਟ ਵੂਮਨ। ਹੁਣ ਗਵਰਨਮੈਂਟ ਨੇ ਪ੍ਰੈਗਨੈਂਟ ਵੂਮਨ ਨੂੰ ਕੋਈ ਵੀ ਮਤਲਬ ਸਕੀਮ ਦੇਣੀ ਹੈ ਜਾਂ ਕੋਈ ਪੈਸੇ ਦੇਣੇ ਆ, ਉਹਨਾਂ ਵਿਚਕਾਰ ਲਿੰਕ ਕੌਣ ਕਰੂਗਾ, ਕਿਹੜਾ ਬੰਦਾ ਕੰਮ ਕਰੂਗਾ? ਤਾਂ ਤੁਹਾਨੂੰ ਮੈਂ ਕਰਵਾ ਦਿੱਤਾ ਰਾਜੇ, ਇਹ ਹੈਗਾ ਜੀ ਆਸ਼ਾ ਵਰਕਰ। ਆਸ਼ਾ ਵਰਕਰ ਕੰਮ ਕਰਦੇ ਆ। ਅੱਗੇ ਕਹਿੰਦੇ ਜੀ ਫੁੱਲ ਫਾਰਮ ਆਫ RBSK ਪ੍ਰੋਗਰਾਮ। RBSK ਪ੍ਰੋਗਰਾਮ ਦੀ ਫੁੱਲ ਫਾਰਮ ਕੀ ਹੈ ਰਾਜੇ? ਰਾਸ਼ਟਰੀ ਬਾਲ ਸਵਸਥਾ ਕਾਰਿਆਕ੍ਰਮ। ਠੀਕ ਹੈ, ਹਿੰਦੀ ਦੇ ਵਿੱਚ ਉਹ ਸਕੀਮ ਲਾਗੂ ਹੁੰਦੀ ਹੈ ਨਾ ਆਪਣੇ ਸੈਂਟਰ ਦੀਆਂ, ਤਾਂ ਕਰਕੇ ਥੋੜਾ ਜਿਹਾ ਹਿੰਦੀ ਦੇ ਵਿੱਚ ਲਿਖਿਆ ਹੋਇਆ, ਲਿਖਿਆ ਅੰਗਰੇਜ਼ੀ ਦਾ ਲੇਕਿਨ ਹੈ ਹਿੰਦੀ ਦੀ ਸਕੀਮ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਜਨਨੀ ਸ਼ਿਸ਼ੂ। ਦੇਖੋ ਪਿਛਲੀ ਹੈਗੀ ਜਨਨੀ ਸੁਰੱਖਿਆ ਯੋਜਨਾ, ਇਹ ਹੈਗੀ ਜਨਨੀ ਸ਼ਿਸ਼ੂ ਸੁਰੱਖਿਆ ਯੋਜਨਾ। ਠੀਕ ਹੈ, ਥੋੜਾ ਜਿਹਾ ਧਿਆਨ ਦੇ ਨਾਲ। ਤੇ ਇਹ ਹੈਗਾ ਜੀ ਕਾਰਿਆਕ੍ਰਮ ਜਿਹੜਾ ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ ਹੈਗਾ, ਇਹ ਲਾਂਚ ਕਦੋਂ ਕੀਤਾ ਗਿਆ ਭਾਰਤ ਦੇ ਵਿੱਚ? ਇਹ 2011 ਨੂੰ ਲਾਂਚ ਕੀਤਾ ਗਿਆ ਰਾਜੇ। ਇਹਦੇ ਬਾਰੇ ਥੋੜਾ ਜਿਹਾ ਪੜ੍ਹ ਲਓ। 1 ਜੂਨ 2011 ਨੂੰ ਸ਼ੁਰੂ ਕੀਤਾ ਗਿਆ ਸੀਗਾ। ਕਹਿੰਦਾ ਜੀ ਇਹ ਜਨਤਕ ਸਿਹਤ ਸੰਸਥਾਵਾਂ ਵਿੱਚ ਜਨੇਪੇ ਕਰਨ ਵਾਲੀਆਂ ਸਾਰੀਆਂ ਗਰਭਵਤੀ ਔਰਤਾਂ ਨੂੰ ਬਿਲਕੁਲ ਮੁਫਤ ਅਤੇ ਬਿਨਾਂ ਖਰਚੇ ਦੇ ਜਨੇਪੇ ਦਾ ਹੱਕ ਦਿੰਦੀ ਹੈ। ਚਾਹੇ ਉਹ ਸਿਜੇਰੀਅਨ ਹੋਵੇ ਚਾਹੇ ਨਾਰਮਲ ਡਿਲੀਵਰੀ ਹੋਵੇ, ਸਾਰਾ ਖਰਚਾ ਕੌਣ ਦੇਊਗੀ? ਸਰਕਾਰ ਦੇਊਗੀ। ਅੱਗੇ ਆ ਗਿਆ ਜੀ ਤੁਹਾਡਾ ਗੋਲ ਆਫ ਮਾਂ ਪ੍ਰੋਗਰਾਮ। ਤਾਂ ਇਹ ਦੇਖੋ ਜਦੋਂ ਮਾਂ ਪ੍ਰੋਗਰਾਮ ਆ ਗਿਆ ਤਾਂ ਜਿਵੇਂ ਅੱਜ ਕੱਲ੍ਹ ਨਾ ਰੁਝਾਨ ਘਟ ਰਿਹਾ, ਬ੍ਰੈਸਟ ਫੀਡਿੰਗ ਨਹੀਂ ਦਿੰਦੀਆਂ ਹੈਗੀਆਂ ਲੇਡੀਜ਼, ਉਹ ਮਤਲਬ ਉਹ ਚੀਜ਼ ਨੂੰ ਮਤਲਬ ਕੀ ਪ੍ਰਮੋਟ ਕਰਨ ਵਾਸਤੇ, ਉਹਨੂੰ ਉਹਦੇ ਵਿੱਚ ਉਤਸ਼ਾਹਿਤ ਕਰਨ ਵਾਸਤੇ ਲੇਡੀਜ਼ ਨੂੰ ਇਹ ਪ੍ਰੋਗਰਾਮ ਆਇਆ ਮਾਂ ਪ੍ਰੋਗਰਾਮ, ਪ੍ਰਮੋਸ਼ਨਲ ਪ੍ਰੋਟੈਕਸ਼ਨ ਐਂਡ ਸਪੋਰਟ ਆਫ ਦਾ ਬ੍ਰੈਸਟ ਫੀਡਿੰਗ ਪ੍ਰੈਕਟਿਸ। ਠੀਕ ਹੈ ਜੀ, ਉਹਨੂੰ ਵਧਾਉਣ ਵਾਸਤੇ, ਉਤਸ਼ਾਹਿਤ ਕਰਨ ਵਾਸਤੇ ਬ੍ਰੈਸਟ ਫੀਡਿੰਗ ਨੂੰ। ਆਪਾਂ ਨੈਕਸਟ ਕਰਦੇ ਹਾਂ ਜੀ, ਕਹਿੰਦਾ MCG। ਇਹ ਮੇਰੇ ਨੋਟਸ ਦੇ ਵਿੱਚ ਗਲਤ ਲਿਖਿਆ ਗਿਆ ਸੀ ਰਾਜੇ। MCG ਹੁੰਦਾ ਮਾਈਕਰੋਗ੍ਰਾਮ। ਮਾਈਕਰੋਗ੍ਰਾਮ ਦੀ ਫੁੱਲ ਫਾਰਮ ਹੈ MCG। MCG ਦੀ ਫੁੱਲ ਫਾਰਮ ਮਾਈਕਰੋਗ੍ਰਾਮ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਦਾ ਵਰਡ ਪੈਡਾਗੋਗੀ। ਪੈਡਾਗੋਜੀ ਕਹਿ ਦਿੰਦੇ, ਪੈਡਾਗੋਗੀ ਕਹਿ ਲਓ, ਜੋ ਮਰਜ਼ੀ ਕਹਿ ਲਓ, ਪ੍ਰੋਨਾਊਂਸੀਏਸ਼ਨ ਦਾ ਫਰਕ ਹੋ ਸਕਦਾ ਹੈ। ਪੈਡਾਗੋਜੀ ਦਾ ਮਤਲਬ ਕੀ ਹੈ ਰਾਜੇ? ਪੈਡਾਗੋਜੀ ਹੁੰਦਾ ਰਾਜੇ ਟੂ ਲੀਡ ਦਾ ਚਾਈਲਡ। ਲੀਡ ਦਾ ਮਤਲਬ ਕੀ? ਉਹਨੂੰ ਆਪਾਂ ਮਤਲਬ ਸਿਖਾਉਣਾ ਜਾਂ ਆਪਾਂ ਉਹਨੂੰ ਲੀਡ ਕਰਨਾ, ਆਪਾਂ ਉਹਦੇ ਕੀ ਬਣਨਾ? ਮੈਂਟਰ ਬਣਨਾ ਮਤਲਬ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਜੀ ਬੱਚੇ ਦਾ ਪਹਿਲਾ ਅਧਿਆਪਕ ਕੌਣ ਹੁੰਦਾ ਹੈ? ਬੱਚੇ ਦਾ ਪਹਿਲਾ ਅਧਿਆਪਕ ਉਹਦੀ ਮਾਂ ਹੁੰਦੀ ਹੈ ਰਾਜੇ, ਕਿਉਂਕਿ ਮਾਂ ਤੋਂ ਬੱਚਾ ਬਹੁਤ ਕੁਝ ਸਿੱਖਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਨੇਚਰ ਆਫ ਦਾ ਚਿਲਡਰਨ ਆਰ ਲਾਈਕ। ਚਿਲਡਰਨ ਦੀ ਨੇਚਰ ਕਿਵੇਂ ਦੀ ਹੁੰਦੀ ਹੈ ਭਾਈ? ਇਹ ਤਾਂ ਬਹੁਤ ਸੌਖਾ, ਨਕਲ ਕਰਨ ਵਾਲੀ। ਕਿਉਂਕਿ ਆਪਾਂ ਘਰ ਦੇ ਵਿੱਚ ਕੁਝ ਵੀ ਕਰਦੇ ਹਾਂ, ਬੱਚਾ ਪਿੱਛੇ ਬੋਲਦਾ ਹੈ। ਆਪਾਂ ਹੱਸਦੇ ਹਾਂ ਉਹ ਹੱਸਦਾ, ਆਪਾਂ ਰੋਂਦੇ ਹਾਂ ਉਹ ਰੋਂਦਾ ਹੈ, ਆਪਾਂ ਨੱਚਦੇ ਹਾਂ ਉਹ ਨੱਚਦਾ ਹੈ। ਤਾਂ ਬੱਚੇ ਦਾ ਸੁਭਾਅ ਹੁੰਦਾ ਇਮੇਟਿਵ। ਇਮੇਟਿਵ ਦਾ ਮਤਲਬ ਹੁੰਦਾ ਨਕਲ ਕਰਨ ਵਾਲਾ। ਇਹ ਪੁੱਛਿਆ ਜਾ ਸਕਦਾ ਤੁਹਾਨੂੰ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਟਾਈਪ ਆਫ ਦਾ ਵੈਕਸੀਨ ਆਥੋਰਾਈਜ਼ਡ ਬਾय द FDA and WHO proven to be effective and safe against COVID-19। COVID-19 ਦੇ ਅਗੇਂਸਟ ਕਿਹੜਾ ਵੈਕਸੀਨ ਹੁੰਦਾ ਰਾਜੇ? mRNA। M ਦਾ ਮਤਲਬ ਇੱਥੇ ਕੀ ਹੈ? ਮੈਸੇਂਜਰ ਹੈ। ਮੈਂ ਲਿਖਵਾ ਹੀ ਦਿੰਦਾ, ਚਲੋ ਵੈਸੇ ਮੈਂ ਲਿਖਵਾਇਆ ਵੀ ਹੋਇਆ। ਤਾਂ ਇੱਥੇ ਦਾ ਮਤਲਬ ਹੈਗਾ ਜੀ ਮੈਸੇਂਜਰ। ਠੀਕ ਹੈ ਜੀ। R ਦਾ ਮਤਲਬ ਹੁੰਦਾ ਜੀ ਇੱਥੇ ਰਾਈਬੋਨਿਕਲ। ਠੀਕ ਹੈ ਜੀ, ਕੀ ਨਾਮ ਇਹਦਾ? ਐਸਿਡ। ਠੀਕ ਹੈ, ਚਲੋ ਯਾਦ ਰੱਖ ਲਿਓ। ਵੈਸੇ ਫੁੱਲ ਫਾਰਮ ਤਾਂ ਨਹੀਂ ਆਉਂਦੀ ਕਿ ਤੁਹਾਨੂੰ, ਪਰ mRNA ਵੈਕਸੀਨ ਯਾਦ ਰੱਖ ਲਿਓ। ਠੀਕ ਹੈ ਜੀ, ਮੈਸੇਂਜਰ ਰਾਈਬੋਨੋਨਿਊਕਲੀਅਰ ਐਸਿਡ। ਠੀਕ ਹੈ, ਬਾਕੀ ਮੈਨੂੰ ਸਪੈਲਿੰਗ ਦਿਮਾਗ ਚੋਂ ਨਿਕਲ ਗਈ ਹੈ ਕੀ ਸੀਗੇ ਰਾਈਬੋਨਿਕਲ ਦੇ, ਬਸ ਯਾਦ ਰੱਖ ਲਿਓ ਨਾਮ। ਅੱਗੇ ਆਪਾਂ ਚਲੋ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਕੁਐਸਚਨ ਸੇਮ। ਅੱਗੇ ਆ ਗਿਆ ਜੀ ਐਗਜ਼ਾਮਪਲ ਆਫ ਦਾ ਡਿਵੈਲਪਮੈਂਟ ਡਿਸਆਰਡਰ। ਡਿਵੈਲਪਮੈਂਟ ਡਿਸਆਰਡਰ ਦੀ ਐਗਜ਼ਾਮਪਲ ਕਿਹੜੀ ਹੈਗੀ ਆ? ਵੀ ਮੈਂ ਕਰਵਾਇਆ ਹੋਇਆ ਤੁਹਾਨੂੰ ਥਿਓਰੈਟੀਕਲ ਦੇ ਵਿੱਚ ਬੇਟਾ। ਤਾਂ ਇਹਨੂੰ ਕਹਿ ਦਿੰਦੇ ਆ ਜੀ ASP। ਠੀਕ ਹੈ ਜੀ, ਠੀਕ ਹੈ ਜੀ, ਆਟਿਸਟਿਕ ਸਪੈਕਟਰਮ ਡਿਸਆਰਡਰ। ਠੀਕ ਹੈ ਜੀ, ਆਟਿਸਟਿਕ ਸਪੈਕਟਰਮ ਡਿਸਆਰਡਰ। ਇਹ ਹੁੰਦਾ ਕੀ ਹੈ? ਇਹਦੇ ਵਿੱਚ ਨਾ ਬੱਚਾ ਕੱਲਾ ਕੱਲਾ ਰਹਿਣਾ ਚਾਹੁੰਦਾ ਹੈ। ਠੀਕ ਹੈ, ਬੱਚਾ ਅੱਗੋਂ ਨਾ ਤਾਂ ਕਮਿਊਨੀਕੇਟ ਕਰਦਾ, ਆਪਣੇ ਮਾਂ ਬਾਪ ਨਾਲ ਗੱਲ ਕਰਦਾ ਹੈ, ਕੱਲਾ ਹੀ ਕਰਦਾ, ਮਤਲਬ ਕੱਲਾ ਬੈਠਣਾ ਪਸੰਦ ਕਰਦਾ ਹੈ। ਟਰਬਲ ਮਤਲਬ ਕਿ ਉਹਨੂੰ ਨਾ ਪਤਾ ਲੱਗਦਾ, ਕੋਈ ਪ੍ਰੋਬਲਮ ਦੇ ਬਾਰੇ ਪਤਾ ਲੱਗਦਾ, ਨਾ ਕੋਈ ਅੱਗੋਂ ਮਤਲਬ ਅਵੋਇਡ ਕਰਦਾ ਆਪਣੇ ਪੇਰੈਂਟਸ ਨੂੰ, ਕਈ ਵਾਰੀ ਸ਼ੋਰ ਸ਼ਰਾਬਾ ਵੀ ਕਰਦਾ। ਠੀਕ ਹੈ, ਇਹ ਸਾਰਾ ਕੀ ਹੈ? ਇਹ ਪ੍ਰੋਬਲਮ ਹੈ, ਸਾਈਨ ਆਫ ਔਟਿਜ਼ਮ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਜੀ ਇਨ ਦਾ ਲਰਨਿੰਗ ਡਿਸੇਬਿਲਿਟੀਜ਼ ਦਾ ਨੇਮ ਆਫ ਦਾ ਮੈਥਮੈਟੀਕਲ ਡਿਸਆਰਡਰ। ਇਹ ਬਹੁਤ ਤੁਹਾਨੂੰ ਮੈਂ ਕਰਵਾਈਆਂ ਹੋਈਆਂ ਪੜ੍ਹਨ ਦੇ ਵਿੱਚ, ਲਿਖਣ ਦੇ ਵਿੱਚ, ਮੈਥਮੈਟੀਕਲ ਦੇ ਵਿੱਚ। ਤੁਸੀਂ ਆਨਸਰ ਕਰ ਸਕਦੇ ਹੋ, ਬਹੁਤ ਸੌਖਾ ਹੈ, ਇਹਦੇ ਵਿੱਚ ਤਾਂ ਕੋਈ ਗੱਲ ਨਹੀਂ ਹੈਗੀ। ਡਿਸਕੈਲਕੂਲੀਆ। ਠੀਕ ਹੈ, ਕੈਲਕੂਲੀਆ ਦਾ ਮਤਲਬ ਹੁੰਦਾ ਕੈਲਕੂਲੇਟ ਕਰਨਾ, ਤਾਂ ਡਿਸ ਦਾ ਮਤਲਬ ਹੁੰਦਾ ਅਸ਼ਮਤਾ। ਠੀਕ ਹੈ, ਜਿਹਦੇ ਵਿੱਚ ਕੀ ਆ? ਅਸਮਰਥ ਕਹਿ ਸਕਦੇ ਹਾਂ ਆਪਾਂ, ਜਿਸ ਸਮਰੱਥਾ ਨਹੀਂ ਹੈਗੀ ਉਹ ਕੰਮ ਕਰਨ ਦੀ, ਡਿਸਕੈਲਕੂਲੀਆ। ਠੀਕ ਹੈ ਜੀ, ਆਪਾਂ ਨੈਕਸਟ ਗੱਲ ਕਰਦੇ ਹਾਂ ਜੀ ਵਿਚ ਅਮੰਗ ਆਫ ਦਾ ਫੋਲੋਇੰਗ ਈਅਰ ਗਵਰਨਮੈਂਟ ਆਫ ਇੰਡੀਆ ਕਨਸੀਵਡ ਦਾ ਐਨੂਅਲ ਹੈਲਥ ਸਰਵੇ। ਐਨੂਅਲ ਹੈਲਥ ਸਰਵੇ ਕਦੋਂ ਕੀਤਾ ਸੀ ਇੰਡੀਆ ਨੇ? ਤਾਂ ਇਹ ਕੀਤਾ ਸੀ 2005 ਦੇ ਵਿੱਚ। ਠੀਕ ਹੈ ਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਨੈਸ਼ਨਲ ਰੂਰਲ ਹੈਲਥ ਮਿਸ਼ਨ ਲਾਂਚਡ। ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ ਕਦੋਂ ਆਇਆ ਸੀਗਾ? ਹੁਣ ਇੱਥੇ ਤੁਹਾਨੂੰ ਮੈਂ ਕਲੀਅਰ ਕਰ ਦਿੰਦਾ ਸਾਰੀ ਕਹਾਣੀ, ਜਿਹੜੀ ਤੁਸੀਂ ਕਨਫਿਊਜ਼ ਹੁੰਦੇ ਹੋ। 2005 ਦੇ ਵਿੱਚ ਆਇਆ ਸੀਗਾ, ਤਾਂ ਕੋਈ ਚੱਕਰ ਨਹੀਂ ਹੈਗਾ। ਇਹ ਮੈਂ ਚਲੋ ਸ਼ਾਇਦ ਮੈਂ ਚਾਰਟ ਅੱਗੇ ਪਾਇਆ ਪਿੱਛੇ, ਤੁਹਾਨੂੰ ਜਾ ਕੇ ਤੁਹਾਨੂੰ ਉੱਥੇ ਦੱਸ ਦੂੰਗਾ, ਸਾਰਾ ਚਾਰਟ ਸਮਝਾ ਦੂੰਗਾ।
ਅੱਗੇ ਕਹਿੰਦਾ ਜੀ ਇੰਡੀਆ ਇਜ਼ ਦ ਲਾਰਜੈਸਟ ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ, ਠੀਕ ਹੈ ਜੀ, ਹੈਜ਼ ਬੀਨ ਇੰਪਲੀਮੈਂਟਡ ਅੰਡਰ ਦਾ ਨੇਮ, ਠੀਕ ਹੈ ਜੀ, ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ ਸਭ ਤੋਂ ਵੱਡੀ ਸਕੀਮ ਜਿਹੜੀ ਹੈਗੀ ਆ ਉਹਦਾ ਨਾਮ ਕੀ ਹੈ? ਉਹਦਾ ਨਾਮ ਹੈਗਾ ਜੀ ਆਯੁਸ਼ਮਾਨ ਭਾਰਤ, ਆਯੁਸ਼ਮਾਨ ਭਾਰਤ। ਤਾਂ ਇਹ ਜਿਹੜਾ ਆਯੁਸ਼ਮਾਨ ਭਾਰਤ ਹੈਗਾ ਇੱਕ ਨੈਸ਼ਨਲ ਯੋਜਨਾ ਰਾਜੇ ਪ੍ਰੋਟੈਕਸ਼ਨ ਹੈ, ਤੇ 14 ਅਪ੍ਰੈਲ 2018 ਨੂੰ ਸੈਂਟਰਲ ਗਵਰਨਮੈਂਟ ਨੇ ਇੱਕ ਕਹਿੰਦਾ ਜੀ ਪਾਰਟ ਬਣਾਇਆ ਕਿਹਦਾ, ਹੈਲਥ ਪਾਲਿਸੀ ਜਿਹੜੀ 2017 ਦੀ ਹੈ ਉਹਦਾ ਪਾਰਟ ਬਣਾਤਾ, ਠੀਕ ਹੈ, ਉਹਦੇ ਅੰਡਰ ਹੀ ਸ਼ੁਰੂ ਕੀਤੀ ਹੈ। ਕਹਿੰਦਾ ਜੀ ਅਭਿਆਨ ਇੰਦਰਧਨੁਸ਼, ਇੰਦਰਧਨੁਸ਼ ਜਿਹੜਾ ਅਭਿਆਨ ਚਲਾਇਆ ਗਿਆ, ਮਿਸ਼ਨ ਕਹਿ ਸਕਦੇ ਆਪਾਂ, ਚਲੋ ਮੈਨੂੰ ਹਿੰਦੀ ਥੋੜੀ ਬੋਲਣੀ ਔਖੀ ਲੱਗਦੀ ਹੈ। ਤਾਂ ਇਹ ਜਿਹੜਾ ਮਿਸ਼ਨ ਚਲਾਇਆ ਗਿਆ ਰਾਜੇ ਕਾਦੇ ਵਾਸਤੇ ਹੈ? ਇਹ ਜਿਹੜਾ ਮਿਸ਼ਨ ਚਲਾਇਆ ਗਿਆ ਰਾਜੇ ਇਹ ਟੀਕਾਕਰਨ ਵਾਸਤੇ ਹੈ, ਵੀ ਹਰੇਕ ਬੱਚੇ ਨੂੰ ਟੀਕਾਕਰਨ ਕਰਨਾ ਜ਼ਰੂਰੀ ਹੈ। ਦੇਖੋ मिशन इंद्रधनुष का मतलब की है, समझदारी दिखाएं, अपने बच्चे को पूर्ण टीकाकरण करवाएं, ठीक है जी। नैक्सट आप गल करते हैं जी यूनीवर्सल इम्यूनाइजेशन प्रोग्राम। तो ये कदों स्टार्ट होया राजे? जिहड़ा ये स्टार्ट होया राजे 1985 ਨੂੰ, मतलब रीनेम होया। वैसे स्टार्ट कदों होया सी राजे? स्टार्ट तो 1978 ਨੂੰ होया सी। ਇਹਦਾ ਨਾਮ ਉਦੋਂ ਹੋਰ ਸੀਗਾ, ਇਹਦਾ ਨਾਮ ਸੀਗਾ एक्सपेंडिड प्रोग्राम, ठीक है जी, ऑन इम्यूनाइजेशन, ठीक है जी, इम्यूनाइजेशन ਦੇ ਉੱਪਰ ਸਟਾਰਟ ਹੋਇਆ ਸੀ, ਬਟ 1985 ਚ ਇਹਨੂੰ ਰੀਨੇਮ ਕਰ ਦਿੱਤਾ ਗਿਆ, ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਨਾਮ ਦਾ ਚੇਂਜ ਹੋ ਗਿਆ। ਇੱਥੇ ਫਿਰ ਯੂਨੀਵਰਸਲ ਦੇ ਬਾਰੇ ਪੁੱਛਿਆ ਤਾਂ 1985 ਆਨਸਰ ਆਊਗਾ। ਆ ਲਿਖੋ, ਲਿਖਿਆ ਹੀ ਹੋਇਆ, ਚਲੋ ਅੱਗੇ ਮੈਂ ਠੀਕ ਹੈ ਸਾਰਾ ਐਕਸਪਲੇਨ ਕੀਤਾ ਹੋਇਆ। ਕਹਿੰਦਾ ਜੀ ਐਕਸਪੈਂਡਡ ਪ੍ਰੋਗਰਾਮ ਔਨ ਦਾ ਇਮਿਊਨਾਈਜੇਸ਼ਨ ਵਾਸ ਲਾਂਚਡ ਇਨ 1978 ਬਟ ਰੀਨੇਮ ਕੀਤਾ ਗਿਆ ਯੂਨੀਵਰਸਲ ਦੇ ਨਾਮ ਤੋਂ 1985 ਦੇ ਵਿੱਚ, ਠੀਕ ਹੈ ਜੀ। ਅਰਬਨ ਏਰੀਆ ਵਾਸਤੇ ਹੈ, ਠੀਕ ਹੈ, ਸ਼ਹਿਰੀ ਇਸ ਦੀ ਪਹੁੰਚ ਕਹਿੰਦਾ ਜੀ ਸ਼ਹਿਰੀ ਖੇਤਰਾਂ ਤੋਂ ਬਾਹਰ, मतलब कि ਅਰਬਨ ਵਾਸਤੇ ਹੈ। ਅੱਗੇ ਆ ਗਿਆ ਜੀ ਪਲਸ ਪੋਲੀਓ ਪ੍ਰੋਗਰਾਮ, ਮੇਰਾ ਦੁਬਾਰਾ ਆ ਗਿਆ ਕੁਐਸਚਨ ਪਲਸ ਪੋਲੀਓ ਪ੍ਰੋਗਰਾਮ ਵਾਲਾ, ਠੀਕ ਹੈ ਜੀ। ਇਹ 1995 ਵਿੱਚ ਸ਼ੁਰੂ ਹੋਇਆ ਸੀਗਾ। ਆ ਲਿਖਿਆ ਹੋਇਆ ਜੀ, ਕਹਿੰਦਾ ਜੀ ਨੈਸ਼ਨਲ ਇਮਿਊਨਾਈਜੇਸ਼ਨ ਡੇ, ਕਹਿੰਦਾ ਜੀ ਕਾਮਨਲੀ ਨੋਨ ਐਜ਼ ਦਾ ਪਲਸ ਪੋਲੀਓ, ਠੀਕ ਹੈ। ਦੇਖੋ ਇਹ ਚੀਜ਼ ਯਾਦ ਰੱਖਣੀ ਹੈ, ਜਿਹੜਾ ਆਪਣਾ ਨੈਸ਼ਨਲ ਟੀਕਾਕਰਨ ਦਿਵਸ ਹੈਗਾ ਉਹਨੂੰ ਕੀ ਕਿਹਾ ਜਾਂਦਾ? ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਵਜੋਂ ਮਨਾਇਆ ਜਾਂਦਾ ਹੈ। 1995 ਵਿੱਚ ਸ਼ੁਰੂ ਹੋਇਆ ਸੀ ਰਾਜੇ, ਤੇ ਹਰ ਸਾਲ 2 ਵਾਰੀ, ਠੀਕ ਹੈ, ਤੁਹਾਡੇ ਘਰੇ ਆਉਂਦੇ ਵੀ ਹੋਣਗੇ ਬੂੰਦਾਂ ਪਿਆਉਣ, ਠੀਕ ਹੈ, ਹਰ ਵਾਰੀ ਸਾਲ ਦੇ ਵਿੱਚ 2 ਵਾਰੀ ਹੁੰਦਾ ਹੈ। ਅੱਗੇ ਆ ਗਿਆ ਜੀ ਦਾ ਨੈਸ਼ਨਲ ਟੀਬੀ ਕੰਟਰੋਲ, ਠੀਕ ਹੈ ਜੀ। ਹੁਣ ਟੀਬੀ ਦੀ ਫੁੱਲ ਫਾਰਮ ਤੁਸੀਂ ਮੈਨੂੰ ਮੈਸੇਜ ਕਰਨੀ ਹੈ ਕਮੈਂਟ ਦੇ ਵਿੱਚ, ਟੀਬੀ, ਠੀਕ ਹੈ। ਹੁਣ ਪਿੰਡਾਂ 'ਚ ਟੀਬੀ ਬੋਲੀ ਜਾਂਦੇ, ਮੈਨੂੰ ਟੀਵੀ ਹੋ ਗਿਆ, ਉਹ ਟੀਵੀ ਨਹੀਂ ਹੁੰਦਾ, ਟੀਬੀ ਹੁੰਦਾ, ਟੀਬੀ। ਟੀਬੀ ਦੀ ਫੁੱਲ ਫਾਰਮ ਤੁਸੀਂ ਮੈਨੂੰ ਕਰਨੀ ਹੈ ਥੱਲੇ ਕਮੈਂਟ ਬਾਕਸ ਦੇ ਵਿੱਚ। ਕਹਿੰਦਾ ਜੀ ਨੈਸ਼ਨਲ ਟੀਬੀ ਕੰਟਰੋਲ ਪ੍ਰੋਗਰਾਮ, ਐਨਟੀਪੀ ਜਿਹਨੂੰ ਕਹਿ ਦਿੰਦੇ ਆ, ਕਦੋਂ ਲਾਂਚ ਹੋਇਆ ਸੀਗਾ? ਠੀਕ ਹੈ ਜੀ, ਆਪਣੇ ਭਾਰਤ ਦੀ ਗੱਲ ਕਰ ਰਹੇ ਹਾਂ, ਠੀਕ ਹੈ ਜੀ। ਤਾਂ ਇਹਦਾ ਹੈਗਾ ਜੀ ਆਨਸਰ ਸੀ 1962, 1962। ਤਾਂ ਆ ਲਿਖਿਆ ਹੀ ਹੋਇਆ, ਦੇਖੋ ਜੀ ਨੈਸ਼ਨਲ ਟੀਬੀ ਪ੍ਰੋਗਰਾਮ ਜਿਹੜਾ ਲਾਂਚ ਹੋਇਆ ਰਾਜੇ ਗਵਰਨਮੈਂਟ ਆਫ ਇੰਡੀਆ ਨੇ 1962 ਦੇ ਵਿੱਚ ਕੀਤਾ। ਸੈਂਟਰਲ ਮਾਡਲ ਹੈ ਰਾਜੇ ਇਹ, ਤੇ ਇਹਦੇ ਵਿੱਚ BCG ਵੈਕਸੀਨ ਤੇ TB ਟ੍ਰੀਟਮੈਂਟ ਦਿੱਤਾ ਜਾਂਦਾ ਦੋਨੇ। ਅੱਗੇ ਹੈਗਾ ਜੀ ਦਾ ਕਨਸੈਪਟ ਆਫ ਦਾ ਵੈਕਸੀਨ ਵਾਸ ਫਸਟ ਡਿਵੈਲਪ। ਹੁਣ ਇੱਥੇ ਧਿਆਨ ਦੇ ਨਾਲ ਰਾਜੇ ਇੱਕ ਕਨਸੈਪਟ ਦੀ ਗੱਲ ਹੋ ਰਹੀ ਹੈ, ਇੱਕ ਟੀਕੇ ਦੀ ਗੱਲ ਹੋ ਰਹੀ ਹੈ। ਕਨਸੈਪਟ ਜਿਹੜਾ ਦਿੱਤਾ ਸੀਗਾ ਰਾਜੇ ਉਹ ਕਿਹਨੇ ਦਿੱਤਾ ਸੀਗਾ? ਐਡਵਰਡ ਜੇਨਰ ਨੇ ਦਿੱਤਾ ਸੀਗਾ, ਜਿਹਨੂੰ ਫਾਦਰ ਆਫ ਵੈਕਸੀਨ ਕਹਿ ਦਿੰਦੇ ਆ, ਠੀਕ ਹੈ। ਇਹਨੇ ਕਨਸੈਪਟ ਦਿੱਤਾ ਸੀ ਵੀ ਇਸ ਤਰ੍ਹਾਂ ਵੀ ਜਿਹੜਾ ਗਊ ਨੂੰ ਚੋਂਦਾ ਸੀਗਾ, ਉਹ ਜਿਹੜਾ ਬੰਦਾ ਗਊ ਨੂੰ ਚੋਂਦਾ ਸੀਗਾ ਨਾ, ਉਹਨੂੰ ਉਹ मतलब ਕਿ ਸਮਾਲ ਪਾਕਸ ਤੋਂ ਬਚ ਜਾਂਦਾ ਸੀਗਾ। ਉੱਥੋਂ ਇੱਕ ਆਈਡੀਆ ਲੈ ਕੇ ਇਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਇੱਕ ਵੈਕਸੀਨ ਬਣ ਸਕਦੀ ਹੈ, ਬਟ ਇਹਨਾਂ ਨੇ ਕਨਸੈਪਟ ਦਿੱਤਾ ਸੀਗਾ, ਇਸ ਕਰਕੇ ਇਹਨਾਂ ਨੂੰ ਫਾਦਰ ਆਫ ਵੈਕਸੀਨ ਕਿਹਾ ਜਾਂਦਾ ਹੈ। ਤਾਂ ਧਿਆਨ ਦੇ ਨਾਲ ਹੁਣ ਅਗਲਾ ਕੁਐਸਚਨ ਕੀ ਹੈ? ਹੁਣ ਤੁਹਾਨੂੰ ਮੈਂ ਐਡਵਰਡ ਜੈਨਰ ਦਿਖਾ ਦਿੰਦਾ। ਐਡਵਰਡ ਜੈਨਰ ਇਹ ਹੈ, ਇਹ ਤੁਹਾਨੂੰ ਫੋਟੋ ਵੀ ਦੇਖੀ ਹੋਊਗੀ, ਟੀਕਾ ਲਾ ਰਿਹਾ ਹੁੰਦਾ ਛੋਟੇ ਜਿਹੇ ਬੱਚੇ ਨੂੰ। ਹੁਣ ਅਗਲੀ ਗੱਲ ਕਰਦੇ, ਫਸਟ ਵੈਕਸੀਨ ਕਿਹਨੇ ਬਣਾਈ ਸੀਗੀ? ਉਹ ਲੂਇਸ ਪਾਸਚਰ ਸੀਗਾ, ਲੂਇਸ ਪਾਸਚਰ ਨੇ ਬਣਾਈ ਸੀਗੀ। ਆਈਡੀਆ ਉਹਨੇ ਦਿੱਤਾ ਸੀਗਾ, ਕਨਸੈਪਟ ਉਹਦਾ ਸੀ, ਥਿਊਰੀ ਉਹਦੀ ਸੀਗੀ, ਪ੍ਰੈਕਟੀਕਲ ਇਹਦਾ ਸੀਗਾ, ਬਸ ਇਹ ਯਾਦ ਰੱਖ ਲਿਓ। ਅੱਗੇ ਕਹਿੰਦਾ ਜੀ ਜਿਹੜਾ ਫਸਟ ਵੈਕਸੀਨ ਬਣਾਇਆ ਸੀ ਲੂਇਸ ਪਾਸਚਰ ਨੇ, ਉਹ ਕਿਹੜੀ ਬਿਮਾਰੀ ਦੇ ਅਗੇਂਸਟ ਬਣਾਇਆ ਸੀਗਾ? ਇਹ ਪੁੱਛ ਰਿਹਾ, ਠੀਕ ਹੈ ਜੀ, ਕਿਹੜੀ ਬਿਮਾਰੀ ਦੇ ਅਗੇਂਸਟ ਉਹਨੇ ਬਣਾਇਆ ਸੀਗਾ? ਤਾਂ ਰੇਬੀਜ਼ ਵਾਇਰਸ, ਠੀਕ ਹੈ ਜੀ, ਰੇਬੀਜ਼ ਵਾਇਰਸ ਦੇ ਅਗੇਂਸਟ। ਤਾਂ ਆ ਲਿਖਿਆ ਵੀ ਹੋਇਆ ਰਾਜੇ, ਤੁਹਾਨੂੰ ਮੈਂ ਸ਼ਾਇਦ ਪੜਾਇਆ ਵੀ ਹੋਇਆ, ਠੀਕ ਹੈ, ਤੁਹਾਨੂੰ ਮੈਂ ਥਿਊਰੀ ਦੇ ਵਿੱਚ ਪੜਾਇਆ ਹੋਇਆ ਵੀ 6 ਜੁਲਾਈ 1885 ਨੂੰ ਪਾਸਚਰ ਨੇ 9 ਸਾਲ ਦੇ ਲੜਕੇ ਜਿਹਨੂੰ ਟੀਕਾ ਲਗਾਇਆ, ਜਿਹਨੂੰ ਇੱਕ ਪਾਗਲ ਕੁੱਤੇ ਨੇ ਕੱਟ ਲਿਆ ਸੀ। ਰੇਬੀਜ਼ ਦਾ ਮਤਲਬ ਇਹੀ ਹੁੰਦਾ ਜਿਹੜੀਆਂ ਲਾਰਾਂ ਹੁੰਦੀਆਂ ਨਾ ਕੁੱਤੇ ਦੀਆਂ, ਉਹ ਆਪਣੇ ਸਰੀਰ ਦੇ ਅੰਦਰ ਚਲੀਆਂ ਜਾਂਦੀਆਂ। ਆਪਾਂ ਆਮ ਹੀ ਕਹਿ ਦਿੰਦੇ ਯਾਰ ਕੁੱਤੇ ਨੇ ਕੱਟ ਲਿਆ ਨਾ, 12 ਟੀਕੇ ਲੱਗਣਗੇ, 18 ਟੀਕੇ ਲੱਗਣਗੇ ਆਪਾਂ ਢਿੱਡ ਦੇ ਵਿੱਚ, ਉਹ ਆਪਾਂ ਕਹਿ ਦਿੰਦੇ ਆ, ਉਹ ਗੱਲ ਇਸ ਤਰ੍ਹਾਂ ਹੀ ਹੈ। ਅੱਗੇ ਕਹਿੰਦਾ ਜੀ ਫਸਟ ਸਾਇੰਟੀਫਿਕਲੀ ਅਪਰੂਵਡ ਵੈਕਸੀਨ, ਵਿਗਿਆਨਿਕ ਤੌਰ ਤੇ ਜਿਹੜੀ ਪ੍ਰਵਾਨਿਤ ਸੀਗੀ, ਠੀਕ ਹੈ ਜੀ, ਆਥੋਰਾਈਜ਼ ਸੀਗੀ, ਉਹ ਕਿਹੜੀ ਵੈਕਸੀਨ ਸੀਗੀ? ਇਹਦਾ ਆਨਸਰ ਤੁਸੀਂ ਕਰ ਸਕਦੇ ਹੋ ਰਾਜੇ, ਚੇਚਕ ਦਾ ਜਿਹੜਾ ਟੀਕਾ ਹੈਗਾ ਸਮਾਲ ਪੌਕਸ ਵੈਕਸੀਨ, ਠੀਕ ਹੈ, ਸਭ ਤੋਂ ਪਹਿਲੀ, ਠੀਕ ਹੈ, ਲੂਇਸ ਪਾਸਚਰ ਨੇ ਜਿਹੜੀ ਬਣਾਈ ਸੀਗੀ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਵਿਟਾਮਿਨ ਇਜ਼ ਨੈਸੈਸਰੀ ਫॉर ਦਾ ਬਲੱਡ ਕੋਐਗੂਲੇਸ਼ਨ। ਕੋਐਗੂਲੇਸ਼ਨ ਦਾ ਮਤਲਬ ਹੁੰਦਾ ਕਲੌਟਿੰਗ, ਕੋਐਗੂਲੇਸ਼ਨ ਦਾ ਮਤਲਬ ਕੀ ਹੁੰਦਾ ਰਾਜੇ? ਕਲੌਟਿੰਗ ਦਾ ਮਤਲਬ ਹੁੰਦਾ ਜੰਮਣਾ, ਠੀਕ ਹੈ, ਜਦੋਂ ਖੂਨ ਆਪਣੇ ਬਾਹਰ ਆਉਂਦਾ ਜੰਮ ਜਾਂਦਾ। ਤਾਂ ਇਹ ਕਿਹੜਾ ਵਿਟਾਮਿਨ ਹੈਗਾ? ਇਹ ਤਾਂ ਚਲੋ ਤੁਹਾਨੂੰ ਆਉਂਦਾ ਹੀ ਹੋਊਗਾ, ਇੰਨੀ ਵਾਰੀ ਕਰਵਾਤਾ ਮੈਂ, ਵਿਟਾਮਿਨ K ਹੈ। ਦੇਖੋ ਵਿਟਾਮਿਨ K ਦਾ ਜਿਹੜਾ ਸੋਰਸ ਕੀ ਹੈ? ਟਮਾਟੋ ਹੈ, ਫਿਸ਼ ਹੈ, ਕੌਲੀਫਲਾਵਰ, ਗੋਭੀ, ਸਪੈਨਿਸ਼ ਕੀ ਹੋ ਗਿਆ ਆਪਣਾ, ਠੀਕ ਹੈ ਜੀ, ਪਾਲਕ, ਬਰੋਕਲੀ ਹੋ ਗਈ, ਠੀਕ ਹੈ ਜੀ, ਪੰਪਕਿਨ ਹੋ ਗਿਆ, ਠੀਕ ਹੈ, ਕੱਦੂ,
ठीक है, घीया जिन्होंने आप कह दें, कद्दू कह दें, वैसे तो इन्हू पेठा भी कहते हैं पंजाबी दे विच। ठीक है जी, थोड़े ग्रीन पी मटर हो गए थोड़े। ठीक है, ये सारा चीज़ होंगी है। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਅ ਫੈਟ ਸੂਲੇਬਲ ਵਿਟਾਮਿਨ, ਚਰਬੀ ਨਾਲ ਘੁਲਣਸ਼ੀਲ ਵਿਟਾਮਿਨ ਕਿਹੜੇ ਹੈਗੇ ਆ, ਇਹ ਯਾਦ ਰੱਖਣੇ ਬੇਟੇ, ਤੋਂ ਬਹੁਤ ਕੁਐਸਚਨ ਆਉਣਗੇ। ਵਿਟਾਮਿਨ ਕੇ ਹੋ ਗਿਆ ਤੁਹਾਡਾ, ਇਸ ਤੋਂ ਇਲਾਵਾ ਤੁਹਾਡੇ ਦੇਖੋ ਵਿਟਾਮਿਨ ਏ ਹੋ ਗਿਆ, ਵਿਟਾਮਿਨ ਡੀ ਹੋ ਗਿਆ, ਈ ਹੋ ਗਿਆ, ਕੇ ਹੋ ਗਿਆ। ਜਿਹੜੇ ਬੀ ਤੇ ਸੀ ਆ ਦੋਨੇ ਪਾਣੀ ਵਿੱਚ ਘੁਲਣਸ਼ੀਲ ਹੈ। ਬੀ ਦੇ ਅੱਗੇ B1 B2 B12 ਇਸ ਤਰ੍ਹਾਂ ਆ ਜਾਂਦੇ ਆ। ਤਾਂ ਵਿਟਾਮਿਨ ਏ ਹੋ ਗਿਆ ਰਾਜੇ, ਤੁਹਾਨੂੰ ਯਾਦ ਵੀ ਰੱਖਣਾ, ਵਿਟਾਮਿਨ ਏ ਦੇਖੋ ਅੱਖਾਂ ਵਾਸਤੇ ਹੈ, ਵਿਟਾਮਿਨ ਡੀ ਹੱਡੀਆਂ ਵਾਸਤੇ, ਵਿਟਾਮਿਨ ਈ ਸਕਿਨ ਵਾਸਤੇ, ਵਿਟਾਮਿਨ ਕੇ ਕਾਹਦੇ ਵਾਸਤੇ, ਦੇਖੋ ਖੂਨ ਬਾਹਰ ਆ ਰਿਹਾ ਉਹਨੂੰ ਜੰਮ ਜਾਂਦਾ, ਕਲੌਟਿੰਗ ਹੋ ਜਾਂਦੀ ਹੈ, ਜਾਂ ਟਿਸ਼ੂ ਜਿਹੜੇ ਡਿਵੈਲਪ ਹੁੰਦੇ ਆਪਣੇ ਉਹ ਇਹੀ ਕਰਦਾ ਹੈ। ਤਾਂ ਬਹੁਤ ਇੰਪੋਰਟੈਂਟ ਹੈ ਰਾਜੇ ਵਿਟਾਮਿਨ। ਮੈਂ ਕਰਾਇਆ ਹੋਇਆ ਥਿਊਰੀ ਵੀ, ਦੇਖੋ ਪੜ੍ਹ ਲਈ ਇਹ ਤਾਂ ਠੀਕ ਹੈ, ਨਹੀਂ ਪੜ੍ਹੀ ਤਾਂ ਹੁਣ ਦੇਖੋ ਕੁਐਸਚਨ ਹੀ ਪੜ੍ਹ ਲਓ, ਟਾਈਮ ਨਹੀਂ ਹੈਗਾ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਅ ਵਾਟਰ ਸੋਲੇਬਲ ਵਿਟਾਮਿਨ। ਠੀਕ ਹੈ, ਤੁਹਾਨੂੰ ਦੱਸ ਦਿੱਤਾ ਰਾਜੇ ਕਿਹੜੇ ਆ, ਵਿਟਾਮਿਨ ਸੀ ਤੇ ਵਿਟਾਮਿਨ ਬੀ। ਠੀਕ ਹੈ, ਵਿਟਾਮਿਨ ਬੀ ਦੇ ਸਾਰੇ ਆ ਜਾਣਗੇ, ਵਿਟਾਮਿਨ B1 ਥਾਈਮਾਈਨ, B2 ਰਿਬੋਫਲੇਵਿਨ, ਨੈਸਿਨ, B3 B5 ਪੈਂਥੋਨਿਕ ਐਸਿਡ, B6 ਪਾਇਰੋਡੋਕਸਾइन, B7 ਬਾਇਓਟਿਨ। ਠੀਕ ਹੈ, B9 ਠੀਕ ਹੈ ਜੀ ਤੁਹਾਡਾ ਹੋ ਗਿਆ, B12 ਹੋ ਗਿਆ, ਤੇ C ਤੁਹਾਡਾ ਕੀ ਹੋ ਗਿਆ, ਅਸਕੋਰਬਿਕ ਐਸਿਡ। ਇਹ ਸਾਰੇ ਯਾਦ ਰੱਖਣੇ, ਸਾਰੇ ਪਾਣੀ 'ਚ ਘੁਲਣਸ਼ੀਲ ਹੈ। ਠੀਕ ਹੈ, ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਵਿਚ ਵਾਟ ਇਜ਼ ਦਾ ਕਾਜ਼ ਆਫ ਬੇਰੀ ਦਾ ਰੋਗ ਹੁੰਦਾ ਰਾਜੇ, ਜਿਵੇਂ ਆ ਦੇਖੋ ਸਕਿਨ ਦੇ ਉੱਪਰ ਇਸ ਤਰ੍ਹਾਂ ਹੋ ਜਾਂਦਾ ਹੈ। ਤਾਂ ਬੇਰੀ ਦਾ ਰੋਗ ਤੁਹਾਨੂੰ ਬਹੁਤ ਵਾਰੀ ਕੁਐਸਚਨ ਆਉਂਦਾ, ਆਪਾਂ ਛੋਟੇ ਹੁੰਦੇ ਪੜ੍ਹਦੇ ਆਏ ਆ ਰਾਜੇ, ਵਿਟਾਮਿਨ B1 ਦੀ ਕਮੀ ਕਰਕੇ। ਵਿਟਾਮਿਨ ਕਈ ਵਾਰੀ ਕੱਲਾ ਕੁਐਸਚਨ ਦੇ ਵਿੱਚ B ਪਿਆ ਹੁੰਦਾ, C D ਇਸ ਤਰ੍ਹਾਂ ਪਿਆ ਹੁੰਦਾ, ਤਾਂ B ਆਂਸਰ ਆ ਜਾਊਗਾ। ਅੱਗੇ B ਦੀ ਫਰਦਰ ਕੈਟੇਗਰੀ ਪੁੱਛੂਗਾ ਤਾਂ B1। ਅੱਗੇ ਆ ਗਿਆ ਜੀ ਵਿਟਾਮਿਨ B3। ਠੀਕ ਹੈ ਜੀ, ਵਿਟਾਮਿਨ B3 ਨੂੰ ਕੀ ਕਹਿੰਦੇ ਰਾਜੇ, ਤਾਂ ਇਹਦਾ ਦੇਖੋ ਵਿਗਿਆਨਿਕ ਨਾਮ ਪੁੱਛ ਲਿਆ ਵਿਟਾਮਿਨ B3 ਦਾ, ਤਾਂ ਹੁਣੇ ਦੱਸ ਕੇ ਹਟਿਆ ਮੈਂ, ਨਾਈਸਾਈਨ। ਠੀਕ ਹੈ, ਨਿਆਸੀਨ ਕਹਿ ਦਿੰਦੇ ਆ। ਅੱਗੇ ਆ ਗਿਆ ਜੀ ਅਨੀਮੀਆ ਕਿਹਦੀ ਘਾਟ ਕਾਰਨ ਹੁੰਦਾ, ਅਨੀਮੀਆ ਕਿਹਦੀ ਘਾਟ ਕਾਰਨ ਹੁੰਦਾ ਰਾਜੇ, ਫੋਲਿਕ ਐਸਿਡ। ਠੀਕ ਹੈ ਜੀ, ਅਨੀਮੀਆ ਦੇਖੋ, ਅਨੀਮੀਆ ਦੇ ਵਿੱਚ ਕੀ ਹੁੰਦਾ, ਜਿਹੜੇ ਬਲੱਡ ਸੈੱਲ ਹੁੰਦੇ ਆ, ਦੇਖੋ ਨਾਰਮਲ ਬਲੱਡ ਸੈੱਲ ਹੈ, ਅਨੀਮੀਆ ਦੇ ਵਿੱਚ ਜਿਹੜੇ ਰੈੱਡ ਬਲੱਡ ਸੈੱਲ ਹੁੰਦੇ ਉਹ ਘਟ ਜਾਂਦੇ ਆ। ਮਤਲਬ ਕਿ ਰੈੱਡ ਬਲੱਡ ਸੈੱਲ ਘਟਣ ਦੇ ਨਾਲ ਕੀ ਹੁੰਦਾ, ਕੀ ਹੈ, ਰੈੱਡ ਬਲੱਡ ਸੈੱਲ ਘਟਣ ਦੇ ਨਾਲ ਆਪਾਂ ਨੂੰ ਦੇਖੋ ਬਹੁਤ ਵੀਕ ਟਾਇਰਡ, ਆਪਾਂ ਨੂੰ ਮਤਲਬ ਸਾਹ ਲੈਣ 'ਚ ਕਮੀ। ਠੀਕ ਹੈ, ਆਪਾਂ ਨੂੰ ਠੰਡ ਲੱਗਦੀ ਹੈ, ਅੱਖਾਂ ਥੱਲੇ ਆ ਦੇਖੋ ਰੈੱਡ ਹੋ ਜਾਂਦਾ, ਇਹ ਸਾਰਾ ਅਨੀਮੀਆ ਦੇ ਕਰਕੇ ਹੁੰਦਾ ਹੈ। ਅੱਗੇ ਆਪਾਂ ਗੱਲ ਕਰੀਏ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ એનર્ਜੀ ਫੂਡ। ਇਹ ਮੈਂ ਕੁਐਸਚਨ ਕਰਵਾਇਆ ਸੀ, ਮੈਨੂੰ ਲੱਗਦਾ ਆਹ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋਇਆ, ਉਹ 'ਚ ਬੱਚੇ ਕਹਿ ਰਹੇ ਵੀ ਆਇਆ, ਮੈਂ ਪੇਪਰ ਨਹੀਂ ਦੇਖਿਆ ਪਰ ਬੱਚਿਆਂ ਨੇ ਮੈਨੂੰ ਦੱਸਿਆ। ਕਾਰਬੋਹਾਈਡਰੇਟ ਜਿਹੜੇ ਫੈਟ ਹੁੰਦੇ ਰਾਜੇ, ਇਹ ਜ਼ਿਆਦਾ એનર્ਜੀ ਪ੍ਰੋਵਾਈਡ ਕਰਦੇ ਆਪਣੀ ਬੋਡੀ ਨੂੰ। ਠੀਕ ਹੈ ਜੀ, ਕਾਰਬੋਹਾਈਡਰੇਟ ਐਂਡ ਫੈਟ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਕੰਸੀਡਰਡ ਐਟ ਦਾ ਕੰਪਲੀਟ ਪ੍ਰੋਟੀਨ ਫੂਡ। ਕੰਪਲੀਟ ਪ੍ਰੋਟੀਨ ਕਿਹਦੇ ਵਿੱਚ ਪਾਇਆ ਜਾਂਦਾ ਰਾਜੇ, ਠੀਕ ਹੈ ਜੀ, ਇਹ ਹੈਗਾ ਜੀ ਸੋਇਆਬੀਨ। ਕਈਆਂ ਨੂੰ ਭੁਲੇਖਾ ਹੁੰਦਾ ਮੀਟ ਤੇ ਐਗ, ਪਰ ਸੋਇਆਬੀਨ ਦੇ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਵਿਚ ਵਿਟਾਮਿਨ ਇਜ਼ ਡਿਸਟਰੋਇਡ ਬਾਈ ਵਾਸ਼ਿੰਗ ਪੀਲਡ ਵੈਜੀਟੇਬਲ। ਸਬਜ਼ੀਆਂ ਛਿੱਲੀਆਂ ਹੋਈਆਂ ਸਬਜ਼ੀਆਂ ਨੂੰ ਅਗਰ ਆਪਾਂ ਧੋ ਦਾਂਗੇ, ਦੇਖੋ ਪਾਣੀ 'ਚ ਘੁਲਣਸ਼ੀਲ ਕਿਹੜਾ ਹੈਗਾ, ਵਿਟਾਮਿਨ C। ਕਿਹੜਾ ਹੈਗਾ ਜੀ, ਵਿਟਾਮਿਨ C। ਤਾਂ ਰਾਈਟ ਆਂਸਰ ਬਣ ਗਿਆ ਤੁਹਾਡਾ C ਬਣ ਗਿਆ। ਠੀਕ ਹੈ ਜੀ, C ਆਂਸਰ ਬਣ ਗਿਆ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਕੈਲਸ਼ੀਅਮ ਵਰਕ ਟੂ ਮੇਕ ਸਟਰੋਂਗ ਬੋਨਸ। ਸਟਰੋਂਗ ਬੋਨ ਵਾਸਤੇ ਹੱਡੀਆਂ ਨੂੰ ਕੌਣ ਮਜ਼ਬੂਤ ਕਰਦਾ ਰਾਜੇ, ਤਾਂ ਹੱਡੀਆਂ ਨੂੰ ਵਿਟਾਮਿਨ D ਕਰਦਾ, ਤੁਹਾਨੂੰ ਮੈਂ ਦੱਸਿਆ ਹੋਇਆ। ਠੀਕ ਹੈ, ਤੇ ਜੇ ਵਿਟਾਮਿਨ D ਦੀ ਕਮੀ ਹੋਊਗੀ ਤਾਂ ਰਿਕਟਸ ਹੋ ਜਾਂਦਾ ਹੈ, ਜਾਂ ਫਿਰ ਓਸਲਮੀਆ ਹੋ ਜਾਂਦਾ ਹੈ, ਤੁਹਾਨੂੰ ਮੈਂ ਅੱਗੇ ਪੜ੍ਹਾ ਵੀ ਦਊਂਗਾ। ਅੱਗੇ ਕਹਿੰਦਾ ਜੀ ਵਾਟ ਇਜ਼ ਦਾ ਡਾਈਟ ਦੈਟ ਕੰਟੇਨ ਦਾ ਰਾਈਟ ਅਮਾਊਂਟ ਆਫ એનર્ਜੀ, ਕਾਰਬੋਹਾਈਡਰੇਟ, ਪ੍ਰੋਟੀਨ, ਫੈਟ, ਫਾਈਬਰ, ਵਿਟਾਮਿਨ। ਕਹਿਣ ਦਾ ਮਤਲਬ ਹਰੇਕ ਨਿਊਟ੍ਰੀਐਂਟ ਆਪਾਂ ਪ੍ਰੋਪਰ ਮਾਤਰਾ 'ਚ ਲੈ ਰਹੇ ਹਾਂ, ਉਸ ਡਾਈਟ ਨੂੰ ਕੀ ਕਵਾਂਗੇ ਆਪਾਂ, ਕੰਪਲੀਟ ਡਾਈਟ ਕਵਾਂਗੇ ਜਾਂ ਬੈਲੈਂਸ ਡਾਈਟ ਕਵਾਂਗੇ। ਇੱਥੇ ਬਹੁਤ ਭੁਲੇਖਾ ਖਾਂਦੀ ਹੈ ਜਨਤਾ, ਤੇ ਜਨਤਾ ਭੁਲੇਖਾ ਨਹੀਂ ਖਾਣਾ। ਬੈਲੈਂਸ ਡਾਈਟ ਕਿਹਨੂੰ ਕਹਿ ਦਿੰਦੇ ਆ, ਸੰਤੁਲਿਤ ਖੁਰਾਕ। ਕੀ ਕਹਿ ਦਿੰਦੇ ਆ, ਸੰਤੁਲਿਤ ਖੁਰਾਕ, ਪ੍ਰੋਪਰ ਖੁਰਾਕ। ਠੀਕ ਹੈ, ਸੰਤੁਲਿਤ, ਸੰਪੂਰਨ ਅਲੱਗ ਚੀਜ਼ ਹੁੰਦੀ ਹੈ, ਸੰਤੁਲਿਤ ਅਲੱਗ ਹੈ। ਸੰਪੂਰਨ ਦੇ ਵਿੱਚ ਤਾਂ ਆਪਾਂ ਇੱਕ ਚੀਜ਼ ਵੱਧ ਖਾ ਸਕਦੇ ਹਾਂ, ਘੱਟ ਖਾ ਸਕਦੇ ਹਾਂ। ਸੰਤੁਲਿਤ ਦੇ ਵਿੱਚ ਜਿੰਨੀ ਮਾਤਰਾ 'ਚ ਖਾਣੀ ਚਾਹੀਦੀ ਉਨੀ ਖਾਵਾਂਗੇ, ਇਹ ਫਰਕ ਹੁੰਦਾ ਹੈ। ਅੱਗੇ ਆ ਗਿਆ ਜੀ ਤੁਹਾਡਾ ਵੈਫ, WE ਵੈਫ। ਵੈਫ ਤੋਂ ਕੀ ਭਾਵ ਹੈ, ਤਾਂ ਸੌਖਾ ਜਿਹਾ ਵਰਲਡ ਫੂਡ ਪ੍ਰੋਗਰਾਮ। ਕੀ ਹੈ ਜੀ, ਵਰਲਡ ਫੂਡ ਪ੍ਰੋਗਰਾਮ। ਅਮਰੀਕਾ ਦਾ ਰਾਜੇ, USA ਨੇ ਚਲਾਇਆ ਸੀਗਾ ਇਹ, USA ਦਾ ਪ੍ਰੋਗਰਾਮ ਹੈ ਇਹ। ਠੀਕ ਹੈ, ਲਿਖਿਆ ਵੀ ਹੋਇਆ ਦੇਖੋ, the world food program is the food assistance branch of the United Nation of America. It is the largest, ਦੇਖੋ ਸਭ ਤੋਂ ਵੱਡੀ ਸੰਸਥਾ ਜਿਹੜੀ ਮਾਨਵਤਾ ਵਾਸਤੇ ਸਭ ਤੋਂ ਵੱਡੀ ਸੰਸਥਾ, ਜਿਹੜੀ ਕਿ ਸਕੂਲੀ ਭੋਜਨ ਪ੍ਰਦਾਨ ਕਰਦੀ ਹੈ। 1961 ਦੇ ਵਿੱਚ ਸਥਾਪਿਤ ਕੀਤੀ ਗਈ ਸੀਗੀ, ਤੇ 80 ਦੇਸ਼ ਇਹਦੇ ਕੀ ਨੇ, ਦਫ਼ਤਰ ਨੇ ਹਰੇਕ ਦੇਸ਼ ਦੇ ਵਿੱਚ। ਪਰ ਇਹਦਾ ਜਿਹੜਾ ਮੇਨ ਹੈੱਡਕੁਆਟਰ ਰੋਮ ਹੈ, ਇਹ ਯਾਦ ਰੱਖ ਲਿਓ। ਹੈੱਡਕੁਆਟਰ ਕਿੱਥੇ ਹੈ ਰਾਜੇ, ਰੋਮ ਦੇ ਵਿੱਚ ਹੈ ਇਹਦਾ ਹੈੱਡਕੁਆਟਰ। ਅੱਗੇ ਆ ਗਿਆ ਜੀ, ਕਹਿੰਦਾ ਸੈੱਲ ਆਰ ਕੋਮਨਲੀ ਨੋਨ ਐਜ਼ ਦਾ ਆਰਮੀ ਸੈੱਲ। ਹੁਣ ਆਪਣੇ ਵਿੱਚ ਰੈੱਡ ਬਲੱਡ ਸੈੱਲ ਹੁੰਦੇ ਆ, ਇੱਕ ਵਾਈਟ ਹੁੰਦੇ ਆ। ਆਰਮੀ ਦਾ ਮਤਲਬ ਜਿਹੜੇ ਆਪਾਂ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦੇ ਆ, ਉਹ ਹੁੰਦੇ ਆ ਜੀ ਵਾਈਟ ਬਲੱਡ ਸੈੱਲ, ਜਿਹਨੂੰ ਕਹਿੰਦੇ ਨੇ WBC, ਵਾਈਟ ਬਲੱਡ ਸੈੱਲ। ਇਹ ਹੁੰਦੇ ਆ ਜੀ ਆਰਮੀ ਸੈੱਲ। ਆਰਮੀ ਕੀ ਕਰਦੀ ਹੈ, ਦੁਸ਼ਮਣਾਂ ਨਾਲ ਲੜਦੀ ਹੈ। ਤੇ ਬਿਮਾਰੀਆਂ ਕੀ ਹੁੰਦੀਆਂ, ਇਨਸਾਨ ਦੀਆਂ ਦੁਸ਼ਮਣ। ਤਾਂ ਇਹਦੇ ਨਾਲ ਕੌਣ ਲੜੂਗਾ, ਵਾਈਟ ਬਲੱਡ ਸੈੱਲ ਲੜਨਗੇ। ਇੱਕ ਮਿੰਟ ਮੈਂ ਚੈੱਕ ਕਰਨਾ ਭਾਈ, ਮੈਂ ਲਾਈਟ ਦੀ ਬਹੁਤ ਪ੍ਰੋਬਲਮ ਹੈ, ਕਿਤੇ ਨਾ ਹੋਵੇ ਮੈਂ ਇਕੱਲਾ ਹੀ ਬੋਲੀ ਜਾਵਾਂ। ਚਲੋ ਜੀ, ਅੱਗੇ ਗੱਲ ਕਰਦੇ ਹਾਂ ਜੀ,
ਵਟ ਇਜ਼ ਇਨਕਲੂਡ ਇਨ ਦਾ ਸੋਰਸ ਆਫ ਵਿਟਾਮਿਨ ਸੀ। ਵਿਟਾਮਿਨ ਸੀ, ਠੀਕ ਹੈ ਜੀ, ਓਹੋ, ਠੀਕ ਹੈ, ਦੇ ਸਰੋਤ ਵਿੱਚ ਕੀ ਸ਼ਾਮਲ, ਉਹ ਮੈਂ ਉੱਥੇ ਲਿਖਣਾ ਹੁੰਦਾ ਵਟ ਇਜ਼ ਨਾਟ ਇਨਕਲੂਡਡ, ਠੀਕ ਹੈ, ਨਾਟ ਲਿਖ ਲਓ, ਕਿਹੜਾ ਨਹੀਂ ਹੈਗਾ। ਦੇਖੋ ਫਰੂਟ ਤਾਂ ਸਾਰੇ ਵਿਟਾਮਿਨ ਸੀ ਆ, ਲੈਮਨ ਹੋ ਗਿਆ ਤੁਹਾਡਾ, ਗ੍ਰੀਨ ਲੀਫੀ ਵੈਜੀਟੇਬਲ ਹੋ ਗਈ, ਲੇਕਿਨ ਸਨ ਰੇਜ਼ ਹੁੰਦੀਆਂ, ਉਹ 'ਚ ਕੀ ਮਿਲਦਾ ਆਪਾਂ ਨੂੰ, ਵਿਟਾਮਿਨ ਡੀ ਮਿਲਦਾ। ਕਿਹੜਾ ਨਹੀਂ ਸ਼ਾਮਲ ਹੈਗਾ, ਇਹ ਆਊਗਾ ਜੀ ਇਹਦਾ ਕੁਐਸਚਨ, ਠੀਕ ਹੈ। ਪੰਜਾਬੀ 'ਚ ਠੀਕ ਲਿਖਿਆ, ਅੰਗਰੇਜ਼ੀ ਥੋੜੀ ਜਿਹੀ ਕਮੀ ਹੋ ਗਈ, ਨੋਟ ਨਹੀਂ ਲਿਖਿਆ, ਤਾਂ ਇਹ ਨੋਟ ਕਰ ਲਿਓ ਜਿਨ੍ਹਾਂ ਨੇ ਨੋਟਸ ਵੀ ਲਏ ਆ। ਵਿਟਾਮਿਨ ਸੀ ਨੂੰ ਕਹਿੰਦਾ ਜੀ ਅਦਰ ਨੇਮ ਕੀ ਹੈ ਵਿਟਾਮਿਨ ਸੀ ਦਾ, ਤਾਂ ਹੁਣੇ ਤੁਹਾਨੂੰ ਮੈਂ ਪੜ੍ਹਾ ਕੇ ਤਾਂ ਗਿਆ, ਵਿਟਾਮਿਨ ਸੀ ਦਾ ਕੀ ਆ, ਅਸਕੋਰਬਿਕ ਐਸਿਡ ਹੈ ਜੀ, ਅਸਕੋਰਬਿਕ ਐਸਿਡ ਬਹੁਤ ਮਹੱਤਵਪੂਰਨ ਆ, ਤਾਂ ਕਰਕੇ ਇਹਦਾ ਨਾਮ ਵਾਰ-ਵਾਰ ਪੁੱਛਦੇ ਆ। ਅੱਗੇ ਆ ਗਿਆ ਜੀ, ਦੇਖੋ ਰਿਕਟਸ, ਰਿਕਟਸ ਦੇ ਵਿੱਚ ਕੀ ਹੁੰਦਾ, ਹੱਡੀਆਂ ਟੇਢੀਆਂ ਹੋ ਜਾਂਦੀਆਂ। ਰਿਕਟਸ ਰਾਜੇ ਬੱਚਿਆਂ ਦੇ ਵਿੱਚ ਹੁੰਦਾ ਰੋਗ, ਇਹ ਵਿਟਾਮਿਨ ਡੀ ਦੀ ਕਮੀ ਕਰਕੇ ਹੁੰਦਾ ਹੈ। ਕਹਿੰਦਾ ਦਿਸ देयर इज अ डिसीज इन चिल्ड्रन दैट इज कॉज्ड बाय द विटामिन डी, ਇਹਨੂੰ ਰਿਕਟਸ ਬੋਲਦੇ ਆ, ਰਿਕਟਸ। ਹੁਣ ਇਹੀ ਬਿਮਾਰੀ ਵੱਡਿਆਂ ਵਿੱਚ ਹੋ ਜਾਂਦੀ ਹੈ, ਇਹਨੂੰ ਉੱਥੇ ਬੋਲਦੇ ਆ ਆਸਟੀਓਮੈਲੇਸੀਆ, ਠੀਕ ਹੈ। ਇਹ ਵੱਡਿਆਂ ਦੇ ਵਿੱਚ ਹੁੰਦੀ ਹੈ, ਹੁੰਦਾ ਉਹੀ ਆ, ਹੱਡੀਆਂ ਨਰਮ ਹੋ ਜਾਂਦੀਆਂ। ਹੱਡੀਆਂ ਕੀ ਹੋ ਜਾਂਦੀਆਂ ਰਾਜੇ, ਨਰਮ ਹੋ ਜਾਂਦੀਆਂ, ਬਿਮਾਰੀ ਉਹੀ ਹੈ, ਤੇ ਇਹਨੂੰ ਕਹਿ ਦਿੰਦੇ ਆ ਹੱਡੀਆਂ ਦਾ ਨਰਮ ਹੋਣਾ, ਹੱਡੀਆਂ ਵਿੰਗੀਆਂ ਟੇਢੀਆਂ ਹੋ ਜਾਂਦੀਆਂ, ਠੀਕ ਹੈ। ਇਹ ਵੱਡਿਆਂ ਵਿੱਚ ਹੁੰਦੀ ਆ, ਉਹ ਕੀ ਆ, ਬੱਚਿਆਂ ਵਿੱਚ ਹੁੰਦੀ ਹੈ, ਹੁੰਦੀ ਦੋਨੇ ਵਿਟਾਮਿਨ ਡੀ ਦੀ ਕਮੀ ਕਰਕੇ ਹੈ। ਅੱਗੇ ਆ ਗਿਆ ਜਿਹਦਾ ਪ੍ਰੋਸੈਸ ਇਨ ਵਿਚ ਦਾ ਫੂਡ ਇਜ਼ ਕਨਵਰਟਡ ਇਨਟੂ ਦਾ એનર્ਜੀ ਐਂਡ ਦਾ ਸਬਸਟੈਂਸ ਨੀਡਡ ਫॉर ਗਰੋਥ। ਭੋਜਨ ਆਪਣਾ ਮਤਲਬ ਕਿ એનર્ਜੀ ਦਿੰਦਾ ਆਪਾਂ ਨੂੰ, ਤੇ ਲੋੜੀਂਦੇ ਪਦਾਰਥ ਦਿੰਦਾ, ਨਿਊਟ੍ਰੀਐਂਟਸ ਦਿੰਦਾ ਆਪਾਂ ਨੂੰ, ਠੀਕ ਹੈ। ਤਾਂ ਇਹਦਾ ਮਤਲਬ ਕੀ ਹੁੰਦਾ ਰਾਜੇ, ਇਹਦਾ ਕੀ ਮਤਲਬ ਹੋ ਗਿਆ ਕਿ ਆਪਣਾ ਪੋਸ਼ਣ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਿਊਟ੍ਰੀਐਂਟਸ, ਨਿਊਟ੍ਰੀਸ਼ਨ ਕਹਿ ਦਿੰਦੇ ਆਪਾਂ ਪੋਸ਼ਣ, ਜਿਹਦੇ ਅੰਦਰ ਆਪਾਂ ਨੂੰ ਕੀ ਮਿਲਦੇ ਆ, ਪੌਸ਼ਟਿਕ ਤੱਤ ਮਿਲਦੇ ਆ, ਨਿਊਟ੍ਰੀਐਂਟਸ ਮਿਲਦੇ ਆ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੋਸਟ ਇੰਪੋਰਟੈਂਟ ਨਿਊਟ੍ਰੀਐਂਟ ਟੂ ਦਾ ਪ੍ਰੀਵੈਂਟ ਬਰਥ ਡਿਫੈਕਟਸ ਡਿਊਰਿੰਗ ਦਾ अर्ਲੀ ਸਟੇਜ ਆਫ ਪ੍ਰੈਗਨੈਂਸੀ। अर्ਲੀ ਸਟੇਜ ਆਫ ਪ੍ਰੈਗਨੈਂਸੀ ਦੇ ਵਿੱਚ ਆਪਾਂ ਨੂੰ ਕਿਹੜਾ ਆਪਾਂ ਨੂੰ ਚੀਜ਼ ਜਿਹੜਾ ਨਿਊਟ੍ਰੀਐਂਟ ਹੁੰਦਾ ਉਹ ਹੈਲਪ ਕਰਦਾ ਹੈ, ਠੀਕ ਹੈ ਜੀ। ਇਹ ਥੋੜਾ ਜਿਹੜਾ ਆਨਸਰ ਬਣੂਗਾ ਰਾਜੇ, ਇਹ ਬਣਦਾ ਜੀ ਫੋਲਿਕ ਐਸਿਡ। ਇਹੀ ਦੇਖੋ, ਤੁਹਾਨੂੰ ਮੈਂ ਇੱਕ ਕੁਐਸਚਨ ਘੁਮਾ ਕੇ ਆ ਸਕਦਾ ਵੀ ਗਰਭਵਤੀ ਔਰਤ ਨੂੰ ਸਭ ਤੋਂ ਜ਼ਿਆਦਾ ਕੀ ਚਾਹੀਦਾ, ਫੋਲਿਕ ਐਸਿਡ ਚਾਹੀਦਾ, ਤਾਂ ਇਹ ਇੱਥੇ ਕੁਐਸਚਨ ਘੁਮਾ ਕੇ ਉਲਟ ਲਿਖਤਾ, ਗੱਲਬਾਤ ਉਹੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਵਾਟ ਇਜ਼ ਦਾ ਬਿਗੇਸਟ ਕਾਜ਼ ਆਫ ਦਾ ਬਲਾਈਂਡਨੈਸ। ਤਾਂ ਬਲਾਈਂਡਨੈਸ ਦੇਖੋ, ਇਹ ਤਾਂ ਅੱਖਾਂ ਬੰਦ ਕਰਕੇ ਤੁਸੀਂ ਆਨਸਰ ਲਾ ਸਕਦੇ ਆ, ਮੈਂ ਤੁਹਾਨੂੰ ਦੱਸਿਆ ਵਿਟਾਮਿਨ ਏ ਆਊਗਾ ਅੱਖਾਂ ਦੀ ਬਿਮਾਰੀ ਦੇ ਰਿਲੇਟਡ। ਅੱਗੇ ਆ ਗਿਆ ਜੀ, ਵਿਚ ਆਫ ਦਾ ਫੋਲੋਇੰਗ ਵਿਟਾਮਿਨ ਹਾਰਮੋਨ ਵਰਕ, ਕਿਹੜਾ ਵਿਟਾਮਿਨ ਹਾਰਮੋਨ ਵਜੋਂ ਕੰਮ ਕਰਦਾ ਹੈ, ਇਹ ਕਰਦਾ ਜੀ ਵਿਟਾਮਿਨ ਡੀ, ਠੀਕ ਹੈ। ਅੱਗੇ ਆ ਗਿਆ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਬੈਸਟ ਸੋਰਸ ਆਫ ਵਿਟਾਮਿਨ ਏ। ਵਿਟਾਮਿਨ ਏ ਕਿਹਦੇ ਵਿੱਚ ਪਾਇਆ ਜਾਂਦਾ ਰਾਜੇ, ਸਭ ਤੋਂ ਜ਼ਿਆਦਾ ਪਾਇਆ ਜਾਂਦਾ ਜੀ ਸਾਡਾ ਸ਼ੱਕਰਕੰਦੀ ਦੇ ਵਿੱਚ, ਸ਼ੱਕਰਕੰਦ ਕਹਿੰਦੇ ਨੇ ਜਿਹਨੂੰ ਆਪਾਂ, ਠੀਕ ਹੈ, ਸਵੀਟ ਪੋਟੈਟੋ, ਠੀਕ ਹੈ, ਸਵੀਟ ਪੋਟੈਟੋ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਵਿਟਾਮਿਨ ਏ ਦਾ ਨਾਮ ਕੀ ਹੈ, ਵਿਗਿਆਨਿਕ ਨਾਮ, ਠੀਕ ਹੈ ਜੀ, ਇਹ ਤੁਹਾਨੂੰ ਦੱਸ ਸਕਦੇ ਆ ਰੈਟੀਨੋਲ, ਰੈਟੀਨੋਲ ਕਹਿੰਦੇ ਆ ਵਿਟਾਮਿਨ ਏ ਨੂੰ। ਅੱਗੇ ਆ ਗਿਆ ਜੀ ਆਪਣਾ ਆਇਓਡੀਨ ਦੀ ਕਮੀ ਨਾਲ ਕੀ ਹੁੰਦਾ, ਖੇਂਗਾ, ਜਿਹਨੂੰ ਆਪਾਂ ਕਹਿੰਦੇ ਨੇ ਗੋਇਟਰ, ਗਲਾ ਸੁੱਜ ਜਾਂਦਾ ਆਪਣਾ, ਠੀਕ ਹੈ। ਦੇਖੋ ਆ ਦੇਖੋ, ਗੋਇਟਰ ਜਿਹਨੂੰ ਖੇਂਗਾ ਕਹਿੰਦੇ, ਘੇਂਗਾ ਹਿੰਦੀ ਦੇ ਵਿੱਚ, ਠੀਕ ਹੈ। ਤਾਂ ਇਹ ਹੈਗਾ ਜੀ ਗੋਇਟਰ। ਕਹਿੰਦਾ ਜੀ ਅਗਲਾ ਕੁਐਸਚਨ ਹੈ, ਵਿਚ ਸਟੇਜ ਦਾ ਫਿਜ਼ੀਕਲ ਗਰੋਥ ਇਜ਼ ਰੈਪਿਡ, ਸਭ ਤੋਂ ਜ਼ਿਆਦਾ ਵਿਕਾਸ ਹੁੰਦਾ, ਇਹਦੇ ਰਿਲੇਟਡ ਬਹੁਤ ਮੈਨੂੰ ਆਏ, ਸਰ ਜੀ ਸਾਡਾ ਤੁਹਾਡਾ ਆਨਸਰ ਸਹੀ ਨਹੀਂ ਹੈਗਾ, ਉਹ ਆ ਸਹੀ ਆ ਬਈ, ਇਨਫੈਂਸੀ ਜਿਹਨੂੰ ਆਪਾਂ ਬਚਪਨ ਕਹਿੰਦੇ ਆ, ਬਚਪਨ ਸਭ ਤੋਂ ਵੱਧ ਗਰੋਥ ਹੁੰਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਹੂ ਇਜ਼ ਸੋਸ਼ਲ ਸਿਕਿਉਰਿਟੀ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰ, ਪੰਜਾਬ ਦੀ ਕਿਹੜੀ ਮਿਨਿਸਟਰ ਹੈ ਭਾਈ, ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਕੌਣ ਹੈ, ਤੁਹਾਨੂੰ ਮੈਂ ਕਰਵਾਇਆ ਹੋਇਆ, ਆ ਲੇਡੀਜ਼ ਨੂੰ ਤੁਸੀਂ ਪਛਾਣ ਲਓ, ਤੁਹਾਨੂੰ ਪਤਾ ਲੱਗ ਜਾਊਗਾ ਇਹ ਲੇਡੀਜ਼ ਕੌਣ ਹੈ, ਡਾਕਟਰ ਬਲਜੀਤ ਕੌਰ ਹੈ ਮਲੋਟ ਤੋਂ, ਠੀਕ ਹੈ ਜੀ, ਮਲੋਟ ਤੋਂ ਜਿੱਤੇ ਨੇ ਇਹ। ਅੱਗੇ ਆ ਗਿਆ ਜੀ ਵੂਮਨ ਹੈਲਪਲਾਈਨ ਨੰਬਰ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਭਾਈ, ਤੁਸੀਂ ਸਾਰੀ ਲੇਡੀਜ਼ ਨੂੰ, ਤੁਹਾਨੂੰ ਹੈਲਪਲਾਈਨ, ਠੀਕ ਹੈ ਜੀ, ਤੁਹਾਡੇ ਨਾਲ ਕੋਈ ਛੇੜਖਾਨੀ ਕਰਦਾ, ਕੋਈ ਕੁੱਟਮਾਰ ਕਰਦਾ ਘਰ ਦੇ ਵਿੱਚ, ਤੁਸੀਂ ਇਸ ਨੰਬਰ ਤੇ ਕੀ ਆ ਸ਼ਿਕਾਇਤ ਦਰਜ ਕਰ ਸਕਦੇ ਹੋ, 1091। ਅਗਲਾ ਆ ਗਿਆ ਚਾਈਲਡ ਹੈਲਪਲਾਈਨ ਨੰਬਰ, ਇਹ ਆਪਣੇ ਸਕੂਲਾਂ 'ਚ ਪੜਾਇਆ ਨਹੀਂ ਜਾਂਦਾ, ਬਟ ਬਾਹਰਲੇ ਦੇਸ਼ਾਂ 'ਚ ਸਭ ਤੋਂ ਵੱਧ ਇਹ ਪੜਾਇਆ ਜਾਂਦਾ ਹੈ, ਤਾਂ 1098 ਹੈਗਾ ਜੀ ਚਾਈਲਡ ਹੈਲਪਲਾਈਨ ਨੰਬਰ। ਅੱਗੇ ਆ ਗਿਆ ਜੀ ਫੁੱਲ ਫਾਰਮ ਆਫ ECE, ਚਲੋ ਇਹ ਤਾਂ ਤੁਸੀਂ ਦੱਸ ਹੀ ਸਕਦੇ ਹੋ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ, अर्ਲੀ ਚਾਈਲਡਹੁੱਡ ਐਜੂਕੇਸ਼ਨ। ਅਗਲਾ ਆ ਗਿਆ ਜੀ, ਇਹਦੇ ਵਿੱਚ ਈਅਰ ਗਵਰਨਮੈਂਟ ਆਫ ਇੰਡੀਆ ਅਡਾਪਟ ਦਾ ਨੈਸ਼ਨਲ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਪਾਲਿਸੀ, ਤੁਹਾਨੂੰ ਦੱਸਿਆ ਜੀ ਪਹਿਲਾਂ ਕੀ ਆਈ ਸੀਗੀ, ਇੰਟਰਨੈਸ਼ਨਲ ਲੈਵਲ ਤੇ ਆਈ ਸੀ, ਇੰਡੀਆ ਨੇ ਬਾਅਦ ਚ ਅਡਾਪਟ ਕੀਤੀ ਹੈ, ਤਾਂ ਕਦੋਂ ਕੀਤੀ ਹੈ, 2013 ਦੇ ਵਿੱਚ ਅਡਾਪਟ ਕੀਤੀ ਇੰਡੀਆ ਨੇ। ਫੁੱਲ ਫਾਰਮ ਆਫ IECEI, ਠੀਕ ਹੈ, ਫੁੱਲ ਫਾਰਮ ਦੱਸਣੀ ਹੈ ਤੁਸੀਂ ਰਾਜੇ, ਤਾਂ ਇਹਦੀ ਫੁੱਲ ਫਾਰਮ ਹੈਗੀ ਆ ਇੰਡੀਅਨ अर्ਲੀ ਚਾਈਲਡਹੁੱਡ ਐਜੂਕੇਸ਼ਨ ਇੰਪੈਕਟ ਸਟੱਡੀ, ਠੀਕ ਹੈ ਜੀ। ਉਹਦੇ ਉੱਪਰ ਜੋ ਵੀ ਮਤਲਬ ਕਿ ਸਟੱਡੀ ਹੁੰਦੀ ਹੈ, ਇੰਪੈਕਟ ਮਤਲਬ ਕਿ ਕਿੰਨੀ ਕੁ ਉਹ ਮਤਲਬ ਕਿ ਵਿਕਸਿਤ ਹੋਈ ਹੈ ਜਾਂ ਨਹੀਂ ਹੋਈ। ਕਹਿੰਦਾ ਜੀ ਫੁੱਲ ਫਾਰਮ ਆਫ ICDS, ਇਹ ਮੈਂ ਤੁਹਾਨੂੰ ਨਹੀਂ ਕਰਾਉਂਗਾ, ਤੁਹਾਨੂੰ ਮੈਂ ਕਰਵਾਤਾ ਵਾਰ-ਵਾਰ, ਠੀਕ ਹੈ ਜੀ। ਅਗਲਾ ਕੁਐਸਚਨ ਦੀ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਰਗੇਨਾਈਜੇਸ਼ਨ ਵਰਕ ਫॉर ਦਾ ਵੈਲਫੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ, ਤਾਂ ਤੁਹਾਨੂੰ ਪਤਾ ਹੀ ਹੈ ਕਿਹੜੀ ਹੈ ਜੀ, UNICEF, ਕਿਹੜੀ ਹੈ ਜੀ, ਇਹਨੂੰ ਕੀ ਕਹਿੰਦੇ ਨੇ ਆਪਾਂ, ਯੂਨਾਈਟਿਡ, ਇਹਦਾ ਨਾਮ ਚੇਂਜ ਹੋ ਗਿਆ, ਤੁਹਾਨੂੰ ਪਤਾ ਹੀ ਹੈ ਸਭ ਨੂੰ, ਯੂਨਾਈਟਿਡ ਨੇਸ਼ਨ, ਠੀਕ ਹੈ, UN ਦੀ ਇਹ ਕੀ ਬੋਡੀ ਹੈ, ਯੂਨਾਈਟਿਡ ਨੇਸ਼ਨ ਇੰਟਰਨੈਸ਼ਨਲ, ਠੀਕ ਹੈ ਜੀ, ਇੰਟਰਨੈਸ਼ਨਲ ਚਿਲਡਰਨ
ਚਿਲਡਰਨਸ ਫੰਡ, ਠੀਕ ਹੈ ਜੀ। ਪਹਿਲਾਂ ਨਾਮ ਹੋਰ ਸੀਗਾ। ਹੈੱਡਕੁਆਟਰ ਕਿੱਥੇ ਹੈ? ਨਿਊਯਾਰਕ ਦੇ ਵਿੱਚ ਇਹਦਾ ਹੈੱਡਕੁਆਟਰ ਕਿੱਥੇ ਹੈ? ਨਿਊਯਾਰਕ ਦੇ ਵਿੱਚ ਹੈ। ਕਦੋਂ ਫਾਊਂਡ ਹੋਈ ਸੀਗੀ? ਕਦੋਂ ਫਾਊਂਡਡ ਹੋਈ ਹੈ ਰਾਜੇ? 11 ਦਸੰਬਰ 1946। ਹੈੱਡ ਕੌਣ ਹੈ ਦੀ? ਹੈੱਡ ਤੁਸੀਂ ਦੱਸ ਸਕਦੇ ਹੋ, ਮੈਂ ਲਾਸਟ ਵਰਡ ਦੱਸ ਦਿੰਦਾ, ਰੂਸਲ, ਠੀਕ ਹੈ। ਹੈੱਡ ਕੌਣ ਹੈ? ਸੀ, ਅੱਗੇ ਸੀ ਨਾਮ ਤੁਸੀਂ ਦੱਸਣਾ ਮੈਨੂੰ, ਰੂਸਲ ਮੈਂ ਦੱਸਦਾ ਪਿੱਛੇ, ਠੀਕ ਹੈ ਜੀ। ਤਾਂ ਇਹ ਹੈਗੀ ਹੈ ਜੀ ਤੁਹਾਡੀ UNICEF ਫॉर ਐਵਰੀ ਚਾਈਲਡ। ਇਹਦਾ ਮੋਟੋ ਕੀ ਹੈ ਦੇਖੋ, ਇਹਦਾ ਮੰਤਵ ਕੀ ਹੈ? ਫॉर ਐਵਰੀ ਚਾਈਲਡ, ਫॉर ਐਵਰੀ ਚਾਈਲਡ ਮਤਲਬ ਕਿ ਹਰੇਕ ਬੱਚੇ ਵਾਸਤੇ ਸੁਰੱਖਿਆ ਪ੍ਰਦਾਨ ਕਰਦੀ ਹੈ, ਫੰਡ ਪ੍ਰਦਾਨ ਕਰਦੀ ਹੈ। ਕਹਿੰਦਾ ਅੰਡਰ ਦੀ ਵਿਚ ਆਰਟੀਕਲ ਆਫ ਚਿਲਡਰਨ ਬਿਟਵੀਨ 6 ਤੋਂ 14 ਸਾਲ ਕਹਿੰਦਾ ਗਿਵਨ ਫ੍ਰੀ ਐਲੀਮੈਂਟਰੀ ਐਜੂਕੇਸ਼ਨ। ਕਿਹੜਾ ਆਰਟੀਕਲ ਕਹਿੰਦਾ ਭਾਈ ਫ੍ਰੀ ਐਜੂਕੇਸ਼ਨ ਮਿਲਣੀ ਚਾਹੀਦੀ ਉਹਨੂੰ? ਤਾਂ ਇਹ ਆਰਟੀਕਲ ਕਹਿੰਦਾ ਜੀ ਤੁਹਾਡਾ ਸੌਰੀ ਆਰਟੀਕਲ ਕਹਿੰਦਾ ਜੀ 21A, ਆਰਟੀਕਲ 21A ਕਹਿੰਦਾ। ਅੱਗੇ ਆ ਗਿਆ ਜੀ ਵਿਚ ਆਰਟੀਕਲ ਇਜ਼ ਫॉर द प्रोटेक्शन फ्रॉम द किडनैपिंग और मेमिंग एंड माइनर बैगिंग। कहने का मतलब अपंग करना ते उन्हां तो भीख मंगवाना। ਇਹ ਕਿਹੜਾ ਆਰਟੀਕਲ ਇਹ ਸੁਰੱਖਿਆ ਕਰਦਾ ਹੈ ਬੱਚਿਆਂ ਨੂੰ? ਇਹ ਆਰਟੀਕਲ 363A ਕਰਦਾ ਹੈ ਸੰਵਿਧਾਨ ਦਾ। ਅੱਗੇ ਆ ਗਿਆ ਜੀ ਵਿਚ ਐਕਟ ਇਜ਼ ਫॉर द प्रोटेक्शन फ्रॉम द बैगिंग, ਠੀਕ ਹੈ, ਭੀਖ ਮੰਗਣ ਤੋਂ ਬਚਣ ਵਾਸਤੇ। ਕਿਹੜਾ ਪੰਜਾਬ ਦੇ ਵਿੱਚ ਕਿਹੜਾ ਹੈਗਾ ਬੇਟੇ? ਪੰਜਾਬ ਦੇ ਵਿੱਚ ਹੈਗਾ ਪੰਜਾਬ ਪ੍ਰੀਵੈਂਸ਼ਨ ਆਫ ਦ ਬੈਗਰੀ ਐਕਟ 1971। ਅੱਗੇ ਆ ਗਿਆ ਜੀ ਜੁਵਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ, ਠੀਕ ਹੈ, ਤੁਹਾਨੂੰ ਪੜਾਇਆ ਹੋਇਆ। ਇੰਡੀਅਨ ਗਵਰਨਮੈਂਟ ਨੇ ਕਦੋਂ ਪਾਸ ਕੀਤਾ? ਤੁਸੀਂ ਇਹ ਆਨਸਰ ਕਰਨਾ 1993 ਦੇ ਵਿੱਚ, ਠੀਕ ਹੈ। 93 ਗਈ ਹੈ ਨਾ, 1993 ਨਹੀਂ ਹੈਗਾ। ਇੱਕ ਮਿੰਟ ਮੈਨੂੰ ਦਿਮਾਗ ਚਲਾਉਣ ਦਿਓ। ਹਾਂ 2000 ਸਨ, 2000 ਸੌਰੀ 2000, ਠੀਕ ਹੈ। ਇੱਕ ਤੁਸੀਂ ਮੈਨੂੰ ਇਹ ਦੱਸਣਾ ਅਮੈਂਡਮੈਂਟ ਕਦੋਂ ਹੋਈ ਸੀ ਇਹਦੇ ਵਿੱਚ? ਅਮੈਂਡਮੈਂਟ ਤੁਸੀਂ ਮੈਨੂੰ ਦੱਸ ਸਕਦੇ ਹੋ 2000 ਦੇ ਵਿੱਚ ਇਹ ਆਇਆ ਸੀਗਾ, ਅਮੈਂਡਮੈਂਟ ਕਦੋਂ ਹੋਈ ਸੀਗੀ? ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਚਲੋ ਆ ਹੀ ਗਿਆ ਤੁਹਾਡਾ ਜੁਵਲੀਅਨ ਜਸਟਿਸ ਐਕਟ 2015, ਅਮੈਂਡਮੈਂਟ 2015 ਚ ਹੋਈ ਸੀਗੀ। ਇਹਦੇ ਅਨੁਸਾਰ ਕਹਿੰਦਾ ਜੀ ਬੱਚਾ ਕੌਣ ਹੈ? ਪਹਿਲਾਂ 18 ਸਾਲ ਤੋਂ ਘੱਟ ਉਮਰ ਵਾਲੇ ਨੂੰ ਬੱਚਾ ਮੰਨਿਆ ਜਾਂਦਾ ਸੀਗਾ, ਪਰ ਦਿੱਲੀ ਦੇ ਵਿੱਚ ਜਦੋਂ ਰੇਪ ਹੋਇਆ ਸੀ ਉਹ ਕੁੜੀ ਨਾਲ ਬੱਸ ਦੇ ਵਿੱਚ, ਫਿਰ ਉਹਦੇ ਵਿੱਚ ਜਿਹੜੇ ਬੱਚੇ ਸੀ ਜਿਨ੍ਹਾਂ ਨੇ ਰੇਪ ਕੀਤਾ ਸੀ ਉਹ 18 ਸਾਲ ਤੋਂ ਘੱਟ ਸੀਗੇ, ਉਹਨਾਂ ਨੂੰ ਸਜ਼ਾ ਘੱਟ ਹੋਈ। ਫਿਰ ਇਹਨਾਂ ਨੇ ਅਮੈਂਡਮੈਂਟ ਕੀਤੀ, ਲੋਕਾਂ ਨੇ ਕੀ ਮਾਰੇ ਇਹਨਾਂ ਤੇ? ਤਾਨੇ ਮਾਰੇ, ਠੀਕ ਹੈ। ਇਹਨਾਂ ਨੂੰ ਕੀ ਕਰਵਾਇਆ? ਜਿਵੇਂ ਕਹਿੰਦੇ ਨੇ ਚੁੱਲੂ ਪਰ ਪਾਣੀ ਮੈਂ ਡੂਬ ਮਾਰ, ਠੀਕ ਹੈ। ਇਹਨਾਂ ਨੂੰ ਕੀ ਕੀਤੀ? ਬੇਇੱਜ਼ਤੀ ਕੀਤੀ, ਕਿਉਂਕਿ ਉਹ ਦੇਖੋ ਕੁੜੀ ਨਾਲ ਬਹੁਤ ਮਾੜਾ ਹੋਇਆ ਸੀ ਉਸ ਟਾਈਮ ਤੇ, ਉਹਨੂੰ ਪ੍ਰੋਪਰ ਕੀ ਮਿਲੀ? ਇਨਸਾਫ ਨਹੀਂ ਮਿਲਿਆ। ਤਾਂ ਇਹਨਾਂ ਨੇ ਕਹਿਤਾ ਵੀ ਜਿਹੜਾ 16 ਸਾਲ ਤੋਂ ਘੱਟ ਹੈਗਾ ਭਾਈ ਉਹ ਕੀ ਹੈ, ਠੀਕ ਹੈ, 16 ਸਾਲ ਤੋਂ ਉਮਰ ਤੋਂ ਜਿਹੜਾ ਘੱਟ ਹੈਗਾ ਉਹ ਨਾਬਾਲਗ ਹੈ, ਠੀਕ ਹੈ, ਉਹ ਬੱਚਾ ਹੈ, ਬਾਲਕ ਹੈ ਉਹ, ਸੌਰੀ। ਅੱਗੇ ਆਪਾਂ ਗੱਲ ਕਰਦੇ ਹਾਂ ਜੀ 125ਵੇਂ ਦਾ ADHD ਦੀ ਫੁੱਲ ਫਾਰਮ, ਠੀਕ ਹੈ ਜੀ, ਇਹ ਵੀ ਤੁਹਾਨੂੰ ਮੈਂ ਕਰਵਾਇਆ ਹੋਇਆ। ਇੰਟੈਂਸ਼ਨ ਡੈਫਿਸਿਟ, ਠੀਕ ਹੈ ਜੀ, ਹਾਈਪਰ ਐਕਟੀਵਿਟੀ ਡਿਸਆਰਡਰ, ਠੀਕ ਹੈ, ਮੈਂ ਕਰਵਾਇਆ ਹੋਇਆ ਤੁਹਾਨੂੰ ਥਿਊਰੀ ਦੇ ਵਿੱਚ। ਕਹਿੰਦਾ ਜੀ ਵਟ ਡਸ SEN ਦਾ ਫੁੱਲ ਫਾਰਮ ਕੀ ਹੈ? ਸਪੈਸ਼ਲ ਐਜੂਕੇਸ਼ਨ ਨੀਡ। ਤੁਹਾਨੂੰ ਮੈਂ ਕਰਾਇਆ ਸੀ ਨਾ ਚਿਲਡਰਨ ਵਿਦ ਸਪੈਸ਼ਲ ਐਜੂਕੇਸ਼ਨ ਨੀਡ, ਠੀਕ ਹੈ, ਉਹਦੀ ਫੁੱਲ ਫਾਰਮ ਹੈ। ਕਹਿੰਦਾ ਜੀ ਅਕੋਰਡਿੰਗ ਟੂ ਦਾ ਫੂਡ ਪਿਰਾਮਿਡ, ਠੀਕ ਹੈ ਜੀ, ਕਹਿੰਦਾ ਹਾਊ ਮਚ ਫੈਟ ਆਇਲ ਐਂਡ ਸਵੀਟ ਜਿਹੜੀ ਆਪਣੀ ਮਠਿਆਈਆਂ ਹੁੰਦੀਆਂ ਆਪਾਂ ਕਿੰਨੇ ਕੁ ਲੈ ਸਕਦੇ ਹਾਂ? ਬਹੁਤ ਘੱਟ ਮਾਤਰਾ ਚ ਲੈਣੀ ਚਾਹੀਦੀ ਹੈ, ਕਹਿੰਦੇ ਬਹੁਤ ਘੱਟ ਮਾਤਰਾ ਦੇ ਵਿੱਚ। ਆਹ ਕਹਿੰਦਾ ਜੀ ਆਪਣਾ ਦੇਖੋ 5% ਹੀ ਲੈਣੀ ਚਾਹੀਦੀ ਹੈ, ਕਹਿੰਦਾ ਮਠਿਆਈਆਂ 20% ਆਹ ਲੈਣਾ ਚਾਹੀਦਾ, 35% ਆਹ, 40% ਆਹ, ਠੀਕ ਹੈ ਜੀ। ਤਾਂ ਇਹ ਫੂਡ ਪਿਰਾਮਿਡ ਹੁੰਦਾ ਰਾਜੇ, ਇਹਦੇ ਅਕੋਰਡਿੰਗ ਕੀ ਹੈ ਜੀ ਆਪਾਂ ਨੂੰ ਡਾਈਟ ਲੈਣੀ ਚਾਹੀਦੀ ਹੈ। ਇਹ ਸਭ ਤੋਂ ਘੱਟ ਕੀ ਕਹਿੰਦਾ ਜੀ? ਤਲੀਆਂ ਚੀਜ਼ਾਂ, ਆਇਲ ਵਾਲੀਆਂ, ਸ਼ੂਗਰ ਹੋ ਗਿਆ, ਮਿੱਠਾ ਹੋ ਗਿਆ, ਸਵੀਟਸ ਹੋ ਗਈਆਂ, ਇਹ ਘੱਟ ਲੈਣੀ ਚਾਹੀਦੀ ਹੈ। ਨੈਕਸਟ ਚੱਲਦੇ ਆ ਜੀ ਆਪਾਂ ਅਗਲੇ ਵੱਲ ਵੱਧਦੇ ਹਾਂ ਰਾਜੇ। ਤੇ ਅਗਲਾ ਕੁਐਸਚਨ ਕਹਿੰਦਾ ਜੀ ਹਾਊ ਮਚ weight gain in the normal pregnancy, ਕਿੰਨਾ weight ਇਹ ਪਾਉਂਡ ਦੇ ਵਿੱਚ ਲਿਖਿਆ ਹੋਇਆ ਹੈ, ਬਟ ਆਪਾਂ ਇਹਨੂੰ ਚੇਂਜ ਕਰ ਦਿੰਦੇ ਹਾਂ, ਕੋਈ ਗੱਲ ਨਹੀਂ। ਜਿਹੜਾ ਪਾਉਂਡ ਹੁੰਦਾ ਹੈ, ਜਿਹੜਾ ਕਿਲੋ ਹੁੰਦਾ, ਠੀਕ ਹੈ ਜੀ, ਜਿਹੜਾ ਪਾਉਂਡ ਹੁੰਦਾ ਕਿਲੋ ਤੋਂ 2 ਗੁਣਾ ਕੀ ਹੁੰਦਾ? ਵੱਧ ਹੁੰਦਾ ਹੈ। ਜਿਵੇਂ 12 ਦੂਣਾ 24 ਹੋ ਗਿਆ, 2 ਪੁਆਇੰਟ ਕੁਛ ਹੁੰਦਾ ਹੈ, ਮਤਲਬ ਕੀ? ਤਾਂ ਇਹ ਮਤਲਬ ਕਹਿ ਲਓ ਵੀ ਤੁਸੀਂ 12.5 ਕਿਲੋ ਹੋ ਗਿਆ, ਲਗਭਗ 13 ਕਿਲੋ ਅਪਰੋਕਸੀਮੇਟਲੀ, ਠੀਕ ਹੈ, ਅਪਰੋਕਸੀਮੇਟਲੀ 13 ਕਿਲੋ ਭਾਰ ਵੱਧ ਜਾਂਦਾ ਹੈ। ਅੱਗੇ ਆ ਗਿਆ ਜੀ ਆਪਾਂ ਹਾਊ ਡਸ ਦਾ ਮਦਰ ਸਟ੍ਰੈਸ ਲੈਵਲ ਇਫੈਕਟ ਦਾ ਫੈਟਿਸ ਹੁੰਦਾ ਸ਼ਿਸ਼ੂ ਜਿਹੜਾ ਗਰਭ ਅਵਸਥਾ ਦੇ ਵਿੱਚ ਹੁੰਦਾ ਹੈ, ਠੀਕ ਹੈ। ਤਾਂ ਉਹ ਕਿਵੇਂ ਪ੍ਰਭਾਵਿਤ ਕਰਦਾ ਭਾਈ? ਇਹ ਸਾਰਾ ਕੁਝ ਹੀ ਪ੍ਰਭਾਵਿਤ ਕਰਦਾ ਮੇਰੇ ਹਿਸਾਬ ਨਾਲ, ਠੀਕ ਹੈ, ਇਹ ਸਾਰਾ ਕੁਝ ਹੀ ਪ੍ਰਭਾਵਿਤ ਕਰਦਾ। ਜਿਵੇਂ ਕਾਜ਼ ਆਫ ਦਾ, ਠੀਕ ਹੈ, ਪ੍ਰੀ ਮੈਚੋਰ ਬਰਥ, ਮਤਲਬ ਪਹਿਲਾਂ 9 ਮਹੀਨੇ ਤੋਂ ਪਹਿਲਾਂ ਹੀ ਬਰਥ ਹੋ ਜਾਣਾ ਬੱਚੇ ਦਾ, ਘੱਟ weight, ਠੀਕ ਹੈ ਜੀ, ਬੱਚੇ ਦੇ ਸੁਭਾਅ ਦੇ ਵਿੱਚ ਬਦਲਾਵ ਹੋਣਾ, ਠੀਕ ਹੈ ਜੀ, ਇਹ ਸਾਰਾ ਕੁਝ ਹੋ ਜਾਂਦਾ ਜੇ ਮਾਂ ਤਣਾਵ ਲਊਗੀ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਮੋਸਟ ਡੋਮੈਸਟਿਕ 에ਅਰਲਾਈਨਸ ਉਹ ਅਲਾਉ ਨਹੀਂ ਕਰਦੀਆਂ ਪ੍ਰੈਗਨੈਂਟ ਵੂਮਨ ਨੂੰ। ਕਿੰਨੇ ਵੀਕ ਦੀ ਪ੍ਰੈਗਨੈਂਸੀ ਵਾਲੀ ਜਿਹੜੀਆਂ ਵੂਮਨ ਹੁੰਦੀਆਂ ਉਹ 에ਅਰਲਾਈਨ ਦੇ ਵਿੱਚ ਟਰੈਵਲ ਨਹੀਂ ਕਰ ਸਕਦੀਆਂ। ਇਹ ਕੁਐਸਚਨ ਮੈਂ ਕਰਵਾਇਆ ਹੋਇਆ ਤੁਹਾਨੂੰ ਬਹੁਤ ਵਧੀਆ ਢੰਗ ਦੇ ਨਾਲ। ਤਾਂ 34 ਤੋਂ ਲੈ ਕੇ 36 ਮਹੀਨੇ ਦੀ ਜੇ 36 ਵੀਕ ਦੀ ਜੇ ਤੁਹਾਡੇ ਹਫ਼ਤਿਆਂ ਦੀ ਪ੍ਰੈਗਨੈਂਸੀ ਹੈਗੀ ਤੁਸੀਂ ਨਹੀਂ ਜਾ ਸਕਦੇ। ਕਹਿੰਦਾ ਜੀ ਵਿਚ ਇਜ਼ ਦਾ ਮੇਜਰ ਸੋਰਸ ਆਫ ਆਇਓਡੀਨ, ਆਇਓਡੀਨ ਦਾ ਸਭ ਤੋਂ ਵੱਧ ਸਰੋਤ ਕਿਹੜਾ ਹੈਗਾ? ਸੀ ਫੂਡ, ਠੀਕ ਹੈ, ਜਿਹੜਾ ਆਇਓਡੀਨ ਆ, ਜਿਵੇਂ ਮੰਨ ਲਓ ਆਪਾਂ ਕਹਿੰਦੇ ਨਾ ਆਇਓਡੀਨ ਨਮਕ, ਤੇ ਨਮਕ ਕਿੱਥੋਂ ਮਿਲਦਾ? ਸਮੁੰਦਰ ਤੋਂ ਹੀ ਮਿਲਦਾ, ਤੇ ਸੀ ਫੂਡ ਦੇ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਹੈ।
कहता जी वैन ए चाइल्ड इज 1 year old इट्स एवरेज लेंथ, ठीक है जी एवरेज लेंथ, ठीक है जी कितनी होनी चाहिए एवरेज लेंथ, तो 28 इंच। बाकी तो डिपेंड करता, देखो जे आप गल करिए कहता जी बेबी बॉय की गल करिए तो 26.5 इंच जिन्होंने आप 67.6 सेंटीमीटर कहने, बेबी गर्ल की होंगी 25.5 इंच। जे 1 साल की गल करिए तो आप अराउंड 29.7 ते गर्ल की होंगी 29 इंच, ठीक है जी। ये गल है, बात है, इन्हू याद रख लियो बस। अगे आ गया जी वैन वाज द नैशनल हैल्थ मिशन लॉन्च, हुण तुहानूं मैं करवा दिंदा सारा हिसाब किताब, ठीक है। आ देखो जी हुण जे गल करिए सब तो पहला आया सीगा नैशनल रूरल हैल्थ मिशन, NRHM दी फुल फॉर्म है, ये पूछी जाती है नैशनल रूरल हैल्थ मिशन। ये आ गया सी 2005 ਦੇ ਵਿੱਚ, ਇਹ ਕਦੋਂ ਆ ਗਿਆ ਸੀ 2005 ਦੇ ਵਿੱਚ। ਫਿਰ ਭਾਈ ਸਰਕਾਰ ਕਹਿੰਦੀ ਅਰਬਨ ਦੇ ਵਿੱਚ ਵੀ ਲੈ ਕੇ ਆਈਏ NUHM, ਇਹਦੀ ਫੁੱਲ ਫਾਰਮ ਯਾਦ ਰੱਖਣੀ ਹੈ ਨੈਸ਼ਨਲ ਅਰਬਨ ਹੈਲਥ ਮਿਸ਼ਨ। ਇਹ ਰੂਰਲ ਦੇ ਵਿੱਚ ਸੀਗਾ, ਇਹ ਅਰਬਨ ਮਤਲਬ ਕਿ ਸ਼ਹਿਰੀ ਖੇਤਰ ਦੇ ਵਿੱਚ ਲੈ ਕੇ ਆਏ। ਤਾਂ 2013 ਦੇ ਵਿੱਚ ਆਇਆ, ਤਾਂ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਆ 2013 ਦੇ ਵਿੱਚ ਬਣਿਆ, ਕਿਉਂਕਿ ਇਹਦੇ ਵਿੱਚ ਦੋਨੇ ਮਰਜ ਕਰ ਦਿੱਤੇ ਗਏ ਇੱਕ ਸਕੀਮ ਦੇ ਅੰਡਰ, ਕਿਉਂਕਿ ਦੋਨੇ ਆ ਗਏ, ਸ਼ਹਿਰੀ ਖੇਤਰ ਵੀ ਆ ਗਏ, ਪਿੰਡੂ ਵੀ ਆ ਗਏ। ਤਾਂ ਹੁਣ ਨਹੀਂ ਮੈਨੂੰ ਲੱਗਦਾ ਤੁਸੀਂ ਕੀ ਹੋ ਸਕਦੇ ਆ, ਤੁਹਾਨੂੰ ਭੁੱਲੂਗਾ। ਤਾਂ ਇੱਥੇ ਤੁਸੀਂ ਆਨਸਰ ਕਰ ਸਕਦੇ ਹੋ ਕਿ ਨੈਸ਼ਨਲ ਹੈਲਥ ਮਿਸ਼ਨ ਕਦੋਂ ਆਇਆ, 2013 ਦੇ ਵਿੱਚ ਆਇਆ ਭਾਈ, ਠੀਕ ਹੈ। ਹੁਣ ਤਾਂ ਕਰ ਹੀ ਸਕਦੇ ਹੋ 1 ਮਈ 2013। ਆ ਮੈਂ ਬਾਕੀ ਲਿਖ ਵੀ ਦਿੱਤਾ, ਠੀਕ ਹੈ, ਲਿਖ ਵੀ ਦਿੱਤਾ। ਵੈਸੇ ਜੋ ਗੱਲ ਮੈਂ ਉੱਥੇ ਲਿਖੀ ਹੈ ਉਹੀ ਚੀਜ਼ ਮੈਂ ਮਤਲਬ ਡਾਇਗਰਾਮ ਦੇ ਵਿੱਚ ਦੱਸੀ ਹੈ, ਉਹੀ ਇੱਥੇ ਲਿਖੀ ਹੈ। ਅੱਗੇ ਆ ਗਿਆ ਜੀ ਕਹਿੰਦਾ नो चाइल्ड इन इंडिया कैन वर्क इन एनी फैक्ट्री बिलो द एज, किन्ने साल का बच्चा किसी फैक्ट्री च काम नहीं कर सकता राजे, 14 साल, 14 साल तो घੱਟ उम्र का। कहता जी वैन वाज पॉस्को एक्ट पास इन इंडिया फर्स्ट टाइम कदों पास किया गया, 2012 ਦੇ ਵਿੱਚ पास किया गया। ਅੱਗੇ ਕਹਿੰਦਾ ਜੀ वेयर वाज द प्री प्राइमरी एजुकेशन फर्स्ट इंट्रोड्यूस, पहली बारी प्री प्राइमरी एजुकेशन कदों इंट्रोड्यूस की गई है राजे, तो ये की गई है इंग्लैंड ਦੇ ਵਿੱਚ। नोट्स वाले नोट कर लैन, उत्थे ऑप्शन गलत शायद टिक हुई भी है, गलत तो नहीं मतलब ऑप्शन चेंज हुई भी हैं। तो इंग्लैंड ਦੇ ਵਿੱਚ ਹੋਇਆ ਸੀ बेटे, इंग्लैंड कहने का मतलब लंडन ਜਿਹੜਾ कैपिटल है इंग्लैंड ਦੀ, लंडन ਦੇ ਵਿੱਚ ਇੱਕ ਸਕੂਲ ਖੁੱਲਿਆ ਸੀਗਾ, ਉਹ ਆ ਬੰਦੇ ਨੇ ਖੋਲਿਆ ਸੀਗਾ, ਸੈਮੂਅਲ ਵਾਈਲਡਰਸਪਿਨ ਨੇ ਆਪਣਾ 1819 ਦੇ ਵਿੱਚ ਲੰਡਨ ਵਿੱਚ ਪਹਿਲਾ ਬਾਲ ਸਕੂਲ ਖੋਲਿਆ ਸੀਗਾ। ਤਾਂ ਲੰਡਨ ਦਾ ਮਤਲਬ ਕੀ ਹੋ ਗਿਆ, ਇੰਗਲੈਂਡ ਦੇ ਵਿੱਚ ਸਭ ਤੋਂ ਪਹਿਲੀ ਵਾਰੀ ਇਹ ਸ਼ੁਰੂ ਹੋਇਆ ਸੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ। kindergarten was the program designed to acutilize which ability of the child, ਕਹਿਣ ਦਾ ਮਤਲਬ ਬੇਸਿਕਲੀ kindergarten ਦੇ ਵਿੱਚ ਕਿਸ ਮਕਸਦ ਦੇ ਨਾਲ ਖੋਲਿਆ ਗਿਆ ਸੀ kindergarten, ਕਾਹਦੇ ਵਾਸਤੇ ਖੋਲਿਆ ਗਿਆ ਸੀਗਾ, ਇਹ ਸਾਰਿਆਂ ਵਾਸਤੇ। ਮਤਲਬ ਕ੍ਰੀਏਟੀਵਿਟੀ ਦਾ ਮਤਲਬ ਹੁੰਦਾ ਹੈ ਨਵੀਆਂ ਕਾਢਾਂ, ਸੋਸ਼ਲ ਸਕਿੱਲ ਮਤਲਬ ਭਾਈਚਾਰਾ, ਲੈਂਗੁਇਸਟਿਕ ਸਕਿੱਲ मतलब ਬੋਲਣ ਦਾ, ਕਮਿਊਨੀਕੇਸ਼ਨ मतलब ਕਿ ਬੋਲਣ ਦਾ ਢੰਗ, ਠੀਕ ਹੈ ਜੀ, ਆਦਰ ਨਾਲ ਬੋਲਣਾ, ਇਹ ਸਾਰਾ ਕੁਝ ਇਹਦਾ ਕੀ ਸੀਗਾ, ਮੋਟਿਵ ਸੀਗਾ। ਅੱਗੇ ਆ ਗਿਆ ਜੀ ਐਨ ਐਪੀਡੈਮਿਕ ਦਾ ਮਤਲਬ ਕੀ ਹੁੰਦਾ ਹੈ, ਹੁਣ ਜਿਹੜੀ ਬਿਮਾਰੀ ਕਹਿੰਦਾ ਜੀ ਇੱਕ ਮਹਾਮਾਰੀ ਜੋ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਫੈਲਦੀ ਹੈ, ਹੁਣ ਜਿਵੇਂ ਕਰੋਨਾ ਫੈਲਿਆ ਸੀਗਾ, ਉਹਨੂੰ ਆਪਾਂ ਕੀ ਕਹਿ ਦਾਂਗੇ ਰਾਜੇ, ਕੀ ਕਵਾਂਗੇ ਆਪਾਂ, ਠੀਕ ਹੈ। ਤਾਂ ਇਹਦਾ ਮੈਨੂੰ ਲੱਗਦਾ ਕੁਐਸਚਨ ਗਲਤ ਬੋਲਿਆ ਗਿਆ, ਕੁਐਸਚਨ ਤਾਂ ਪੁੱਛਣਾ ਸੀਗਾ, ਚਲੋ ਮੈਂ ਤੁਹਾਨੂੰ ਆਨਸਰ ਕਰ ਦਿੰਦਾ। ਐਨ ਐਪੀਡੈਮਿਕ ਵਿਚ ਸਪਰੈਡ ਫਰੋਮ ਦ ਕੰਟਰੀ ਟੂ ਕੰਟਰੀ, ਠੀਕ ਹੈ। ਜਿਹੜੀ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਫੈਲਦੀ ਉਹਨੂੰ ਕੀ ਕਹਿੰਦੇ ਰਾਜੇ, ਕਿਹੜੀ ਬਿਮਾਰੀ ਕਹਿੰਦੇ ਆ ਰਾਜੇ, ਕੀ ਕਹਿੰਦੇ ਆਪਾਂ ਉਹਨੂੰ ਕਹਿ ਦਿੰਦੇ ਆ ਪੈਨਡੈਮਿਕ, ਠੀਕ ਹੈ, ਪੈਨਡੈਮਿਕ, ਠੀਕ ਹੈ ਜੀ, ਪੈਨਡੈਮਿਕ। ਇੱਕ ਹੁੰਦਾ ਦੇਖੋ ਐਪੀਡੈਮਿਕ ਦਾ ਮਤਲਬ ਤੁਹਾਨੂੰ ਦੱਸ ਦਿੱਤਾ ਮੈਂ, ਲਾਰਜ ਨੰਬਰ ਆਫ ਪੇਸ਼ੈਂਟ ਕਹਿੰਦਾ ਜੀ ਪੋਪੂਲੇਸ਼ਨ ਹੁੰਦੀ ਹੈ ਇੱਕ ਏਰੀਆ ਦੇ ਵਿੱਚ ਇੱਕ ਗਿਵਨ ਟਾਈਮ ਦੇ ਵਿੱਚ। ਇੱਕ ਹੁੰਦੀ ਹੈ ਐਂਡਮਿਕ ਹੁੰਦਾ ਜਿਵੇਂ ਰੈਗੂਲਰਲੀ ਉਹ ਚੱਲ ਰਹੀ ਹੈ ਇੱਕ ਏਰੀਆ ਦੇ ਵਿੱਚ, ਚੱਲੀ ਜਾਂਦੀ ਹੈ ਬਿਮਾਰੀ, ਠੀਕ ਹੈ, ਲੋਕ ਠੀਕ ਹੁੰਦੇ ਆ ਫਿਰ ਬਿਮਾਰ ਹੋ ਜਾਂਦੇ ਆ, ਠੀਕ ਹੁੰਦੇ ਆ ਫਿਰ ਬਿਮਾਰ ਹੋ ਜਾਂਦੇ ਆ। ਆਈਸੋਲੇਸ਼ਨ ਤੁਹਾਨੂੰ ਪਤਾ ਹੀ ਹੈ, ਬੰਦੇ ਨੂੰ ਅਲੱਗ ਰੱਖਣਾ, ਜਿਵੇਂ ਕਰੋਨਾ ਵਿੱਚ ਆਈਸੋਲੇਟ ਕਰਦੇ ਸੀਗੇ ਅਲੱਗ ਤੋਂ 14 ਦਿਨਾਂ ਵਾਸਤੇ। ਅੱਗੇ ਆ ਗਿਆ ਜੀ ਆਪਣਾ UNCRC ਦਾ ਫੁੱਲ ਫਾਰਮ, ਠੀਕ ਹੈ ਜੀ, ਤਾਂ ਇਹ ਹੈਗਾ ਜੀ ਯੂਨਾਈਟਿਡ ਨੇਸ਼ਨ ਕਨਵੈਨਸ਼ਨ ਰਾਈਟ ਆਫ ਦਾ ਚਾਈਲਡ। ਅੱਗੇ ਆ ਗਿਆ ਜੀ ਵਾਟ ਇਜ਼ ਦਾ ਬੈਲੈਂਸ ਡਾਈਟ, ਬੈਲੈਂਸ ਡਾਈਟ ਕਿਹੜੀ ਹੁੰਦੀ ਹੈ ਭਾਈ, ਇੱਕ ਕਹਿੰਦਾ ਜੀ ਰਿਚ ਇਨ ਐਸੈਂਸ਼ੀਅਲ ਨਿਊਟ੍ਰੀਐਂਟਸ, ਜਿਹਦੇ ਵਿੱਚ ਲੋੜੀਂਦੇ ਪੌਸ਼ਟਿਕ ਤੱਤ ਹੋਣਗੇ ਭਾਈ, ਉਹਨੂੰ ਬੈਲੈਂਸ ਡਾਈਟ ਕਵਾਂਗੇ ਆਪਾਂ। ਵਿਚ ਫੀਵਰ ਇਜ਼ ਨੋਨ ਐਜ਼ ਦਾ, ਠੀਕ ਹੈ ਜੀ, ਹੈਮੋਰੇਜਿਕ ਫੀਵਰ, ਕਿਹੜਾ ਫੀਵਰ ਨੂੰ ਕਹਿੰਦੇ ਆ ਭਾਈ, ਠੀਕ ਹੈ, ਇਹਦਾ ਆਨਸਰ ਹੈਗਾ ਜੀ ਡੇਂਗੂ ਬੁਖਾਰ ਨੂੰ ਕਹਿੰਦੇ ਆ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਦਾ ਬੈਸਟ ਡਿਟਰਮਿਨੈਂਟ ਆਫ ਦਾ ਹੈਲਥ ਸਟੇਟਸ ਆਫ ਦਾ ਕੰਟਰੀ, ਠੀਕ ਹੈ ਜੀ। ਹੁਣ ਦੇਖੋ ਕਹਿੰਦਾ ਵੀ ਕਿਸੇ ਦੇਸ਼ ਦੀ ਸਿਹਤ ਸਥਿਤੀ ਦਾ ਸਭ ਤੋਂ ਵਧੀਆ ਮਤਲਬ ਕਿ ਪਤਾ ਕਰਨਾ ਹੋਵੇ ਉਸ ਦੇਸ਼ ਦੇ ਵਿੱਚ ਸਿਹਤ ਦੀ ਸਥਿਤੀ ਹੈ ਕੀ ਐਕਚੁਅਲ ਦੇ ਵਿੱਚ, ਤਾਂ ਸਭ ਤੋਂ ਵਧੀਆ ਕਾਰਕ ਕਿਹੜਾ ਹੈ, ਫੈਕਟਰ ਕਿਹੜਾ ਹੈਗਾ, ਇਹ ਪੁੱਛ ਰਿਹਾ ਤੁਹਾਨੂੰ। ਕਹਿੰਦਾ ਜੀ ਬਾਲ ਮੌਤ ਦਰ, ਜੇ ਉੱਥੇ ਬਾਲ ਮੌਤ ਦਰ ਸਹੀ ਹੈਗੀ ਹੈ ਤਾਂ ਉਹਦੇ ਵਿੱਚ ਕੀ ਹੈ, ਸਿਹਤ ਜਿਹੜੀ ਹੈਗੀ ਹੈ, ਸਿਹਤ ਦੀ ਜਿਹੜੀ ਸਹੂਲਤ ਹੈਗੀ ਵਧੀਆ ਹੈਗੀ ਹੈ। ਜੇ ਜ਼ਿਆਦਾ ਹੈਗੀ ਮੌਤ ਦਰ ਤਾਂ ਉਹਦੇ ਉੱਥੇ ਕੀ ਹੈ, ਜਿਹੜੀ ਹੈਲਥ ਸਰਵਿਸਿਜ਼ ਹੈਗੀਆਂ ਉਹ ਪੂਅਰ ਨੇ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਜੀ ਨਿਊਮਰੇਟਰ ਫॉर ਦਾ ਨਿਓਨੈਂਟਲ ਮੋਰਟੈਲਿਟੀ ਰੇਟ, ਨਿਓਨੈਂਟਲ ਦਾ ਮਤਲਬ ਹੁੰਦਾ ਬੱਚੇ ਦੀ ਮੌਤ, ਨਵ ਜੰਮੇ ਬੱਚੇ ਦੀ ਮੌਤ।
ਕਹਿੰਦਾ ਕਿਵੇਂ ਕਿਵੇਂ ਮਤਲਬ ਕੈਲਕੂਲੇਟ ਕੀਤੀ ਜਾਂਦੀ ਹੈ ਰਾਜੇ। ਇੱਥੇ ਵੀ ਬਹੁਤ ਇਸ਼ੂ ਹੋਇਆ, ਕਈ ਬੱਚੇ ਕਹਿੰਦੇ ਜੀ 28 ਡੇ, ਕਈ ਕਹਿੰਦਾ 24 ਘੰਟੇ। ਤਾਂ 28 ਡੇਜ਼ ਹੁੰਦੀਆਂ ਨੇ। 28 ਡੇ ਦਾ ਮਤਲਬ ਕੀ ਹੈ? ਹੁਣ ਦੇਖੋ 28 ਡੇ ਦਾ ਮਤਲਬ ਵੀ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ। ਕਹਿੰਦਾ ਬੇਸਿਕਲੀ ਆਪਾਂ ਗੱਲ ਕਰਦੇ ਹਾਂ ਜੀ 28 ਮਤਲਬ ਕੋਈ ਬੱਚਾ ਜੰਮਿਆ, ਜੰਮਣ ਤੋਂ ਲੈ ਕੇ 28 ਦਿਨ ਦੇ ਵਿਚਕਾਰ ਉਹ ਮਤਲਬ ਜਿਹੜਾ ਬੱਚਾ ਹੈਗਾ ਕਿੰਨੇ ਦਿਨ ਬਾਅਦ ਉਹਦੀ ਡੈਥ ਹੁੰਦੀ ਹੈ। ਮਤਲਬ ਇੱਕ ਪੀਰੀਅਡ ਲਿਖ ਰੱਖ ਲਿਆ, ਮਤਲਬ ਕਿ 0 ਤੋਂ ਲੈ ਕੇ 28 ਦਿਨਾਂ ਦੇ ਵਿਚਕਾਰ ਮੰਨ ਲਓ 10 ਬੱਚੇ ਜੰਮੇ ਸੀਗੇ, 10 ਵਿੱਚੋਂ ਕਿੰਨੇ ਬੱਚੇ ਮਰ ਗਏ ਆ, ਤਾਂ ਉਹਨੂੰ ਆਪਾਂ ਕਰਦੇ ਹਾਂ। ਠੀਕ ਹੈ, ਉਸ ਹਿਸਾਬ ਨਾਲ ਆਪਾਂ ਕਰਦੇ ਹਾਂ। ਮੰਨ ਲਓ 10 ਵਿੱਚੋਂ 5 ਬੱਚੇ ਮਰ ਗਏ, ਆਪਾਂ ਕੀ ਕਰਾਂਗੇ 5/10 ਗੁਣਾ ਕੀ ਕਰ ਦਾਂਗੇ 1000। ਠੀਕ ਹੈ, ਇਹ ਫਾਰਮੂਲਾ ਕੈਲਕੂਲੇਟ ਕਰਨ ਦਾ। ਤਾਂ 28 ਡੇਜ਼ ਆਊਗਾ ਬੇਟੇ, 28 ਡੇਜ਼। ਠੀਕ ਹੈ, ਤਾਂ ਰਾਈਟ ਆਂਸਰ। ਅੱਗੇ ਆ ਗਿਆ ਜੀ ਹੀਮੋਫੀਲੀਆ। ਹੀਮੋਫੀਲੀਆ ਕੀ ਚੀਜ਼ ਹੁੰਦੀ ਹੈ? ਤਾਂ ਕਹਿੰਦਾ ਜੀ ਬਲੱਡ ਡਜ਼ ਨਾਟ ਕਲੌਟ, ਖੂਨ ਜੰਮਦਾ ਨਹੀਂ, ਉਹਨੂੰ ਕਹਿ ਦਿੰਦੇ ਹੀਮੋਫੀਲੀਆ। ਅੱਗੇ ਆ ਗਿਆ ਜੀ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ ਦਾ ਉਦੇਸ਼ ਕੀ ਹੈਗਾ? NRHM ਦਾ ਕੀ ਮਿਸ਼ਨ ਹੈਗਾ ਰਾਜੇ? ਤੁਹਾਨੂੰ ਦੱਸ ਸਕਦੇ ਹੋ ਤੁਸੀਂ। ਠੀਕ ਹੈ ਜੀ, ਸਾਰਾ ਕੁਛ ਹੀ। ਠੀਕ ਹੈ ਜੀ, ਜਿਹੜਾ ਆਪਣਾ ਸ਼ਿਸ਼ੂ ਦੀ ਜਿਹੜੀ ਮੌਤ ਹੈਗੀ ਉਹਨੂੰ ਘੱਟ ਕਰਨਾ, ਜਿਹੜੀਆਂ ਬਿਮਾਰੀਆਂ ਹੈਗੀਆਂ ਉਹਨੂੰ ਘੱਟ ਕਰਨਾ, ਠੀਕ ਹੈ, ਟੀਕਾਕਰਨ ਪ੍ਰਾਪਤ ਕਰਨਾ, ਸਾਰਾ ਹੀ ਇਹਦੇ ਅੰਡਰ ਆਉਂਦਾ ਹੈ। ਅੱਗੇ ਆ ਗਿਆ ਜੀ BCG ਦੀ ਫੁੱਲ ਫਾਰਮ ਤੁਹਾਨੂੰ ਮੈਂ ਕਰਵਾਤੀ ਹੈ, ਤੁਸੀਂ ਆਂਸਰ ਕਰ ਸਕਦੇ ਹੋ ਬੇਟਾ, C ਹੈ ਇਹ। ਠੀਕ ਹੈ, ਬੈਸਿਲ ਕੈਲਮੇਟ ਗੁਇਰੇਨ। ਠੀਕ ਹੈ, ਬੈਸਿਲ ਕੈਲਮੇਟ ਗੁਇਰੇਨ। ਅੱਗੇ ਆ ਗਿਆ ਜੀ ਫਾਦਰ ਆਫ ECCE अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਦਾ ਫਾਦਰ ਕੌਣ ਹੈ? ਜੀਨ ਪੀਗੇਟ। ਜੀਨ ਪੀਗੇਟ, ਯਾਦ ਰੱਖ ਲਿਓ। ਅੱਗੇ ਆ ਗਿਆ ਜੀ ਹਾਊ ਮੈਨੀ ਕੈਲੋਰੀਜ਼ ਡਸ ਦ ਯੰਗ ਮੈਨ ਨੀਡ ਪਰ ਡੇ। ਇਹ ਵੈਰੀ ਕਰਦੀਆਂ ਰਾਜੇ, ਐਸਟੀਮੇਟਡ ਹੁੰਦੀਆਂ, ਇਹ ਫਿਕਸ ਨਹੀਂ ਹੁੰਦੀਆਂ ਗੀਆਂ। ਪਰ ਇਹਦਾ ਆਂਸਰ ਲਾ ਲਓ ਤੁਸੀਂ 2000 ਤੋਂ 2500 ਕੈਲੋਰੀਜ਼। ਬਾਕੀ ਜਿਹੜੇ ਹੁੰਦੇ ਅਲੱਗ-ਅਲੱਗ ਹੁੰਦੇ। ਦੇਖੋ ਟੀਨ ਏਜ ਗਰਲਸ ਦੀ ਗੱਲ ਕਰੀਏ ਤਾਂ ਉਹਨਾਂ ਨੂੰ 2200 ਕੈਲੋਰੀਜ਼ ਚਾਹੀਦੀਆਂ, 11 ਤੋਂ 14 ਸਾਲ ਦੀ ਉਮਰ ਤੱਕ। 15 ਤੋਂ 18 ਸਾਲ ਦੀ ਉਮਰ ਤੱਕ 2200 ਕੈਲੋਰੀਜ਼। ਜੇ ਮੁੰਡਿਆਂ ਦੀ ਗੱਲ ਕਰੀਏ ਤਾਂ ਦੇਖੋ 2500, 14 ਤੋਂ 11 ਤੋਂ 14 ਸਾਲ ਤੱਕ, 15 ਤੋਂ 18 ਸਾਲ ਤੱਕ ਕੀ ਚਾਹੀਦੀਆਂ 3000 ਕੈਲੋਰੀਜ਼। ਤਾਂ ਲਗਭਗ 2000 ਤੋਂ 2500 ਤੱਕ ਆਪਾਂ ਕੀ ਲਾ ਸਕਦੇ ਹਾਂ, ਆਂਸਰ ਲਗਾ ਸਕਦੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਸਾਈਟ ਆਫ BCG ਵੈਕਸੀਨ। ਤੁਸੀਂ ਦੇਖਿਆ ਹੋਊਗਾ ਥੋੜੇ ਛੋਟੇ ਹੁੰਦੇ ਸਾਰਿਆਂ ਦੇ ਟੀਕਾ ਲੱਗਾ ਹੁੰਦਾ, ਨਿਸ਼ਾਨ ਹੁੰਦਾ ਲੈਫਟ ਸਾਈਡ ਮੋਢੇ ਤੇ। ਠੀਕ ਹੈ, ਉਹ ਸਾਰਿਆਂ ਦਾ ਨਿਸ਼ਾਨ ਹੁੰਦਾ। ਚੈੱਕ ਕਰ ਲਿਓ, ਕੋਈ ਨਹੀਂ ਹੋਊਗਾ ਜਿਹਦਾ ਨਹੀਂ ਨਿਸ਼ਾਨ ਹੋਊਗਾ। ਤਾਂ ਇਹਦਾ ਆਂਸਰ ਹੈਗਾ ਜੀ ਲੈਫਟ ਡੈਲਟੋਇਡ। ਡੈਲਟੋਇਡ ਦਾ ਮਤਲਬ ਕੀ ਆ? ਮਸਲ ਹੁੰਦਾ ਡੈਲਟੋਇਡ ਮਸਲ, ਉੱਥੇ ਵਿੱਚ ਲੱਗਦਾ BCG ਟੀਕਾ। ਠੀਕ ਹੈ ਜੀ, ਇਹ ਮਸਲ ਦਾ ਨਾਮ ਹੈਗਾ। ਇਹ ਹੈਗਾ ਜੀ ਖੱਬਾ ਪੱਟ, ਸੱਜਾ ਪੱਟ, ਮਤਲਬ ਇੱਥੇ ਨਹੀਂ ਲੱਗਦਾਗਾ। ਇਹ ਰਾਈਟ ਮੋਢਾ, ਇਹ ਖੱਬਾ ਮੋਢਾ, ਖੱਬੇ ਮੋਢੇ ਦੇ ਉੱਪਰ ਲੱਗਦਾ। ਠੀਕ ਹੈ, ਯਾਦ ਰੱਖ ਲਿਓ, ਇਹਦੀ ਸਾਈਟ ਹੈ। ਅੱਗੇ ਆ ਗਿਆ ਜੀ ਡਿਵੈਲਪਮੈਂਟ ਕਦੋਂ ਸ਼ੁਰੂ ਹੁੰਦੀ ਹੈ? ਵਿਕਾਸ ਕਦੋਂ ਸ਼ੁਰੂ ਹੁੰਦਾ ਹੈ? ਤਾਂ ਵਿਕਾਸ ਭਾਈ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਜਨਮ ਦਾ ਮਤਲਬ ਕਿ ਅੰਦਰ, ਮਤਲਬ ਗਰਭ ਅਵਸਥਾ ਦੇ ਅੰਦਰ ਹੀ ਵਿਕਾਸ ਹੋਊਗਾ, ਤਾਂ ਹੀ ਬੱਚਾ ਵੱਡਾ ਹੋਊਗਾ। ਤੈਨੂੰ ਕਹਿ ਦਿੰਦੇ ਪ੍ਰੀਨੈਂਟਲ ਸਟੇਟ, ਪ੍ਰੀਨੈਂਟਲ ਸਟੇਟ ਦੇ ਵਿੱਚ ਹੋ ਜਾਂਦਾ ਹੈ। ਅੱਜ ਦਾ ਲਾਸਟ ਕੁਐਸਚਨ ਹੈ ਬੇਟੇ, ਇਨ ਵਿੱਚ ਈਅਰ ਵਾਸ ਦਾ ਬੇਟੀ ਬਚਾਓ ਬੇਟੀ ਪੜਾਓ। ਠੀਕ ਹੈ, ਬੇਟੀ ਬਚਾਓ ਬੇਟੀ ਪੜਾਓ, ਬੇਟੀਆਂ ਨੂੰ ਅੱਗੇ ਪੜਾਓ। ਭਾਈ ਤੁਸੀਂ ਵੀ ਹੁਣ ਬਹੁਤ ਕਰਮਾਂ ਵਾਲੀਆਂ ਹੋ, ਸੁਪਰਵਾਈਜ਼ਰ ਦਾ ਪੇਪਰ ਦੇਣ ਜਾ ਰਹੇ ਹੋ, ਕਿਉਂਕਿ ਬਹੁਤ ਸਾਰੇ ਪਿੰਡ ਇਦਾਂ ਦੇ ਹੈਗੇ ਜਿੱਥੇ ਐਜੂਕੇਸ਼ਨ ਨਹੀਂ ਹੈਗੀ। ਰਾਜਸਥਾਨ ਦੇਖ ਲਓ, ਯੂਪੀ ਦੇਖ ਲਓ, ਤੁਸੀਂ ਬਹੁਤ ਕਰਮਾਂ ਵਾਲੀਆਂ ਹੋ, ਪੰਜਾਬ ਦੇ ਵਿੱਚ ਜੰਮੀਆਂ ਹੋ ਮੇਰੀਆਂ ਭੈਣਾਂ। ਤੇ ਪ੍ਰਮਾਤਮਾ ਮਿਹਰ ਕਰੇ ਤੁਹਾਡੇ ਸਾਰਿਆਂ ਦੀ। ਮੈਂ ਬਹੁਤ ਕੋਸ਼ਿਸ਼ ਕੀਤੀ ਆਪਣੇ ਵੱਲੋਂ ਜਿੰਨੀ ਹੈਲਪ ਕਰਨ ਦੀ, ਜਿੰਨੀ ਮੈਨੂੰ ਸਮੱਤ ਬਖਸ਼ੀ ਜੀ ਪ੍ਰਮਾਤਮਾ ਨੇ। ਨੋਟਸ ਵੀ ਮੈਂ ਜਿੰਨੇ ਕਿਸੇ ਨੂੰ ਫ੍ਰੀ ਦੇ ਸਕਿਆ, ਜਿੰਨੀ ਕਿ ਮੇਰੀ ਸਮਰੱਥਾ ਸੀਗੀ, ਤਾਂ ਬੜੀ ਮਿਹਨਤ ਨਾਲ ਬਣਾਏ ਸੀਗੇ। ਜੇ ਉਹਦੇ ਵਿੱਚ 2-4 ਗਲਤੀਆਂ ਹੋ ਗਈਆਂ ਹੁਣ ਤਾਂ ਉਹਦੇ ਵਾਸਤੇ ਵੀ ਮੈਂ ਮਾਫੀ ਚਾਹੁੰਦਾ, ਬਟ ਮੈਂ ਆਪਦੇ ਵੱਲੋਂ ਪੂਰਾ ਪੜ੍ਹ ਕੇ, ਕਿਉਂਕਿ ਸਬਜੈਕਟ ਨਹੀਂ ਸੀਗਾ ਮੇਰਾ, ਟਾਈਮ ਵੀ ਬਹੁਤ ਘੱਟ ਸੀਗਾ, ਕਿਉਂਕਿ ਮੇਰੇ ਆਲਰੇਡੀ ਕੰਪਿਊਟਰ ਦੇ ਮਤਲਬ TSS ਦੇ ਬੈਚ ਚੱਲ ਰਹੇ ਸੀਗੇ, ਫ੍ਰੀ ਵੀ ਚੱਲ ਰਹੇ ਸੀਗੇ, ਇਸ ਕਰਕੇ ਟਾਈਮ ਘੱਟ ਹੁੰਦਾ। ਬਟ ਮੈਂ ਆਪਦੇ ਵੱਲੋਂ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਜੋ ਕਰਾਇਆ ਤੁਹਾਨੂੰ ਜ਼ਰੂਰ ਪੇਪਰ 'ਚ ਦੇਖਣ ਨੂੰ ਮਿਲੇ, ਕਿਉਂਕਿ ਲਾਜ ਰੱਖਣ ਵਾਲਾ ਪ੍ਰਮਾਤਮਾ ਹੀ ਆ। ਆਪਾਂ ਸਿਰਫ ਮਿਹਨਤ ਕਰ ਸਕਦੇ ਹਾਂ, ਫਲ ਉਹਨੇ ਦੇਣਾ। ਤਾਂ ਇਹ ਜਦੋਂ ਕਦੋਂ ਸ਼ੁਰੂ ਹੋਇਆ ਸੀਗਾ, ਇਹ ਤੁਸੀਂ ਮੈਨੂੰ ਕਮੈਂਟ ਵੀ ਕਰ ਸਕਦੇ ਹੋ। ਠੀਕ ਹੈ, ਕਿਉਂਕਿ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਤੁਹਾਨੂੰ ਇਹੀ ਨਹੀਂ ਪਤਾ, ਫਿਰ ਤੁਸੀਂ ਕਿਸੇ ਕੰਮ ਦੇ ਨਹੀਂ ਹੈਗੇਗੇ। ਤਾਂ ਇਹ ਤੁਸੀਂ ਮੈਨੂੰ ਕਮੈਂਟ ਕਰਨਾ ਵੀ ਬੇਟੀ ਬਚਾਓ ਬੇਟੀ ਪੜਾਓ ਯੋਜਨਾ ਕਦੋਂ ਸ਼ੁਰੂ ਹੋਈ ਸੀਗੀ। ਇਹ ਮੈਂ ਜਾਣ ਕੇ ਨਹੀਂ ਦੱਸ ਰਿਹਾ, ਕਿਉਂਕਿ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ, ਤੁਹਾਡੇ ਵਾਸਤੇ ਹੈ। ਤਾਂ ਆਈ ਹੋਪ ਤੁਹਾਨੂੰ ਕਲਾਸ ਬਹੁਤ ਪਸੰਦ ਆਈ ਹੋਗੀ। ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਮੇਰੀ ਮਿਹਨਤ ਦਾ ਮੁੱਲ ਮੁੜ ਜੇ। ਠੀਕ ਹੈ ਜੀ, ਬਾਕੀ ਜੇ ਕੰਪਿਊਟਰ ਦੇ ਨੋਟਸ ਲੈਣ ਦੀ ਜ਼ਰੂਰਤ ਤਾਂ ਨਹੀਂ ਹੈਗੀ। ਪੇਪਰ ਤੁਹਾਡਾ ਤੁਸੀਂ ਕਲਾਸ ਮੈਥਨ 4 ਦੇਖ ਲਿਓ। ਜੇ ਕਿਸੇ ਹੋਰ ਪੇਪਰ ਵਾਸਤੇ ਲੈਣੇ ਆ ਤਾਂ ਕੰਪਿਊਟਰ ਦੇ 1500 MCQ ਅੰਗਰੇਜ਼ੀ ਪੰਜਾਬੀ ਮੀਡੀਅਮ 'ਚ ਮਿਲ ਜਾਣਗੇ, ਪੰਜਾਬ GK ਦੇ ਵੀ ਮਿਲ ਜਾਣਗੇ, 1000 ਕੁਐਸਚਨ ਪੰਜਾਬੀ ਵਿਆਕਰਨ ਦੇ ਵੀ ਮਿਲ ਜਾਣਗੇ। ਕੁਐਸਚਨ ਲੈਣ ਵਾਸਤੇ ਤੁਸੀਂ ਇਸ ਨੰਬਰ ਤੇ ਮੈਨੂੰ ਕੀ ਕਰ ਸਕਦੇ ਹੋ, WhatsApp ਕਰ ਸਕਦੇ ਹੋ। ਤਾਂ ਸ਼ੁਕਰੀਆ, ਧੰਨਵਾਦ, ਬੈਸਟ ਵਿਸ਼ੇਜ਼। ਟੈਨਸ਼ਨ ਨਹੀਂ ਲੈਣੀ, ਤੁਸੀਂ ਜੋ ਕਰਨਾ ਸੀ ਕਰਤਾ। 70% ਤੁਸੀਂ ਮਿਹਨਤ ਕੀਤੀ ਆ, 30% ਪ੍ਰਮਾਤਮਾ ਨੇ ਦੱਸਣਾ। ਸਾਰਿਆਂ ਦੀ ਫਾਈਲਾਂ ਬਣੀਆਂ ਪਈਆਂ, ਕਿਹਨੇ ਸੁਪਰਵਾਈਜ਼ਰ ਲੱਗਣਾ, ਕਿਹਨੇ ਕਲਰਕ ਲੱਗਣਾ, ਕਿਹਨੇ ਹਾਊਸ ਵਾਈਫ ਬਣਨਾ। ਚਿੰਤਾ ਨਹੀਂ ਕਰਨੀ, ਤੁਸੀਂ ਆਪਣਾ ਬੈਸਟ ਦੇ ਕੇ ਆਉਣਾ। ਜੇ ਟੈਨਸ਼ਨ ਲੈ ਕੇ ਦੇ ਕੇ ਆਓਗੇ ਤਾਂ ਹਮੇਸ਼ਾ ਤੁਸੀਂ ਕੀ ਕਰਕੇ ਆਓਗੇ, ਗਲਤੀ ਕਰਕੇ ਆਓਗੇ। ਬੈਸਟ ਦੇ ਕੇ ਆਓ, ਪ੍ਰਮਾਤਮਾ ਮਿਹਰ ਕਰੇ। ਮੈਂ ਅਰਦਾਸ ਕਰੂੰਗਾ ਜਿਹੜੀਆਂ ਮੇਰੀਆਂ ਭੈਣਾਂ ਨੇ ਤਨ ਮਨ ਤੋਂ ਇਹ ਮਿਹਨਤ ਕੀਤੀ ਆ, ਉਹਨਾਂ ਦੀ ਮਿਹਨਤ ਪੱਲੇ ਪਵੇ। ਤਾਂ ਸ਼ੁਕਰੀਆ, ਤੁਸੀਂ ਮੇਰਾ ਬਹੁਤ ਸਾਥ ਦਿੱਤਾ। ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ, ਕਿਸੇ ਨੂੰ ਮੇਰੀ ਕੋਈ ਗੱਲ ਮਾੜੀ ਲੱਗੀ ਹੋਵੇ, ਉਹਦੇ ਵਾਸਤੇ ਮਾਫੀ ਹੈ। ਚੜ੍ਹਦੀ ਕਲਾ, ਪ੍ਰਮਾਤਮਾ ਸਾਰੀਆਂ ਭੈਣਾਂ ਨੂੰ ਚੜ੍ਹਦੀ ਕਲਾ ਬਖਸ਼ੇ। ਧੰਨਵਾਦ।